ਧੰਨ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੂਹੀ ਮਹਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ। ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੰਤੋਂ ਸਾਗਰ ਪਾਰ ਉਤਰੀਐ ਜੇ ਕੋ ਬਚਨ ਕੁਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਸੰਤੋਂ ਸਾਗਰ ਪਾਰ ਉਤਰੀਐ ਜੇ ਕੋ ਬਚਨ ਕੁਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਪਰਿਜੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਬੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ। ਏਕ ਅਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਮੂਲ ਨਾਨਕਸਾਈ ਕੈਲੰਡਰ ਦੇ ਅਨੁਸਾਰ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਅੱਜ ਦਾ ਇਹ ਗੁਰਮਤਿ ਸਮਾਗਮ ਆਪ ਸਮੂਹ ਸੰਗਤ ਬੜੇ ਪਿਆਰ ਨਾਲ ਪ੍ਰਬੰਧਕ ਵੀਰਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਅੱਜ ਦਾ ਇਹ ਗੁਰਮਤਿ ਸਮਾਗਮ ਉਲੀਕਿਆ ਹੈ। ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਗੁਰੂ ਦੀ ਗੋਦ ਵਿੱਚ ਬੈਠੇ ਹੋ ਆਪਣੇ ਵੱਲੋਂ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਕਿ ਇਸ ਦੌਰ ਵਿੱਚ ਜਿਸ ਦੌਰ ਵਿੱਚ ਸਾਰੇ ਲੋਕ ਵਹਿਣ ਵਿੱਚ ਵਹਿ ਰਹੇ ਨੇ, ਕੋਈ ਟਾਵੀਆਂ ਹੀ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ 2003 ਵਿੱਚ ਜਿਹੜਾ ਲਾਗੂ ਹੋਇਆ ਸੀ ਮੂਲ ਨਾਨਕਸਾਈ ਕੈਲੰਡਰ, ਮੈਂ ਹੁਣੇ ਦਫ਼ਤਰ ਵਿੱਚ ਫੋਟੋ ਵੀ ਵੇਖ ਕੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੋਈ। ਜਦੋਂ ਇਹ ਮੂਲ ਨਾਨਕਸਾਈ ਕੈਲੰਡਰ ਲਾਗੂ ਹੋਇਆ ਸੀ
ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਤਸਵੀਰ ਵੀ ਉਸ ਵਕਤ ਨਾਲ ਹੈ। ਇਹ ਜਿਹੜੇ ਲੋਕ ਅੱਜ ਰੌਲਾ ਪਾਉਂਦੇ ਨੇ ਉਹਨਾਂ ਨੂੰ ਦੱਸਣ ਵਾਸਤੇ ਬਹੁਤ ਵਧੀਆ ਸਬੂਤ ਹੈ ਤੇ ਮੈਨੂੰ ਚੰਗਾ ਵੀ ਲੱਗਾ ਕਿ ਭਾਈ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਅਕਾਲ ਤਖਤ ਤੋਂ ਕਿਤੇ 2003 ਵਿੱਚ ਇਹ ਕੈਲੰਡਰ ਪਹਿਲਾਂ ਲਾਗੂ ਹੋਇਆ ਹੈ, 9 ਵਿੱਚ ਮੁੜ ਕੇ ਉਹ ਫਿਰ ਖੇਡ ਖੇਡੀ ਗਈ ਹੈ ਤੇ ਨਾ ਰਹਿਣ ਦਿੱਤਾ ਨਾਨਕਸ਼ਾਹੀ ਕੈਲੰਡਰ, ਪਰ ਸਾਰਾ ਉਹ ਅੰਦਰੋਂ ਬਿਕਰਮੀ ਕੈਲੰਡਰ ਕਰ ਦਿੱਤਾ ਗਿਆ। ਉਹਦੀਆਂ ਡੇਟਾਂ ਹਰ ਸਾਲ ਚੇਂਜ ਹੁੰਦੀਆਂ ਨੇ, ਕਦੀ ਕੋਈ ਤਰੀਕ ਨੂੰ ਗੁਰਪੁਰਬ ਆ ਜਾਂਦਾ, ਕਦੀ ਕੋਈ ਤਰੀਕ ਨੂੰ ਆ ਜਾਂਦਾ, ਤੇ ਹਾਸੋ ਹੀ ਨਾ, ਮਤਲਬ ਪੰਜਾਬੀ ਚ ਕਹੀਏ ਆਪਾਂ ਇੱਕ ਮਜ਼ਾਕ ਦੇ ਪਾਤਰ ਬਣ ਕੇ ਰਹਿ ਗਏ। ਜਦੋਂ ਇਹ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ ਤਾਂ ਸਾਰਿਆਂ ਦੇ ਚਿਹਰੇ ਤੇ ਬੜੀ ਖੁਸ਼ੀ ਸੀ, ਬੜੀ ਰੌਣਕ ਸੀ ਵੀ ਸ਼ੁਕਰ ਹੈ ਸਾਡੀਆਂ ਕੋਈ ਡੇਟਾਂ ਨਿਸ਼ਚਿਤ ਹੋਈਆਂ ਨੇ। ਨਾਲੇ ਇਹ 'ਚ ਸਮੱਸਿਆ ਕੀ ਹੈ? ਸਭ ਤੋਂ ਵੱਡੀ ਗੱਲ ਇਹ ਹੈ, ਜੇ ਕ੍ਰਿਸ਼ਨਾ ਦਾ ਉਹ ਕ੍ਰਿਸਮਸ ਡੇ 25 ਦਸੰਬਰ ਨੂੰ ਹਰ ਸਾਲ ਆਉਂਦਾ ਹੈ, ਉਹ 26 ਨਹੀਂ ਕਰਦੇ, ਕਦੀ 24 ਨਹੀਂ ਕਰਦੇ, 10-5 ਦਿਨ ਅੱਗੇ ਪਿੱਛੇ ਹੋਣਾ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਉਹ ਇੱਕ ਦਿਨ ਵੀ ਅੱਗਾ ਪਿਛਾ ਨਹੀਂ ਕਰਦੇ, ਵੀ ਉਹ ਪਤਾ ਹੀ ਹੈ ਉਹਨਾਂ ਨੂੰ ਵੀ ਜੇ 21 ਚ 25 ਨੂੰ ਆਇਆ ਤੇ 22 ਚ ਵੀ 25 ਨੂੰ ਹੀ ਹੈ। ਜੇ ਇੱਕ ਦਿਨ ਤੈਅ ਹੋਇਆ ਤੇ ਇਹਦੇ ਵਿੱਚ ਸਮੱਸਿਆ ਕੀ ਹੈ? ਜਦੋਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ, ਸਭ ਤੋਂ ਪਹਿਲਾਂ ਬਿਆਨ ਆਇਆ ਸੀ RSS ਦੇ ਮੁਖੀ ਦਾ ਕਿ ਸਾਨੂੰ ਇਹ ਕੈਲੰਡਰ ਪ੍ਰਵਾਨ ਨਹੀਂ। ਕਿੱਡੀ ਹਾਸੋ ਹੋਣੀ ਸਥਿਤੀ ਹੈ ਵੀ ਕੈਲੰਡਰ ਸਾਡਾ, ਅੱਗੇ ਹੁਣ ਤੁਸੀਂ ਬੋਲਦੇ ਹੋ ਪ੍ਰਵਾਨ RSS ਦੇ, ਬੋਲੋ ਭਾਈ, ਮੁਖੀ ਨੂੰ ਨਹੀਂ ਹੈਗਾ। ਇਹਦਾ ਅਰਥ ਕਿੱਥੋਂ ਤੱਕ ਉਹ ਗੁਰਦੁਆਰਿਆਂ ਵਿੱਚ ਘੁਸਪੈਠ ਕਰ ਚੁੱਕੀ ਹੈ। ਅਸੀਂ ਬਸ ਲੰਗਰ ਬਣਾਉਣ ਤੱਕ, ਲੰਗਰ ਪਕਾਉਣ ਤੱਕ, ਖੜਤਾਲਾਂ ਖੜਕਾਉਣ ਤੱਕ ਹੀ ਸੀਮਿਤ ਰਹਿ ਗਏ। ਅਸੀਂ ਵੇਖਿਆ ਨਹੀਂ ਵੀ ਕਿੱਦਾਂ ਉਹਨਾਂ ਨੇ ਘੁਸਪੈਠ ਕੀਤੀ। ਤੇ ਇਹ ਟਾਵੀਆਂ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਬਾਗੀ ਸੁਰ ਲੈ ਕੇ ਇਹ ਡਟ ਕੇ ਮੁਕਾਬਲਾ ਕਰ ਰਹੀਆਂ ਨੇ। ਅਜੇ ਸਾਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ। ਵੇਖੋ ਜੀ, ਇਹ ਅਕਾਲ ਤਖਤ ਤੇ ਉਹਨਾਂ ਨੂੰ ਅੱਗੇ ਜਵਾਬ ਦਿਆ ਕਰੋ। ਆ ਜਿਹੜਾ ਅਸੀਂ ਮਨਾ ਰਹੇ ਹਾਂ ਵੀ 2003 ਚ ਅਕਾਲ ਤਖਤ ਤੋਂ ਹੀ ਪ੍ਰਵਾਨ ਹੋਇਆ ਸੀ, ਅਸੀਂ ਕੋਈ ਵੱਖਰਾ ਨਹੀਂ ਮਨਾ ਰਹੇ। ਇੱਕ RSS ਦੇ ਮੁਖੀ ਦਾ ਬਿਆਨ ਆਇਆ ਤੇ ਦੂਜੇ ਡੇਰੇਦਾਰਾਂ ਨੂੰ ਕਦੀ ਪ੍ਰਵਾਨ ਨਹੀਂ ਹੋਇਆ ਇਹ ਕੈਲੰਡਰ। ਕਿਉਂ ਨਹੀਂ ਪ੍ਰਵਾਨ ਹੋਇਆ? ਕਿਉਂਕਿ ਡੇਰੇ ਚੱਲਦੇ ਹੀ ਮੱਸਿਆ ਨਾਲ ਆ, ਪੁੰਨਿਆ ਨਾਲ ਆ। ਉੱਥੇ ਤੇ ਇੰਨੀਆਂ ਮੱਸਿਆ ਨਾ ਜੋ ਆਹ ਲੈ ਜਾਓ, ਇੱਥੇ ਪੂਰਨਮਾਸੀ ਤੇ ਇੰਨੇ ਇਸ਼ਨਾਨ ਕਰ ਜਾਓ, ਆਹ ਲੈ ਜਾਓ, ਇੱਥੇ ਇੰਨੀਆਂ ਸੰਗਰਾਂਦਾਂ, ਉਹ ਤੁਹਾਨੂੰ ਆਹ ਮਿਲ ਜਾਊ। ਉਹ ਤੇ ਚੱਲਦਾ ਹੀ। ਜੇ ਉਹ ਚੀਜ਼ਾਂ ਕਲੀਅਰ ਲਾਗੂ ਕਰ ਦੇਣ, ਭਾਵੇਂ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੀ ਗੱਲ ਹੈ, ਉਹ ਵੀ ਡੇਰੇਦਾਰਾਂ ਨੂੰ ਪ੍ਰਵਾਨ ਨਹੀਂ ਹੋਈ, ਨਾ ਉਹਨਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਹੋਇਆ। ਕਿਉਂਕਿ ਜੋ ਇਹ ਚੀਜ਼ਾਂ ਪ੍ਰਵਾਨ ਕਰਦੇ ਨੇ ਤੇ ਉਹ ਖਤਮ ਹੁੰਦੇ ਨੇ, ਉਹ ਅਗਲੇ ਆਪਣੀ ਹੋਂਦ ਖਤਮ ਨਹੀਂ ਹੋਣ ਦੇਣਾ ਚਾਹਣਗੇ। ਨਾਲੇ ਉਹ ਚਾਹਣਗੇ ਨਹੀਂ ਕਦੀ ਵੀ ਕੌਮ ਸਾਰੀ ਇਕੱਠੀ ਹੋ ਜਾਏ। ਪਰਿਵਾਰਾਂ 'ਚ ਕਦੀ ਨੋਟ ਕਰਿਆ, ਜਦੋਂ 4 ਭਰਾ 2 ਭਰਾ ਇਕੱਠੇ ਹੋ ਕੇ ਬੈਠਦੇ ਨੇ, ਕਈ ਵਾਰੀ ਸਾਡੇ ਬਹੁਤੇ ਨਿਕਟ ਵਰਤੀਆਂ ਨੂੰ ਸਾਡਾ ਇਕੱਠਾ ਬੈਠਣਾ, ਬੋਲੋ ਜੀ, ਚੰਗਾ ਨਹੀਂ ਲੱਗਦਾ। ਉਦੋਂ ਉਹਨਾਂ ਨੂੰ ਤਕਲੀਫ ਹੁੰਦੀ ਹੈ ਜਦੋਂ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਾਂ। ਜਦੋਂ ਸਾਡੇ ਘਰ 'ਚ ਲੜਾਈ ਪੈਂਦੀ ਹੈ, ਸਾਨੂੰ ਲੱਗਦਾ ਹੁੰਦਾ ਵੀ ਇਹਨੂੰ ਵੀ ਦੁੱਖ ਹੋਣਾ। ਅਸੀਂ ਮੂੰਹ ਜਾ ਢਿੱਲਾ ਕਰਕੇ ਜਦੋਂ ਜਾ ਕੇ ਉਹਨਾਂ ਕੋਲ ਦੁੱਖ ਸਾਂਝਾ ਕਰਦੇ ਹਾਂ, ਬਲਕਿ ਉਹਨਾਂ ਦੇ ਅੰਦਰ ਤਾਂ ਲੱਡੂ ਫੁੱਟ ਰਹੇ ਹੁੰਦੇ ਵੀ ਸ਼ੁਕਰ ਹੋਇਆ ਵੀ ਤੁਸੀਂ ਵੀ ਸਾਡੇ ਵਰਗੇ ਹੋਏ। ਸਿੱਖ ਕੌਮ ਨਾਲ ਵੀ ਇਦਾਂ ਹੋ ਰਿਹਾ। ਜੇ ਆਪਾਂ ਇਕੱਠੇ ਹੋਵਾਂਗੇ ਤਾਂ ਬਹੁਤ ਕੁਝ ਸਾਂਝਾ ਹੋ ਸਕਦਾ। ਗੁਰੂ ਬਖਸ਼ਿਸ਼ ਕਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ 5 ਜਨਵਰੀ ਹੈ, 23 ਪੋਹ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਆਓ ਰਲ ਕੇ ਗੁਰੂ ਸ਼ਬਦ ਗੁਰਬਾਣੀ ਦੀਆਂ ਵਿਚਾਰਾਂ ਨਾਲ ਸਾਂਝ ਪਾਈਏ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਸੂਹੀ ਰਾਗ ਵਿੱਚ ਉਚਾਰਨ ਕੀਤਾ ਆਪਾਂ, ਨਾਲੇ ਸ਼ਬਦ ਪੜ੍ਹਿਆ, ਨਾਲੇ ਆਪਾਂ ਬਾਣੀ ਦੀ ਵਿਚਾਰ ਕਰਨੀ ਹੈ ਤੇ ਨਾਲੇ ਕੁਝ ਇਤਿਹਾਸਕ ਨੁਕਤੇ ਸਾਂਝੇ ਕਰਨੇ ਨੇ। ਮੇਰੇ ਤੋਂ ਪਹਿਲਾਂ ਬਹੁਤ ਪਿਆਰੇ ਬੱਚੇ ਬੱਚੀਆਂ
ਤੁਹਾਨੂੰ ਕਵਿਤਾਵਾਂ ਕੀਰਤਨ ਲੈਕਚਰ ਸੁਣਾ ਕੇ ਗਏ ਨੇ। ਇਹ ਬੜੀ ਵਧੀਆ ਗੱਲ ਹੈ। ਇਹ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਬਹੁਤ ਚੰਗਾ ਪ੍ਰੋਗਰਾਮ ਹੈ। ਜਦੋਂ ਬੱਚਿਆਂ ਨੂੰ ਤੁਸੀਂ ਇਦਾਂ ਉਤਸ਼ਾਹਿਤ ਕਰਦੇ ਹੋ ਤੇ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ। ਇਹਦਾ ਮਤਲਬ ਅਸੀਂ ਚੰਗੇ ਲਾਈਨ ਤੇ ਜਾ ਰਹੇ ਹਾਂ। ਜਦੋਂ ਤੁਸੀਂ ਕਿਸੇ ਗਲਤ ਚੀਜ਼ ਨੂੰ ਪ੍ਰਮੋਟ ਕਰਨਾ ਤੇ ਬੱਚੇ ਨੇ ਕਹਿਣਾ ਤਾਂ ਮਤਲਬ ਮੈਂ ਸਹੀ ਰਸਤੇ ਜਾ ਰਿਹਾ। ਇੱਕ ਚੀਜ਼ ਦਾ ਚੇਤਾ ਰੱਖਿਓ, ਹਮੇਸ਼ਾ ਚੰਗਿਆਈ ਬੀਜਣੀ ਪੈਂਦੀ ਹੈ, ਬੁਰਾਈ ਬੀਜਣ ਦੀ ਲੋੜ ਨਹੀਂ। ਕੱਪੜੇ ਧੋ ਕੇ ਗਾਲ 'ਚ ਪਾਏ ਨੇ, ਗੰਦੇ ਕਰਨ ਦੀ ਲੋੜ ਥੋੜਾ, ਗੰਦੇ ਤੇ ਆਪਣੇ ਆਪ ਹੀ ਹੋ ਜਾਣੇ ਨੇ। ਰਸੋਈ ਦੇ ਵਿੱਚ ਕਿਚਨ 'ਚ ਆਪਾਂ ਬਰਤਨ ਸਾਫ਼ ਕਰਕੇ ਰੱਖਦੇ ਹਾਂ, ਗੰਦੇ ਕਰਨ ਦੀ ਲੋੜ ਥੋੜਾ ਪੈਂਦੀ ਹੈ। ਗੰਦੇ ਤੇ 4 ਜਾਣੇ ਰੋਟੀ ਖਾਧੀ, ਆਪਣੇ ਆਪ ਹੀ ਮੈਲੇ ਹੋ ਜਾਣੇ, ਫੇਰ ਸਾਫ਼ ਕਰਨੇ ਪੈਣੇ ਨੇ। ਘਰ ਸਾਫ਼ ਕਰਨਾ ਪੈਂਦਾ, ਘਰ ਨੂੰ ਗੰਦਾ ਕਰਨ ਦੀ ਵੀ ਲੋੜ ਪੈਂਦੀ ਵੀ ਆਓ 4 ਜੀ ਰਲ ਕੇ ਆਪਾਂ ਘਰ ਗੰਦਾ ਕਰੀਏ। ਘਰ ਗੰਦਾ ਆਪਣੇ ਆਪ ਹੋ ਜਾਣਾ ਹੈ। ਸਾਫ਼ ਕਰ ਲਈ ਕਹਿਣਾ ਆਓ ਅੱਜ ਸੰਡੇ ਆ, ਬੱਚੇ ਵੀ ਘਰ ਆ, ਆਓ ਖਿੜਕੀਆਂ ਦਰਵਾਜ਼ੇ ਸਾਫ਼ ਕਰ ਲਈ, ਆਓ ਜਾੜਾ ਲਾ ਲਈਏ। ਗੱਡੀ ਧੋਣ ਲਈ, ਗੱਡੀ ਸਾਫ਼ ਕਰ ਲਈ ਕਹਿਣਾ ਪੈਣਾ ਕਿਸੇ ਨੂੰ। ਕਾਰ ਵਾਸ਼ ਬਣੇ ਨੇ, ਸਾਫ਼ ਕਰਨ ਦੀ ਲੋੜ ਆ ਕਿ ਗੱਡੀ ਨੂੰ ਗੰਦੀ ਕਰਨ ਦੀ ਲੋੜ ਵੀ ਹੈਗੀ ਆ। ਬਾਰਿਸ਼ ਵਿੱਚ ਤਾਂ ਮੇਰੇ ਕਹਿਣ ਦੀ ਵੀ ਲੋੜ ਨਹੀਂ, ਤੁਸੀਂ ਹੁਣੇ ਧਵਾ ਕੇ ਨਿਕਲੋ ਤੇ 2 ਮਿੰਟਾਂ ਦੀ ਖੇਡ ਹੈ। ਕਿਸਾਨੀ ਕਿਤੇ ਨਾ ਤੁਹਾਡੇ 'ਚ ਕੋਈ ਵੀਰ ਬੈਠਾ ਸੰਗਤ ਵਿੱਚ ਸੁਣਦਾ ਹੋਵੇ, ਉਹਨੂੰ ਗੱਲ ਛੇਤੀ ਸਮਝ ਆਉਣੀ ਹੈ। ਜਦੋਂ ਨਵੇਂ ਸੋਧੇ ਹੋਏ ਬੀਜ ਆਉਂਦੇ ਆ ਨਾ, ਕਣਕ ਦੇ ਵੀ ਬੀਜ ਆਉਂਦੇ ਰਹਿੰਦੇ ਆ, ਝੋਨੇ ਦੇ ਵੀ ਨਵੇਂ ਬੀਜ ਆਉਂਦੇ ਰਹਿੰਦੇ ਆ, ਜਿਨ੍ਹਾਂ ਤੇ ਰਿਸਰਚ ਹੁੰਦੀ ਆ ਵੀ ਆਹ ਬੀਜ ਜ਼ਿਆਦੀ ਫਸਲ ਹੋਏਗੀ, ਕਿਸਾਨ ਨੂੰ 4 ਮਣ ਦਾਣੇ ਵੱਧ ਮਿਲਣਗੇ, ਮੁਨਾਫਾ ਹੋਏਗਾ। ਉਹ ਜਦੋਂ ਰਿਸਰਚ ਕਰਦੇ ਆ, ਉਹ ਫਿਰ ਨਵਾਂ ਬੀਜ ਕੱਢਦੇ ਆ। ਉਹ ਆਮ ਕਣਕ ਨਾਲੋਂ ਮਹਿੰਗਾ ਹੁੰਦਾ। ਜਦੋਂ ਬੀਜ ਲਿਆ ਕੇ ਕਿਸਾਨ ਆਪਣੀ ਜ਼ਮੀਨ 'ਚ ਪਾਉਂਦਾ, ਹੁਣ ਉਹ ਬੀਜ ਨਾਲੋਂ ਵੱਧ ਕਈ ਵਾਰੀ ਨਦੀਨ ਉਗਦਾ, ਵਿੱਚ ਘਾਹ ਉਗ ਪੈਂਦਾ, ਜਿਹੜੀਆਂ ਬਾਕੀ ਚੀਜ਼ਾਂ ਵਿੱਚ ਉਗ ਪੈਂਦੀਆਂ, ਨਦੀਨ ਉਗ ਪੈਂਦਾ। ਹੁਣ ਨਦੀਨ ਥੋੜਾ ਕਿਸਾਨ ਨੇ ਲਿਆ ਕੇ ਪਾਇਆ ਵਿੱਚ, ਨਦੀਨ ਜ਼ਮੀਨ ਦੇ ਵਿੱਚ ਪਹਿਲਾਂ ਹੀ ਆ। ਤੁਹਾਨੂੰ ਆਪਣੇ ਬੱਚੇ ਨੂੰ ਸੱਚ ਬੋਲਣ ਦਾ ਅਭਿਆਸ ਕਰਾਉਣਾ ਪੈਣਾ ਹੈ। ਚੰਗਾ ਇਨਸਾਨ ਬਣਾਉਣ ਲਈ ਉਹਨੂੰ ਚੰਗੀ ਸਿੱਖਿਆ ਦੇਣ ਦੀ ਲੋੜ ਹੈ। ਝੂਠ ਬੋਲਣ ਦੀ ਸਿੱਖਿਆ ਦੇਣ ਦੀ ਲੋੜ ਥੋੜਾ, ਉਹ ਤੇ ਉਹਨੇ ਸਾਡੇ ਸਮਾਜ ਵਿੱਚੋਂ ਆਪਣੇ ਆਪ ਹੀ ਸਿੱਖ ਲੈਣਾ ਵੀ ਏਦਾਂ ਮਾਂ, ਏਦਾਂ ਪਿਤਾ, ਏਦਾਂ ਦਾਦਾ ਦਾਦੀ। ਇਹਦਾ ਅਰਥ ਸਾਨੂੰ ਇੱਕ ਕੰਮ ਕਰਨਾ ਪੈਣਾ, ਚੰਗਿਆਈ, ਸਚਾਈ। ਇਹ ਬੀਜ ਬੀਜਣਾ ਬਹੁਤ ਜ਼ਰੂਰੀ ਹੈ। 4 ਪੈਸੇ ਬੱਚੇ ਨੂੰ ਭਾਵੇਂ ਘੱਟ ਕਮਾ ਕੇ ਦੇ ਦਿਓ, ਪਰ ਉਹਨੂੰ ਇਹ ਦੱਸ ਦਿਓ ਵੀ ਚੰਗਾ ਇਨਸਾਨ ਕਿਵੇਂ ਬਣਨਾ। ਪੈਸੇ ਤਾਂ ਉਹਨੇ ਕਮਾ ਲੈਣੇ ਨੇ, ਜ਼ਿੰਦਗੀ 'ਚ ਬਹੁਤ ਕੁਝ ਸਿੱਖ ਲੈਣਾ ਉਹਨੇ। ਅੱਜ ਕੱਲ੍ਹ ਤਾਂ ਕਈ ਵਾਰੀ ਬਾਪ ਕੋਲੋਂ ਬਿਜ਼ਨਸ ਨਹੀਂ ਚੱਲਦਾ, ਪੁੱਤਰ ਉਹਦੇ ਨਾਲੋਂ ਵਧੀਆ ਚਲਾ ਕੇ ਵਿਖਾ ਦਿੰਦਾ। ਅੱਜ ਕੱਲ੍ਹ ਦੀ ਜਿਹੜੀ ਅਜੋਕੀ ਪੀੜ੍ਹੀ ਹੈ, ਉਹ ਬਹੁਤ ਇੰਟੈਲੀਜੈਂਟ ਹੈ, ਸਿੱਖਿਆ ਬੜਾ ਉਹਨਾਂ ਨੇ ਕੁਝ। ਪਰ ਜਿੱਥੇ ਅਸੀਂ ਮਾਰ ਖਾਧੀ, ਜਿੱਥੇ ਅਸੀਂ ਫੇਲ ਹੋਏ ਹਾਂ, ਉਹ ਇੱਥੇ ਹੋਏ ਹਾਂ ਕਿ ਜਿਸ ਮਹਾਨ ਸਤਿਗੁਰ ਦਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਹਨਾਂ ਦੇ 4 ਸਾਹਿਬਜ਼ਾਦਿਆਂ ਦੀ ਦੁਨੀਆ ਤੇ ਕੋਈ ਮਿਸਾਲ ਨਹੀਂ ਮਿਲਦੀ। ਕਿ 7 ਸਾਲ 9 ਸਾਲ 12 ਸਾਲ 14 ਸਾਲ ਇਦਾਂ ਦੀ ਸਿਆਣਪ ਤੁਹਾਨੂੰ 70 80 90 ਸਾਲ ਦੇ ਵਿਅਕਤੀ 'ਚ ਲੱਭਣੀ ਵੀ ਮੁਸ਼ਕਿਲ ਹੋ ਜੂ, ਜਿਹੜੀ ਭਰਿਆਂ ਦਰਬਾਰਾਂ ਵਿੱਚ ਵੀ ਸਿਰ ਉੱਚਾ ਚੁੱਕ ਕੇ ਅਣਖ ਗੈਰਤ ਸਵੈਮਾਨ ਨਾਲ ਸਾਨੂੰ ਜੀਵਨ ਜਿਉਣ ਦੀ ਪ੍ਰੇਰਨਾ ਬਖਸ਼ਿਸ਼ ਕਰਦੀ। ਆਓ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਬੜੇ ਅਦਬ ਨਾਲ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੇਨਤੀ ਹੈ, ਰਲ ਕੇ ਇੱਕ ਵਾਰੀ ਸ਼ਬਦ ਦੀਆਂ ਤੁਕਾਂ ਦਾ ਪਾਠ ਕਰ ਲਈਏ, ਫਿਰ ਆਪਾਂ ਰਲ ਕੇ ਗੁਰਬਾਣੀ ਇਤਿਹਾਸਕ ਵਿਚਾਰਾਂ ਸਾਂਝੀਆਂ ਕਰਾਂਗੇ। ਸਾਰੀ ਸੰਗਤ ਬੜੇ ਪਿਆਰ ਨਾਲ ਹਾਜ਼ਰੀ ਲਵਾਓ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਕੋਈ ਰਸਨਾ ਇਦਾਂ ਦੀ ਨਾ ਰਵੇ ਜਿਹੜੀ ਬਾਣੀ ਨਾ ਪੜ੍ਹੇ। ਸਾਰੀ ਸੰਗਤ ਨੇ ਬੜੇ ਪਿਆਰ ਨਾਲ ਗੁਰਬਾਣੀ ਦੇ ਨਾਲ ਤੁਕਾਂ ਨੂੰ ਗਾਉਣਾ ਹੈ। ਸੰਤੋਂ ਸਾਗਰ ਪਾਰ ਉਤਰੀਐ, ਸੰਤੋਂ ਸਾਗਰ ਪਾਰ ਉਤਰੀਐ, ਸੰਤੋਂ ਸਾਗਰ ਪਾਰ ਉਤਰੀਐ, ਸੰਤੋਂ ਸਾਗਰ ਪਾਰ ਉਤਰੀਐ। जे को बचन कमावे संतन का, जे को बचन कमावे संतन का, जे को बचन कमावे संतन का, जे को बचन कमावे संतन का,
ਸੋ ਗੁਰ ਪ੍ਰਸਾਦੀ ਤਰੀਐ, ਸੋ ਗੁਰ ਪ੍ਰਸਾਦੀ ਤਰੀਐ। ਸੰਤੋਂ ਸਾਗਰ ਪਾਰ ਉਤਰੀਐ, ਸੰਤੋਂ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ, ਸੋ ਗੁਰ ਪ੍ਰਸਾਦੀ ਤਰੀਐ। ਕਰਮ ਧਰਮ ਪਾਖੰਡ ਜੋ ਦੀਸੈ, ਕਰਮ ਧਰਮ ਪਾਖੰਡ ਜੋ ਦੀਸੈ। ਕਰਮ ਧਰਮ ਪਾਖੰਡ ਜੋ ਦੀਸੈ, ਕਰਮ ਧਰਮ ਪਾਖੰਡ ਜੋ ਦੀਸੈ। ਤਿਨ ਜਮ ਜਾਗਾਤੀ ਲੂਟੈ, ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਮਕ ਸਿਮਰਤ ਜਿਤ ਸੂਟੈ, ਨਿਮਕ ਸਿਮਰਤ ਜਿਤ ਸੂਟੈ। ਸੰਤੋਂ ਸਾਗਰ ਪਾਰ ਉਤਰੀਐ, ਸੰਤੋਂ ਸਾਗਰ ਪਾਰ ਉਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ। ਸੋ ਗੁਰ ਪ੍ਰਸਾਦੀ ਤਰੀਐ, ਸੋ ਗੁਰ ਪ੍ਰਸਾਦੀ ਤਰੀਐ। ਸਾਧ ਸੰਗਤ ਜੀ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕ ਸਾਰੀ ਸੰਗਤ ਅੱਗੇ ਨਿਮਰਤਾ ਸਹਿਤ ਬੇਨਤੀ ਹੈ, ਆਪਣੇ ਮੋਬਾਈਲ ਫੋਨ ਦੀ ਰਿੰਗ ਬੰਦ ਕਰ ਲਓ ਜਿੰਨਾ ਕੁ ਸਮਾਂ ਆਪਾਂ ਗੁਰੂ ਦੀ ਗੋਦ ਵਿੱਚ ਬਹਿਣਾ। ਵੈਸੇ ਇਹ ਨਿਯਮ ਬਣਾਉਣਾ ਚਾਹੀਦਾ, ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਈਏ, ਕਿਸੇ ਦੇ ਘਰ ਵੀ ਜਾਂ ਸਮਾਗਮ ਹੋਵੇ, ਜਦੋਂ ਆਪਾਂ ਆਪਣਾ ਜੋੜਾ ਉਤਾਰੀਏ, ਉਹ ਤੋਂ ਪਹਿਲਾਂ ਹੀ ਆਪਣੇ ਮੋਬਾਈਲ ਦੀ ਰਿੰਗ ਆਫ ਕਰ ਦਿਓ। ਕਿਉਂਕਿ ਤੁਸੀਂ ਕਿਸੇ ਅਫਸਰ ਨੂੰ ਮਿਲਣ ਜਾਣਾ ਹੋਵੇ, ਪਹਿਲੀ ਗੱਲ ਤੇ ਉਹ ਮੋਬਾਈਲ ਅੰਦਰ ਜਾਣ ਨਹੀਂ ਦਿੰਦੇ, ਉਹ ਕਹਿੰਦੇ ਬਾਹਰ ਜਮ੍ਹਾਂ ਕਰਾ ਦਿਓ, ਜਾਣ ਲੱਗਿਆਂ ਲੈ ਜਾਇਓ। ਕਿਉਂਕਿ ਉਹ ਇਹ ਸਮਝਦੇ ਵੀ ਸਾਡੇ ਅਫਸਰ ਦਾ ਸਮਾਂ ਬਹੁਤ ਕੀਮਤੀ ਹੈ, ਤੁਸੀਂ ਉਹਦਾ ਸਮਾਂ ਖਰਾਬ ਨਾ ਕਰੋ। ਜਿਹੜਾ ਤੁਹਾਨੂੰ 2-4 ਮਿੰਟ ਟਾਈਮ ਮਿਲਿਆ, ਤੁਸੀਂ ਆਪਣੀ ਗੱਲ ਰੱਖੋ ਤੇ ਜਾਓ। ਮੈਂ ਕਦੀ ਕਦੀ ਸੋਚਦਾ, ਸਮਾਂ ਤੇ ਅਸੀਂ ਵੀ ਇਦਾਂ ਹੀ ਅੱਜ ਹਰ ਥਾਂ ਤੇ ਮਹਿਸੂਸ ਕਰਦੇ ਹਾਂ ਅਸੀਂ ਵੀ ਸਾਡੇ ਪ੍ਰਿੰਸੀਪਲ, ਸਾਡੇ ਉਸਤਾਦ, ਸਾਡੇ ਟੀਚਰ, ਸਾਡੇ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੋਂ ਅਸੀਂ ਕੁਝ ਸਿੱਖਣਾ ਹੈ, ਇੱਥੇ ਬਹੁਤ ਵਾਰੀ ਸਾਨੂੰ ਇਹ ਚੀਜ਼ਾਂ ਬੈਠਣ ਨਹੀਂ ਦਿੰਦੀਆਂ। ਇਹ ਸਾਧਨ ਬਣੇ ਸੀ ਮਨੁੱਖ ਦੇ ਸੁੱਖ ਵਾਸਤੇ, ਪਰ ਕਦੀ ਕਦੀ ਲੱਗਦਾ ਵੀ ਮਨੁੱਖ ਇਹਨਾਂ ਨੂੰ ਨਹੀਂ ਵਰਤ ਰਿਹਾ, ਇਹ ਮਨੁੱਖ ਨੂੰ ਵਰਤ ਰਹੇ ਨੇ। ਇਹ ਆਪਾਂ ਨੂੰ ਲੱਗਦਾ ਵੀ ਮੈਂ ਮੋਬਾਈਲ ਵਰਤ ਰਿਹਾ, ਪਰ ਵਾਸਤਵ 'ਚ ਗੱਲ ਇਹ ਹੈ ਵੀ ਮੋਬਾਈਲ ਬੰਦੇ ਨੂੰ ਵਰਤ ਰਿਹਾ, ਤੇ ਬੰਦੇ ਨੂੰ ਇਦਾਂ ਵਰਤ ਰਿਹਾ ਕਿ ਬੰਦੇ ਕੋਲ ਰੋਟੀ ਖਾਣ ਦਾ ਵੀ, ਬੋਲੋ ਸਾਰੇ ਜੀ, ਵਕਤ ਹੈ ਨਹੀਂ, ਟਾਈਮ ਹੈ ਨਹੀਂ, ਸਮਾਂ ਹੈ ਨਹੀਂ। ਅੱਜ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ। ਅੱਜ ਬੱਚਾ ਵੀ ਨਾ ਘਰਾਂ 'ਚ ਤੁਸੀਂ ਵੇਖੋ, ਜਿਹੜੇ ਬੱਚੇ ਆ ਸੰਗਤ ਵਿੱਚ ਆਣ ਕੇ ਬੜੇ ਟਿਕਾਣਾ। ਭੈਣੋ ਇੱਕ ਬੇਨਤੀ, ਸਾਰਾ ਇੱਥੇ ਅੱਗੇ ਆ ਜਾਓ, ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਵੀਰੋ ਤੁਹਾਨੂੰ ਵੀ ਬੇਨਤੀ, ਥੋੜਾ ਥੋੜਾ ਐਨੂੰ ਹੋ, ਤੁਸੀਂ ਤੁਹਾਡੇ 'ਚ ਕੋਈ ਟੀਚਰ ਲੈਣ ਦਾ ਵੀਰ ਬੈਠਾ ਹੋਵੇ, ਤੇ ਜਿਹੜੇ ਸਟੂਡੈਂਟ ਹੁੰਦੇ ਆ ਉਹ ਟੀਚਰ ਦੇ ਅੱਗੇ ਬਹਿੰਦੇ ਕਿ ਪਰਾਂ ਜਾ ਕੇ ਬਹਿੰਦੇ? ਬੋਲ ਕੇ ਦੱਸਿਓ ਭਲਾ, ਬੋਲੋ ਸਾਰੇ ਦੱਸੋ ਜੀ। ਸਾਹਮਣੇ ਬਹਿੰਦੇ ਆ ਨਾ, ਤੇ ਵਿਚਾਰਾਂ ਤੇ ਕਰਨੀਆਂ ਤੁਹਾਡੇ ਨਾਲ। ਤੁਹਾਡੇ ਵਿੱਚ ਕਈ ਮੇਰੀਆਂ ਭੈਣਾਂ ਟੀਚਰ ਹੋਣਗੀਆਂ, ਕਈ ਵੀਰ ਟੀਚਰ ਹੋਣਗੇ।
ਸਭ ਤੋਂ ਪਹਿਲਾਂ ਗੁਰਦੁਆਰੇ ਮੱਥਾ ਟੇਕ ਕੇ ਅੱਗੇੋਂ ਕਤਾਰ ਸ਼ੁਰੂ ਹੋਣੀ ਚਾਹੀਦੀ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਆਈਏ ਨਾ, ਸਭ ਤੋਂ ਪਹਿਲਾਂ ਨਮਸਕਾਰ ਕਰਕੇ ਇੱਥੋਂ ਲੈਣ ਸ਼ੁਰੂ ਹੋ ਜਾਏ। ਜਿਹੜਾ ਸਭ ਤੋਂ ਪਿੱਛੇ ਬੈਠਾ ਹੋਵੇ ਇਹ ਨਿਸ਼ਾਨੀ ਇਸ ਗੱਲ ਦੀ ਹੋਵੇ ਕਿ ਇਹ ਸਭ ਤੋਂ ਬਾਅਦ ਚ ਆਇਆ। ਠੀਕ ਹੈ ਜੀ, ਬੋਲੋ ਸਾਧ ਸੰਗਤ ਜੀ। ਹੁਣ ਤੁਸੀਂ ਸੱਦ ਮੈਨੂੰ ਲਿਆ, ਗਲਤੀ ਕਰ ਬੈਠੇ, ਸੁਣਨੀਆਂ ਪੈਣੀਆਂ ਤੁਹਾਨੂੰ। ਜਿਹੜਾ ਸਭ ਤੋਂ ਪਿੱਛੇ ਬੈਠਾ ਹੋਵੇ, ਜਦੋਂ ਮੂਵੀ ਬਣੇ ਉਹਨੂੰ ਇਸ ਗੱਲ ਦਾ ਪਤਾ ਹੋਵੇ ਕਿ ਮੈਂ ਪਿੱਛੇ ਤਾਂ ਬੈਠਾ ਵੀ ਮੈਂ ਸਭ ਤੋਂ, ਬੋਲੋ ਭੈਣੋ, ਲੇਟ ਆਇਆ। ਭੈਣੋ ਤੁਸੀਂ ਵੀ ਅੱਗੇ ਹੋ ਜਾਓ ਥੋੜਾ ਥੋੜਾ। ਆਪਾਂ ਜੇ ਘਰਾਂ 'ਚੋਂ ਸਮਾਂ ਕੱਢ ਕੇ ਆ ਗਏ ਆ ਤੇ ਆ ਜਾਓ। ਅਸੀਂ ਵੀ ਬਹੁਤ ਦੂਰੋਂ ਆਏ ਆ, 500-600 ਕਿਲੋਮੀਟਰ ਸਫ਼ਰ ਤੈਅ ਕਰਕੇ। ਆ ਜਾਓ ਭੈਣੋ, ਅੱਗੇ ਆ ਜਾਓ। ਮੇਰੀ ਬੇਨਤੀ ਹੱਥ ਜੋੜ ਕੇ ਹੁਣ ਧਿਆਨ ਨਾਲ ਸੁਣਿਓ। ਜਿਹੜਾ ਸਭ ਤੋਂ ਪਹਿਲਾਂ ਆਵੇ ਉਹ ਅੱਗੇ ਇਦਾਂ ਇੱਥੋਂ ਲੈਣ ਸ਼ੁਰੂ ਹੋ ਜਾਏ। ਮੈਂ ਹੁਣ ਦੀ ਗੱਲ ਨਹੀਂ ਕਰਦਾ, ਅਗਲੇ ਜਦੋਂ ਤੁਹਾਡਾ ਕੋਈ ਦੀਵਾਨ ਚੱਲੇ, ਗੁਰਪੁਰਬ ਹੋਵੇ, ਕੋਈ ਸਮਾਗਮ ਹੋਵੇ, ਹੁੰਦਾ ਕੀ ਆ, ਜਿਹੜਾ ਸਭ ਤੋਂ ਪਹਿਲਾਂ ਆਉਂਦਾ ਉਹ ਨੁੱਕਰ ਮਾਰ ਲੈਂਦਾ ਇੱਕ, ਤੇ ਜਿਹਨੂੰ ਵਿਚਾਰੇ ਨੂੰ ਮੁੜ ਕੇ ਪਿੱਛੇ ਪਤਾ ਵੀ ਹੁਣ ਕੋਈ ਕੰਧ ਲੱਭਣੀ ਨਹੀਂ, ਉਹ ਫਿਰ ਆਣ ਕੇ ਮਾੜੀ ਕਿਸਮਤ ਨੂੰ ਲਾਗੇ ਆਣ ਕੇ ਬਹਿਣਾ ਪੈਂਦਾ। ਸਮਝ ਆ ਜਾਂਦੀ ਵੀ ਇਹ ਬੰਦਾ ਉਹ ਆ ਜਿਹਨੂੰ ਵਿਚਾਰੇ ਨੂੰ ਕੋਈ ਕੰਧ ਢੋ ਲਾਉਣ ਲਈ। ਆ ਬਜ਼ੁਰਗ ਵੇਖ ਲਓ, ਮੇਰੇ ਪਿਤਾ ਸਮਾਨ, ਮੇਰੇ ਦਾਦਾ ਸਮਾਨ, ਜਿਨ੍ਹਾਂ ਦੀ 50-60 ਸਾਲ, ਉਹ ਰੀੜ ਦੀ ਹੱਡੀ ਸਿੱਧੀ ਕਰਕੇ ਬੈਠੇ ਆ ਭੈਣਾਂ ਮਾਵਾਂ, ਕਈ ਵੱਡੀ ਉਮਰ ਦੀਆਂ ਉਹ ਸਾਹਮਣੇ ਬੈਠੀਆਂ, ਤੇ ਕਈ ਮੇਰੀਆਂ ਨੌਜਵਾਨ ਭੈਣਾਂ ਉਹ ਢੋਲ ਲਾ ਕੇ ਬੈਠੀਆਂ। ਉਹ ਦਵਾਈ ਰੱਬ ਦੀ ਇੱਥੇ ਤੇ ਤੰਦਰੁਸਤੀ ਲੱਭੋ ਸਗੋਂ ਆਣ ਕੇ, ਸਗੋਂ ਰੀੜ ਦੀ ਹੱਡੀ ਕਰਕੇ ਇਦਾਂ ਸਿੱਧਾ ਬਹੁ। ਮਤਲਬ ਤੁਸੀਂ ਐਕਟਿਵ ਹੋ ਕੇ ਗੁਰਦੁਆਰੇ ਸਾਹਿਬ ਆਉਣਾ, ਐਨ ਸੁਚੇਤ ਹੋ ਕੇ। ਮੈਂ ਤੇ ਪਹਿਲਾਂ ਹੀ ਸ਼ੋਅ ਕਰਦਾ, ਬਾਬਾ ਮੇਰਾ ਲੱਕ ਦੁਖਦਾ, ਲੱਗਦਾ ਠੀਕ ਨਹੀਂ ਹੋਣਾ। ਗੁੱਸਾ ਨਾ ਮਨਾਇਓ, ਹਕੀਕਤ ਹੈ। ਅਸੀਂ ਸਭ ਤੋਂ ਪਹਿਲਾਂ ਗੁਰਦੁਆਰੇ, ਤੁਸੀਂ ਨੋਟ ਕਰਿਓ, ਜਿਹੜਾ ਬੱਚਾ ਬਿਲਕੁਲ ਸੁਚੇਤ ਹੋ ਕੇ ਕਲਾਸ ਵਿੱਚ ਬਹਿੰਦਾ ਨਾ, ਉਹਨੂੰ ਕਿਸੇ ਦੀ ਟਿਊਸ਼ਨ ਰੱਖਣ ਦੀ ਲੋੜ ਨਹੀਂ ਪੈਂਦੀ। ਉਹ ਟੀਚਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਪੜ੍ਹਦਾ। ਜਿਹੜਾ ਸਟੂਡੈਂਟ ਇੰਟੈਲੀਜੈਂਟ ਹੁੰਦਾ ਨਾ, ਉਹ ਟੀਚਰ ਅਜੇ ਗੱਲ ਅੱਧੀ ਕਹਿ ਰਿਹਾ ਤੇ ਸਟੂਡੈਂਟ ਗੱਲ ਕੈਚ ਕਰ ਰਿਹਾ ਵੀ ਇਹ ਗੱਲ ਕਿਹੜੀ ਕਿਤਾਬ 'ਚੋਂ ਕਿੱਥੋਂ ਪੜ੍ਹ ਕੇ ਗੱਲ ਕਰ ਰਿਹਾ। ਸਾਡੇ ਹੁਕਮਨਾਮੇ ਵੀ ਹੋ ਜਾਂਦੇ ਆ, ਕੀਰਤਨ ਵੀ ਹੋ ਜਾਂਦੇ ਆ, ਪਾਠ ਵੀ ਹੋ ਜਾਂਦੇ ਆ, ਤੇ ਸਮੱਸਿਆ ਇੱਥੇ ਖੜੀ ਹੁੰਦੀ ਹੈ ਵੀ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਕੀ ਹੈ। ਹੁਣ ਗੱਲਾਂ 3-4 ਚੇਤੇ ਰੱਖਿਓ। ਪਹਿਲਾ ਸ਼ਬਦ ਪੜ੍ਹਿਆ ਆਪਾਂ ਗੁਰੂ ਪੰਜਵੇਂ ਪਾਤਸ਼ਾਹ ਦਾ, ਇਹ ਚੇਤਾ ਰਹਿਣਾ ਚਾਹੀਦਾ ਕਿ ਸ਼ਬਦ ਪੜ੍ਹਿਆ ਆਪਾਂ ਧੰਨ ਗੁਰੂ, ਸਾਰੇ ਬੋਲੋ ਜੀ, ਪੰਜਵੇਂ ਪਾਤਸ਼ਾਹ ਜੀ ਦਾ, ਧੰਨ ਗੁਰੂ ਅਰਜਨ ਸਾਹਿਬ ਜੀ ਦਾ। ਰਾਗ ਹੈ ਸੂਹੀ, ਅੰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ 747 ਤੋਂ ਸ਼ੁਰੂ ਹੋ ਕੇ 48 ਤੇ ਸਮਾਪਤ ਹੁੰਦਾ। ਇਹ 3 ਚੀਜ਼ਾਂ ਚੇਤੇ ਰਹਿਣਗੀਆਂ ਜੀ। ਇਹ ਮੈਂ ਤਾਂ ਕਹਿ ਰਿਹਾ ਵੀ ਜਦੋਂ ਤੁਸੀਂ ਘਰ ਜਾਓ, ਜਿਹੜੇ ਤੁਹਾਡੇ ਘਰ ਮੈਂਬਰ ਰਹਿ ਗਏ, ਉਹ ਪੁੱਛਣਾ ਅੱਜ ਕਥਾ ਕਾਹਦੀ ਹੋਈ। ਤੁਸੀਂ 2-4 ਗੱਲਾਂ ਵੀ ਘਰ ਤੱਕ ਨਾਲ ਲੈ ਗਏ ਤੇ ਅਗਲੇ ਕਹਿਣਗੇ ਤੇਰਾ ਜਾਣ ਦਾ ਕੋਈ ਨਾ ਕੋਈ ਤਾਂ, ਬੋਲੋ ਜੀ। ਆਪਾਂ ਆਪਣੀ ਧੀ ਨੂੰ ਤੇ ਪੁੱਤ ਨੂੰ ਪੁੱਛਦੇ ਆ ਨਾ, ਅੱਜ ਮੇਰਾ ਪੁੱਤਰ ਪੜ੍ਹ ਕੇ ਆਇਆ, ਮੇਰੀ ਧੀ ਪੜ੍ਹ ਕੇ, ਮੈਨੂੰ ਹੋਮਵਰਕ ਦੱਸ ਕੀ ਮਿਲਿਆ, ਕਲਾਸ 'ਚ ਕੀ ਪੜ੍ਹ ਕੇ, ਪੁੱਛਦੇ ਆ ਨਾ, ਬੋਲੋ ਭੈਣੋ, ਪੁੱਛਦੇ ਆ ਕਿ ਨਹੀਂ ਪੁੱਛਦੇ ਜੀ। ਹੁਣ ਮੈਂ ਬੱਚਿਆਂ ਨੂੰ ਕਹਿਣਾ ਹੁੰਦਾ ਵੀ ਜਦੋਂ ਤੁਹਾਡੇ ਮੰਮੀ ਡੈਡੀ ਗੁਰਦੁਆਰੇ ਹੋਣ, ਤੁਸੀਂ ਵੀ ਉਹਨਾਂ ਨੂੰ ਪੁੱਛਿਆ ਕਰੋ। ਇਹ ਵੀ ਤਾਂ ਸਾਡਾ ਸਕੂਲ ਹੈ। ਜਿਵੇਂ ਬੱਚਿਆਂ ਦਾ ਸਕੂਲ ਹੈ, ਗੁਰਦੁਆਰਾ ਸਿੱਖੀ ਦਾ ਸਕੂਲ ਹੈ। ਇੱਥੋਂ ਦੇ ਸਾਡੇ ਅਧਿਆਪਕ, ਇੱਥੋਂ ਦੇ ਸਾਡੇ ਟੀਚਰ, ਇੱਥੋਂ ਦੇ ਸਾਡੇ ਉਸਤਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ। ਅਸੀਂ ਇੱਥੋਂ ਜ਼ਿਆਦੀਆਂ ਗੱਲਾਂ ਨਾ ਚੇਤੇ ਰੱਖ ਕੇ ਜਾਈਏ, ਪਰ ਕੁਝ ਨਾ ਕੁਝ ਸਾਡੇ ਜ਼ਿਹਨ ਵਿੱਚ ਹੋਵੇ। ਸ਼ਬਦ ਗੁਰੂ ਪੰਜਵੇਂ ਪਾਤਸ਼ਾਹ ਦਾ ਰਾਗ ਸੂਹੀ 747 ਅੰਕ ਤੋਂ ਸ਼ਬਦ ਸ਼ੁਰੂ ਹੋ ਕੇ 48 ਤੇ ਸਮਾਪਤ ਹੁੰਦਾ ਹੈ। ਰਹਾਉ ਦਾ ਬੰਦ ਹੈ, ਸੰਤੋਂ ਸਾਗਰ ਪਾਰ ਉਤਰੀਏ। ਸੰਤ ਗੁਰੂ ਤੋਂ ਹੀ ਇਹ ਸਾਗਰ ਪਾਰ ਲੰਘਿਆ ਜਾ ਸਕਦਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋਈ ਬਚਨ ਆਪਣੇ ਗੁਰੂ ਸੰਤ ਦਾ ਕਮਾਵੇਗਾ, ਸੋ ਗੁਰ ਪ੍ਰਸਾਦੀ ਤਰੀਏ। ਹੁਣ ਧਿਆਨ ਨਾਲ ਸੁਣਿਓ। ਬੰਦਾ ਸੰਸਾਰ ਤੇ ਕਿਸੇ ਨਦੀ 'ਚ ਡੁੱਬਦਾ ਹੈ, ਕਿਸੇ ਸਮੁੰਦਰ 'ਚ ਡੁੱਬਦਾ, ਕਿਸੇ ਦਰਿਆ 'ਚ ਡੁੱਬਦਾ, ਤੇ ਕਿਉਂਕਿ ਉਹਦੇ ਵਿੱਚ ਪਾਣੀ ਹੈ। ਇਹ ਸੰਸਾਰ ਨੂੰ ਵੀ ਸਮੁੰਦਰ ਆਖਿਆ। ਇੱਥੇ ਕਿਹੜੀ ਚੀਜ਼ ਬੰਦੇ ਨੂੰ ਡੋਬਦੀ ਹੈ ਜੀ? ਜਦੋਂ ਬਾਣੀ 'ਚ ਆਖਿਆ ਵੀ ਤੂੰ ਗੁਰ ਪ੍ਰਸਾਦੀ ਤਰੀਏ, ਤੇ ਤਰਦਾ ਤੇ ਬੰਦਾ ਪਾਣੀ 'ਚ ਹੈ। ਕਿਉਂ ਸਾਧ ਸੰਗਤ ਜੀ? ਤਰਦਾ ਤੇ ਪਾਣੀ 'ਚ ਹੈ। ਇੱਥੇ ਆਖਿਆ ਗੁਰ ਪ੍ਰਸਾਦੀ ਤਰੀਏ। ਗੁਰੂ ਦੇ ਪ੍ਰਸਾਦ ਨਾਲ ਤੂੰ ਵੀ ਤਰ ਸਕਦਾ। ਸਵਾਲ ਇਹ ਪੈਦਾ ਹੁੰਦਾ, ਤਰਨ ਤੋਂ ਪਹਿਲਾਂ ਮੈਨੂੰ ਇਹ ਤੇ ਪਤਾ ਲੱਗੇ ਇੱਥੇ ਮੈਨੂੰ ਡੋਬ ਕੌਣ ਰਿਹਾ, ਇੱਥੇ ਡੁੱਬ ਕੱਚ ਰਿਹਾ ਬੰਦਾ।
ਇੱਥੇ ਡੁੱਬ ਰਿਹਾ ਹੈ। ਤਿਤ ਸਰਵਰ ਰਹਿ ਭੈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਬੋਲੋ ਪੱਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਪੂਰਾਂ ਦੇ ਪੂਰ ਇੱਥੇ ਮੋਹ ਦੇ ਚਿੱਕੜ ਵਿੱਚ, ਦਲਦਲ ਵਿੱਚ ਡੁੱਬ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਅੱਖਾਂ ਨਾਲ ਡੁੱਬਦੇ ਵੇਖੇ। ਜਿਸ ਮਹਾਨ ਸਤਿਗੁਰ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਇਹਨਾਂ ਦੇ ਜੀਵਨ ਚੋਂ ਮੋਹ ਨਹੀਂ ਮਿਲੇਗਾ, ਪਿਆਰ ਮਿਲੇਗਾ। ਮੋਹ ਔਗਣ ਹੈ, ਪਿਆਰ ਗੁਣ ਹੈ। ਚੇਤਾ ਰੱਖਿਓ, ਮੋਹ ਕੀ ਹੈ? ਅਵਗੁਣ। ਪਿਆਰ ਗੁਣ। ਪਿਆਰ 'ਚ ਬੰਦਾ ਇਦਾਂ ਕਮਾਈ ਕਰਕੇ ਘਰ ਲਿਆਉਂਦਾ, ਕਹਿੰਦਾ ਜੇ ਮੇਰੇ ਬੱਚੇ ਰੋਟੀ ਖਾਧੀ, ਮੇਰਾ ਭਰਾ ਦਾ ਬੱਚਾ ਵੀ ਖਾਵੇ। ਜੇ ਮੇਰੇ ਬੱਚੇ ਨੇ ਖਾਧੀ ਆ ਤੇ ਜਿਹੜਾ ਮੇਰਾ ਸਟਾਫ ਹੈ ਉਹ ਵੀ ਰੱਜ ਕੇ ਰੋਟੀ ਖਾਵੇ। ਪਿਆਰ 'ਚ ਇਦਾਂ ਹੁੰਦਾ। ਤੇ ਮੋਹ 'ਚ ਕੀ ਕਹਿੰਦਾ ਬੰਦਾ? ਮੋਹ 'ਚ ਕਹਿੰਦਾ ਮੇਰਾ ਬੱਚਾ ਹੀ ਚੰਗੀ ਰੋਟੀ ਖਾਵੇ, ਮੇਰਾ ਬੱਚਾ ਹੀ ਚੰਗੇ ਕੱਪੜੇ ਪਾਵੇ, ਮੇਰੇ ਬੱਚੇ ਦੀ ਕੋਠੀ ਵੱਡੀ ਹੋਵੇ, ਮੇਰੇ ਬੱਚੇ ਦਾ ਸਭ ਕੁਝ ਹੋਵੇ, ਦੁਨੀਆ ਦੀ ਮੈਨੂੰ ਕੋਈ ਪਰਵਾਹ ਨਹੀਂ। ਜਿਸ ਅਸੀਂ ਮਹਾਨ ਸਤਿਗੁਰ ਦਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਇਹਨਾਂ ਨੇ ਮੋਹ ਨੂੰ ਸਾੜਿਆ ਹੈ। ਬਾਣੀ 'ਚ ਵਾਕ ਹੈ, ਜਾਲ ਮੋਹ, ਮੋਹ ਨੂੰ ਜਾਲ ਦੇ। ਬਾਣੀ 'ਚ ਕਿਤੇ ਪਿਆਰ ਨੂੰ, ਅੱਛਾ ਜੇ ਮੋਹ ਚੰਗੀ ਚੀਜ਼ ਹੋਵੇ ਉਹਨੂੰ ਸਾੜਨ ਵਾਸਤੇ ਗੁਰੂ ਸਾਹਿਬ ਕਿਉਂ ਕਹਿਣ ਭਲਾ? ਕਿਤੇ ਬਾਣੀ 'ਚ ਪਿਆਰ ਨੂੰ ਸਾੜਨ ਵਾਸਤੇ ਵੀ ਕਿਹਾ? ਪਿਆਰ ਤੇ ਗੁਣ ਹੈ। ਸਾੜਿਆ ਉਸੇ ਚੀਜ਼ ਨੂੰ ਜਾਂਦਾ ਹੈ ਜਿਹਦੀ ਮੈਨੂੰ ਪਤਾ ਵੀ ਇਹਦੀ ਜ਼ਰੂਰਤ ਨਹੀਂ ਹੈ, ਮੇਰਾ ਨੁਕਸਾਨ ਕਰੇਗੀ। ਬਾਣੀ 'ਚ ਮੋਹ ਨੂੰ ਸਾੜਨ ਲਈ ਆਖਿਆ, ਪਿਆਰ ਨੂੰ ਸਾੜਨ ਲਈ ਨਹੀਂ ਆਖਿਆ। ਕਿਉਂਕਿ ਪਿਆਰ ਗੁਣ ਹੈ, ਮੋਹ ਬੋਲੋ ਸਾਰੇ ਔਗਣ ਹੈ। ਅੱਜ ਸੰਸਾਰ ਵਿੱਚ ਮੋਹ ਜ਼ਿਆਦਾ ਹੈ ਤੇ ਪਿਆਰ ਬੋਲੋ ਭਾਈ। ਸਾਧ ਸੰਗਤ ਜੀ, ਤੁਹਾਨੂੰ ਹੰਗਾਰਾ ਭਰਨਾ ਪੈਣਾ ਜੀ। ਇਹ ਹੰਗਾਰਾ ਇਸ ਗੱਲ ਦਾ ਸਬੂਤ ਹੁੰਦਾ ਵੀ ਤੁਸੀਂ ਗੱਲ ਸੁਣ ਰਹੇ ਜੇ। ਪੁਰਾਣੇ ਬਜ਼ੁਰਗਾਂ ਨੂੰ ਪਤਾ, ਜਦੋਂ ਪੁਰਾਣਾ ਸਮਾਂ ਹੁੰਦਾ ਸੀ, ਦਾਦੇ ਨੇ ਆਪਣੇ ਪੋਤਰੇ ਨੂੰ ਕੋਈ ਬਾਤ ਸੁਣਾਉਣੀ ਤੇ ਉਹਨੇ ਗਾੜੀ ਉਹ ਹੰਗਾਰਾ ਭਰਨਾ। ਉਹਦਾ ਮੀਨਿੰਗ ਇਹ ਹੁੰਦਾ ਸੀ ਕਿ ਮੈਂ ਜਾਗਦਾ ਵਾਂ। ਤੇ ਜਦੋਂ ਅੱਗੇ ਉਹ ਹੰਗਾਰਾ ਭਰਨਾ ਬੰਦ ਹੋ ਜਾਣਾ ਤੇ ਦਾਦੇ ਦਾਦੀ ਨੂੰ ਸਮਝ ਆ ਜਾਣੀ ਮੇਰਾ ਪੋਤਰਾ ਪੋਤਰੀ ਸੌਂ ਗਿਆ। ਸੰਗਤ ਵਿੱਚ ਵੀ ਜਦੋਂ ਕਥਾ ਕੋਈ ਕਰੇ, ਕੋਈ ਵਿਚਾਰ ਦੇਵੇ, ਤੇ ਸਾਡਾ ਫਰਜ਼ ਬਣਦਾ ਅਸੀਂ ਹੰਗਾਰਾ ਭਰੀਏ ਪੂਰਾ ਐ ਖੜਕ ਕੇ, ਪਤਾ ਲੱਗੇ ਕਿ ਅਸੀਂ ਗੱਲ ਧਿਆਨ ਨਾਲ ਸੁਣ ਰਹੇ ਹਾਂ। ਇੱਥੇ ਮੈਂ ਕਿੰਨਾ ਟਾਈਮ ਬਹਿਣਾ ਇਹ ਮਹੱਤਵਪੂਰਨ ਨਹੀਂ, ਮੈਂ ਕਿਵੇਂ ਬਹਿਣਾ, ਮੈਂ ਕਿੱਦਾਂ ਸਿੱਖਣਾ ਵਾ, ਇਹ ਮਹੱਤਵਪੂਰਨ। ਫਿਰ ਆਪਾਂ ਗੱਲ ਦੁਹਰਾਈਏ। ਆਹ ਚੇਤਾ ਘਰ ਤੱਕ ਰੱਖ ਲਿਓ। ਮੋਹ ਔਗਣ ਹੈ ਤੇ ਪਿਆਰ, ਉੱਚੀ ਬੋਲੋ ਪਿਆਰੇ। ਫਿਰ ਮੈਂ ਤਾਂ ਕਿਹਾ ਤੁਸੀਂ ਬੋਲੋਗੇ ਤੁਹਾਨੂੰ ਗੱਲ ਪੱਕ ਜੂ। ਜਦੋਂ ਤੱਕ ਤੁਸੀਂ ਗੱਲ ਖੁਦ ਨਹੀਂ ਬੋਲੋਗੇ ਤੁਹਾਨੂੰ ਪੱਕਣੀ ਨਹੀਂ ਗੱਲ, ਤੁਹਾਡੇ ਨਾਲ ਨਹੀਂ ਜਾਣੀ ਹੈ, ਇੱਥੇ ਰਹਿ ਜਾਣੀ ਹੈ, ਬਸ ਖਤਮ। ਪਿਆਰ ਗੁਣ, ਮੋਹ ਅਵਗੁਣ। ਹੁਣ ਆਪੇ ਸੋਚੋ, ਸਾਡੇ ਸਮਾਜ ਵਿੱਚ ਪਰਿਵਾਰਾਂ 'ਚ ਪਿਆਰ ਜ਼ਿਆਦਾ ਕਿ ਮੋਹ ਜ਼ਿਆਦਾ? ਆਪੇ ਸਹੀ ਸਹੀ ਇਮਾਨਦਾਰੀ ਨਾਲ ਜਵਾਬ ਦਿਓ। ਦੇਖੋ ਮੈਂ ਤਾਂ ਨਹੀਂ ਕਿਹਾ ਤੁਸੀਂ ਕੀ ਬੋਲਣਾ, ਤੁਸੀਂ ਪਿਆਰ ਵੀ ਕਹਿ ਸਕਦੇ ਸੀ, ਪਰ ਤੁਸੀਂ ਰਿਐਲਿਟੀ ਸੱਚ ਬੋਲਿਆ ਕਿ ਮੋਹ ਜ਼ਿਆਦਾ ਹੈ। ਪਿਆਰ 'ਚ ਦਰਾਣੀ ਕਹਿੰਦੀ ਜਠਾਣੀ ਦਾ ਬੱਚਾ ਵੀ ਉਹੋ ਜਿਹਾ ਖਾਣਾ ਖਾਵੇ ਜਿਹੋ ਜਿਹਾ ਮੇਰਾ ਬੱਚਾ ਖਾਂਦਾ। ਪਿਆਰ 'ਚ ਦਰਾਣੀ ਕਹਿੰਦੀ, ਜਠਾਣੀ ਕਹਿੰਦੀ ਜਿੱਦਾਂ ਦੇ ਮੇਰੇ ਬੱਚੇ ਬੱਚੀ ਨੇ ਕੱਪੜੇ ਪਾਏ, ਇਹਦਾ ਬੱਚਾ ਵੀ ਉਦਾਂ ਦੇ ਕੱਪੜੇ ਪਾਵੇ। ਪਿਆਰ 'ਚ ਇੱਕ ਭਰਾ ਕਹਿੰਦਾ ਜੇ ਮੇਰੇ ਬੱਚਿਆਂ ਨੇ ਚੰਗੇ ਕੱਪੜੇ ਪਾਏ ਆ, ਚੰਗੀ ਰੋਟੀ ਖਾਧੀ, ਮੇਰਾ ਭਰਾ ਦਾ। ਅੱਜ ਬਟਵਾਰੇ ਕਿਉਂ ਹੋ ਰਹੇ ਨੇ? ਸੋਚਿਆ ਕਦੀ? ਇੱਕੇ ਥਾਲੀ 'ਚ ਰੋਟੀ ਖਾਣ ਵਾਲੇ ਬੱਚੇ, ਇੱਕੇ ਥਾਂ ਤੇ ਰਹਿਣ ਵਾਲੇ ਬੱਚੇ ਇੱਕ ਦੂਜੇ ਨੂੰ ਵੇਖਣਾ ਪਸੰਦ ਕਿਉਂ ਨਹੀਂ ਕਰਦੇ? ਕਿਉਂਕਿ ਅਵਗੁਣ ਆ ਗਿਆ, ਗੁਣ ਨਿਕਲ ਗਏ, ਪਿਆਰ ਨਿਕਲ ਗਿਆ। ਬੋਲੋ ਜੀ, ਮੋਹ ਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਆ ਇੱਕ ਚੀਜ਼ ਚੇਤਾ ਰੱਖ ਲਓ, ਪਾਤਸ਼ਾਹ ਨੇ ਮੋਹ ਨੂੰ ਸਾੜਿਆ ਹੈ। ਜੇ ਮੋਹ ਹੁੰਦਾ ਤੇ ਚਮਕੌਰ ਸਾਹਿਬ ਦੀ ਗੜੀ ਵਿੱਚੋਂ ਜੇ ਆਪ ਨਿਕਲ ਕੇ ਗਏ, ਨਾਲ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਜਾ ਸਕਦੇ ਸੀ, ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਇਹ ਵੀ ਨਾਲ ਜਾ ਸਕਦੇ ਸੀ। ਜਾ ਸਕਦੇ ਸੀ ਨਾ? ਬੋਲੋ ਭਾਈ। ਕੋਈ ਰੋਕਣ ਵਾਲਾ ਸੀ ਉਹਨਾਂ ਨੂੰ? ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ ਸੀ ਮਹਾਰਾਜ ਨੂੰ, ਨਾਲ ਤੁਰਦੇ ਵੀ ਚਲੋ। ਪਰ ਨਾ, ਦੋਨਾਂ ਵਿੱਚੋਂ ਮੰਨ ਲਓ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ, ਜੁਝਾਰ ਸਿੰਘ ਨੂੰ ਨਾਲ ਲੈ ਜਾਂਦੇ।
पर नहीं, मोह नूं साड़ के विखाया। गुरु ग्रंथ साहिब महाराज जी दी बाणी दा वाक है, जाल मोह घस मस कर, मोह नूं साड़दे दी शाही बना ला, मत कागद अपनी मत नूं पेपर बना ला, मत कागद कर सार, भाओ कलम प्यार नूं कलम बना ला। कलम नाल लिखिया जांदा, क्यों साध संगत जी? ते कलम नाल जो लिखिया जाना ओदी शाही की आ? मोह आ। जे तू चाहना तेरा परिवार जुड़िया रहे, तेनू मोह साड़ के शाही बनानी पैनी है। शाही पुराने समय, हुण अजकल ते शाहियां कौन बनाउंदा? पुराने समय ते जिहड़े वड्डी उम्र दे बैठे मेरे पिता समान बुजुर्ग, उन्हां नूं ते पता है कि पहलां शाहियां खुद बनाईयां जांदियां सी। अजकल ते बच्चिआं नूं तुसीं जो भी स्कूल दे वास्ते पढ़न लई समान चाहीदा, पैन मंगा लो, पेंसिल मंगा लो, वो बाजारों बड़िया बनाता मिल जाना। कदी शाही हत्थीं बनाई जाती सी, फटियां पोचियां जांदियां सी, गाची लाउणी, फट्टी पोचनी, उत्ते पहलां ओनूं उहदे ते अखर लिखने, ये सारा कुछ अपने हत्थीं तैयार किया जाता सी। सतगुर ने पूरी वो एग्जाम्पल दी है, कहते जाल मोह, मोह नूं साड़ दे, जाल मोह घस मस कर, घसा के इहनूं शाही बना ला। मस कहते स्याही नूं, मत कागद अपनी मत नूं पेपर बना ला, मत कागद कर सार। हुण पेपर ते लिखिया जाना, अपनी मत ते लिख। ये तो गल क्लीयर होगी भी जो कुछ भी असीं करदे हां ये रब ने नहीं लिखिया, ये असीं खुद आप लिखदे हां। समझ आ गई प्यारिओ? जे कोई चोर बनदा है ते चोर ने अपने मत दे पेपर ते चोरी दे अखर खुद लिखे ने भी मैनूं लोको चोर कहो, मैं चोर हां। जे कोई टॉप दा अफसर बनदा है, उन्हें अपनी मत दे इस पेपर दे उत्ते ओ पेपर ओ अखर लिखे हुए ने कि जे अज उन्हें लोग सत्कार दे रहे हैं, उन्हें वो गुण अपनी जिंदगी च धारण किए हुए ने। जे अज संसार ते इक्के मां की कुख तो जन्म लैण वाले एक बच्चे नूं लोग इज्जत दिंदे ने, एक नूं लोग नफरत करते हैं, उन्होंने समझ लेना चाहिए उन्हें अपने मत दे पेपर दे उत्ते चंगे शब्द लिखे ने, मेरे को चंगे शब्द लिखे बोलो जी नहीं गए, इच किसी होर दा कसूर नहीं है। दद्दा है दोष ना देऊं किसे, सारे बोलो दद्दा है दोष ना देऊं किसे, दोष कर्मा अपने अपने कर्मां नूं दोष, जो मैं किया सो मैं दोष ना दीजै। अवर्जना दूजियां जनां नूं दूजियां लोकां नूं काहदा दोष, जो मैं कीता मैं पा लिया, जो मैं कर्म कीते ने उहदे मुताबिक रिजल्ट आ गया। खेत शरीर जो बीजे अंत खलोआ आए। जे किसान ने जमीन दे विच जिहड़ा बीज बीजिया, एक चीज चेता रखियो साध संगत, जमीन कदी झूठ नहीं बोलती। हुण जमीन विच बीज के मक्की, तुसीं उहदे लागे अरदासां करी जाओ भी इथों कणक उग सकदी है, बोल के दस्सिओ। जमीन आंदी तेरियां अरदासां नाल की होना, जो बीजिया मैं ते ओह उगावांगी। तू करी जा अरदासां। वड्डे तो वड्डिया पुग्गिया होया कोई बाबा संत ब्रह्म ज्ञानी 100 कार्ड कोई लै आओ, जिन्हों कहो भी बाबा जी तुसीं कहंदे ना मेरियां अरदासां नाल सब कुछ हुंदा, चलो असीं बीजी इत्थे मक्की है, अरदास नाल इथों कणक उगा के खा दिओ। जमीन आंदी मैं इहदी गल क्यों मन्ना बई, मैं अपना धर्म क्यों छड्डां, जो बीजिया मैं उगावांगी। फरीदा लोड़ा दाख बिजोरियां किकर बीजा जट, लोड़ा है लोड़े का अर्थ लभदा है। फरीदा लोड़ा है दाख बिजोरियां, बिजोर इलाके दियां दाखां अंगूर बहुत साइज भी छोटे आ पर मिठे आ। उम्मीद लाए आ अंगूरां दी ते बीजियां की आ, बोलो जी किकर। ते किकरां नूं साध संगत की लगदे भला, बोल के दस्सो। हुण तुसीं बीज के किकर ते किसी नूं कहो अरदास करो, इहनूं अंगूर लगन लग सकदे जी। अज साडीआं अरदासां इह आ, काम मेरे पुठे आ, मैं गुरुद्वारे दे प्रचारक ग्रंथी भाई नूं इह कहना अरदास करो घर च सुख शांति आवे। दस दो जी, नहीं हो रही अरदासां गुरुद्वारियां च।
ਤੇ ਜੇ ਅੱਗੋਂ ਗ੍ਰੰਥੀ ਪ੍ਰਚਾਰਕ ਇਹ ਕਹੇ ਕਿ ਦੱਸੋ ਜੀ ਤੁਸੀਂ ਗੁਰੂ ਨੂੰ ਕਹਿੰਦੇ ਆ ਸੁੱਖ ਸ਼ਾਂਤੀ ਦਿਓ, ਜੇ ਗੁਰੂ ਅੱਗਿਓਂ ਬੋਲ ਕੇ ਇਹ ਕਹਿ ਦੇਵੇ ਵੀ ਤੁਹਾਡੇ ਘਰ ਲੜਾਈ ਮੈਂ ਪਾਈ ਆ, ਲੜਾਈ ਪਾਈ ਤੁਹਾਡੇ ਵਧੇ ਹੋਏ ਲਾਲਚ ਨੇ। ਪਿਆਰਿਓ, ਵਧੀ ਹੋਈ ਆ ਸਾਡੀਆਂ ਵਾਸ਼ਨਾਵਾਂ ਨੇ, ਲੜਾਈ ਪਾਈ ਆ ਸਾਡੇ ਔਗੁਣਾਂ ਨੇ। ਤੁਸੀਂ ਅੱਜ ਗੁਣਾਂ ਦੇ ਧਾਰਨੀ ਹੋ ਜਾਓ, ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ, ਤੁਹਾਡਾ ਘਰ ਆਪਣੇ ਆਪ ਸਹੀ ਹੋ ਜਾਣਾ। ਅੱਜ ਸਮੱਸਿਆ ਇਹ ਆ ਵੀ ਖਾਂਡ ਖਾਂਡ ਕਹਿ ਜਬ ਜੇਬਾ ਨਾ ਸਵਾਦ ਮੀਠੋ ਆਵੇ। ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਹੋ ਜੂ, ਪਰ 4 ਦਾਣੇ ਤੁਸੀਂ ਹੱਥ ਦੀ ਤਲੀ ਤੇ ਰੱਖ ਕੇ ਮੂੰਹ 'ਚ ਫੱਕਾ ਮਾਰ ਕੇ ਨਿਗਾਹ ਲਓ, ਖੰਡ ਕਹਿਣ ਦੀ ਵੀ ਲੋੜ ਨਹੀਂ, ਬਿਨਾਂ ਕਹਿਣ ਤੋਂ ਹੀ ਮੂੰਹ ਮਿੱਠਾ ਹੋ ਜਾਣਾ। ਅੱਜ ਸਮੱਸਿਆ ਇੱਥੇ ਆ। ਜਿਸ ਮਹਾਨ ਸਤਿਗੁਰ ਦੇ, ਮੈਂ ਜ਼ਿਆਦਾ ਲੈਕਚਰ ਨਹੀਂ ਤੁਹਾਨੂੰ ਸੁਣਾਉਣਾ ਵੀ ਮੈਂ ਕੋਈ ਲੰਬਾ ਚੌੜਾ, ਸਿਰਫ ਇੱਕ ਨੁਕਤਾ ਨੋਟ ਕਰ ਲਓ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ 'ਚ ਗੁਣ ਹੈ ਪਿਆਰ, ਔਗਣ ਮੋਹ ਨਹੀਂ ਹੈਗਾ। ਇਹ ਕਿਸੇ ਗੁਰੂ ਵਿਅਕਤੀ ਕੋਲ ਵੀ ਨਹੀਂ ਹੈਗਾ। ਤੇ ਆਪਾਂ ਗੁਰੂ ਦੇ ਪੁੱਤਰ ਵਾਂ। ਆਓ ਆਪਣੇ ਘਰਾਂ ਦੇ ਵਿੱਚ ਸ਼ੁਰੂਆਤ ਕਰੋ ਇਹ ਚੀਜ਼ ਦੀ, ਘਰ ਸਵਰਗ ਬਣੇਗਾ। ਇੱਕ ਮਹੱਲੇ ਵਿੱਚ ਜੇ ਇੱਕ ਵੀ ਪੰਜਾਬੀ ਪਰਿਵਾਰ ਰਹਿੰਦਾ, ਉਹ ਤੁਹਾਨੂੰ ਪੁੱਛਣ ਆਉਣਗੇ ਤੁਸੀਂ ਕਿੱਦਾਂ ਘਰ 'ਚ ਰਹਿੰਦੇ ਹੋ, ਸਾਨੂੰ ਕੋਈ ਨੁਕਤਾ ਸਮਝਾਓ, ਤੁਸੀਂ ਕਿੱਦਾਂ ਪਰਿਵਾਰ 'ਚ, ਇਹਦਾ ਤੁਹਾਡੇ ਘਰ 'ਚ ਮਾਤਾ ਵੀ ਹੈ, ਪਿਤਾ ਵੀ ਆ, ਕੋਈ ਲੜਾਈ ਨਹੀਂ, ਝਗੜਾ ਨਹੀਂ ਤੁਹਾਡਾ। ਤੁਸੀਂ ਇਦਾਂ ਕਹੋਗੇ ਮਾੜਾ ਮੋੜ ਕੇ ਤੇ ਖੋਜੀਏ, ਪਰ ਸਾਡੇ ਘਰ ਜਾਇਦਾਦ ਦੀ ਲੜਾਈ ਨਹੀਂ ਹੈਗੀ, ਸਾਡੇ ਘਰ 'ਚ ਕੋਈ ਵੰਡ ਨੂੰ, ਜਾਇਦਾਦ ਨੂੰ ਵੰਡ ਕੇ ਕੋਈ ਲੜਾਈ ਨਹੀਂ ਹੈਗੀ। ਉਹਦਾ ਮਾੜੀ ਮੋੜ ਕਿਸੇ ਗੱਲ ਤੋਂ, ਟੋਕਰੀ 'ਚ ਭਾਂਡੇ ਪਏ ਨੇ, ਮਾੜਾ ਮੋੜ ਤੇ ਚਿਮਚੇ ਨਾਲ ਥਾਲੀ ਵੱਜ ਜਾਂਦੀ ਆ, ਖੜਾਕ ਆ ਹੀ ਜਾਂਦਾ, ਉਹ ਨੋਰਮਲ ਗੱਲ ਹੈ। ਪਰ ਸਾਡੇ ਘਰ 'ਚ ਕੋਈ ਮੇਜਰ ਲੜਾਈ ਨਹੀਂ ਹੈਗੀ ਕਿ ਤੂੰ ਮੇਰੀ ਵੱਧ ਖਾ ਗਿਆ ਜਾਇਦਾਦ, ਮੈਨੂੰ ਤੂੰ ਘੱਟ ਦਿੱਤੀ ਹੈ। ਇਹ ਸਭ ਤੋਂ ਖਤਰਨਾਕ ਹੈ। ਭਰਾਵਾਂ ਨੇ ਭਰਾਵਾਂ ਦੇ ਗਲ ਵੜ ਦਿੱਤੇ ਜਾਇਦਾਦਾਂ ਪਿੱਛੇ, ਸਕੀਆਂ ਭਰਾਵਾਂ ਨੇ ਭੈਣਾਂ ਦੇ ਘਰ ਤਬਾਹ ਕਰ ਦਿੱਤੇ ਜਾਇਦਾਦਾਂ ਪਿੱਛੇ, ਸਕੀਆਂ ਭੈਣਾਂ ਨੇ ਆਪਣੇ ਭਰਾਵਾਂ ਦੇ ਘਰ ਤਬਾਹ ਕਰ ਦਿੱਤੇ ਜਾਇਦਾਦਾਂ ਪਿੱਛੇ। ਚੁਗਰ ਦੇ ਧਿਆਨ ਮਾਰ ਕੇ ਤਾਂ ਵੇਖੋ, ਆਹ ਹੈ ਜਿਹਦੇ ਵਿੱਚ ਸੰਸਾਰ ਡੁੱਬ ਰਿਹਾ ਹੈ, ਆਹ ਹੈ ਉਹ ਭਵ ਸਾਗਰ ਜਿੱਥੇ ਦੁਨੀਆ ਗਰਕ ਹੋ ਰਹੀ ਹੈ। ਗੁਰੂ ਸਾਹਿਬ ਦੀ ਗੱਲ ਸੁਣ। ਹੁਣ ਗੁਰੂ ਸਾਹਿਬ ਦੀ ਜ਼ਿੰਦਗੀ ਤੇ ਗੁਣ ਵਾ ਵੀ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਮਤ ਨੂੰ ਪੇਪਰ ਬਣਾ ਲਾ, ਮੋਹ ਨੂੰ ਸਾੜ ਕੇ ਸਿਆਹੀ ਬਣਾ ਲਾ, ਭਾਉ ਕਲਮ, ਪਿਆਰ ਨੂੰ ਕਲਮ ਬਣਾ ਲਾ। ਕਿਆ ਗੁਰੂ ਸਾਹਿਬ ਜੀ ਨੇ ਕਾਵਰੂ 'ਚ ਬਾਣੀ ਲਿਖੀ ਆ ਨਾ। ਅਸੀਂ ਤਾਂ ਮਿੰਟਾਂ ਸਕਿੰਟਾਂ ਜੀ ਆਉਨੇ ਆ ਗੁਰਦੁਆਰੇ, ਭੋਗ ਪੈਂਦਾ, ਅਖੰਡ ਪਾਠ ਹੁੰਦਾ, ਸ਼ਬਦ ਪੜ੍ਹੇ ਜਾਂਦੇ ਆ, ਘਰ ਨੂੰ ਚਲੇ ਜਾਂਦੇ ਆ। ਇਹ ਨੁਕਤੇ ਸਮਝਣ ਵਾਲਿਆਂ ਵਿੱਚ ਇਹਨੂੰ ਮੰਥੋ, ਜਿੰਨਾ ਇਹਨੂੰ ਮੰਥੋਗੇ, ਜਿੰਨਾ ਇਹਨੂੰ ਰਿੜਕੋਗੇ, ਵਿੱਚੋਂ ਕੁਝ ਨਿਕਲੂਗਾ। ਇਹਨੂੰ ਵਿਚਾਰਨਾ ਵਾ। ਇੱਕ ਇੱਕ ਪੰਕਤੀ ਨੂੰ ਤੁਸੀਂ ਤਾਂ ਭਾਵੇਂ 2-2 ਘੰਟੇ ਬਹਿ ਕੇ ਡਿਸਕਸ ਕਰੋ। ਪਿਛਾ ਪਾਸ਼ਾ ਨੇ ਆਹ ਗੱਲ ਕਹੀ ਹੈ। ਇਹ ਹੈ ਮਨ ਟਿਕਣਾ, ਮਨ ਟਿਕਾਉਣਾ ਚੰਗੇ ਕੰਮਾਂ 'ਚ। ਇੱਕ ਦਿਨ ਮੈਨੂੰ ਵਰਕਸ਼ਾਪ ਜਾਣ ਦਾ ਮੌਕਾ ਮਿਲਿਆ, ਕੋਈ ਗੱਡੀ ਦਾ ਕੰਮ ਸੀ, ਤੇ ਮੈਨੂੰ ਇੱਕ ਵੀਰ ਆਂਦਾ, ਉੱਥੇ ਕੰਮ ਕਰਦਾ ਸੀ ਵਰਕਸ਼ਾਪ 'ਚ। ਮੈਨੂੰ ਕਹਿੰਦਾ ਜੀ ਮਨ ਕਿੱਦਾਂ ਟਿਕਾਉਣਾ ਹੈ। ਮੈਨੂੰ ਕਹਿੰਦਾ ਜੀ ਜਦੋਂ ਮੈਂ ਪਾਠ ਕਰਦਾ ਮਨ ਕਿੱਦਾਂ ਟਿਕਾਉਣਾ ਹੈ। ਮੈਂ ਕਿਹਾ ਤੁਸੀਂ ਇੱਥੇ ਵਰਕਸ਼ਾਪ 'ਚ ਕੀ ਕੰਮ ਕਰਦੇ ਹੋ। ਕਹਿੰਦਾ ਮੈਂ ਮੇਨ ਮਿਸਤਰੀ ਆ, ਮੈਂ ਸਾਰਾ ਕੁਝ ਮੇਰੇ ਨਿਗਾਹ ਥਾਂ ਹੀ ਲੰਘਦਾ। ਮੈਂ ਕਿਹਾ ਹੁਣ ਧਿਆਨ ਨਾਲ ਸੁਣਿਓ। ਮੰਨ ਲਓ ਤੁਹਾਡੇ ਕੋਲੋਂ ਬੰਦਾ ਕੋਈ ਗੱਡੀ ਲੈ ਕੇ ਆਇਆ, ਉਹਨੇ ਆਣ ਕੇ ਤੁਹਾਨੂੰ ਗੱਡੀ ਦੇਤੀ ਜੀ, ਗੱਡੀ 'ਚ ਪ੍ਰੋਬਲਮ ਹੈ। ਹੁਣ ਜਿੰਨੇ ਆਪਾਂ ਗੱਡੀਆਂ ਚਲਾਉਣ ਵਾਲੇ, ਆਪਾਂ ਗੱਡੀਆਂ ਦੇ ਵਿੱਚ ਥੋੜਾ ਵੜ ਕੇ ਵੇਖਿਆ ਨਾ, ਆਪਾਂ ਨੂੰ ਇੰਜਨ ਬਾਰੇ ਇੰਨੀ ਨੌਲੇਜ ਹੁੰਦੀ। ਆਪਾਂ ਤੋਂ ਸੈਲਫ ਮਾਰਨਾ ਆਉਂਦਾ ਤੇ ਐਕਸੀਲੇਟਰ ਨੱਪਣਾ ਆਉਂਦਾ। ਆਪਾਂ ਤੇ ਜਿਹੜਾ ਵਰਕਸ਼ਾਪ ਦਾ ਮਾਲਕ ਹੈ, ਜਿਹੜੇ ਉੱਥੇ ਫੋਰਮੈਨ ਆ, ਉਹਨਾਂ ਤੇ ਯਕੀਨ ਕਰ ਜਾਂਦੇ ਆ ਨਾ। ਮੈਂ ਕਿਹਾ ਹੁਣ ਅਗਲਾ ਚੇਅਰ ਤੇ ਬੈਠਾ ਹੈ, ਚਾਬੀ ਉਹਨੇ ਤੁਹਾਨੂੰ ਫੜਾਈ ਹੈ, ਤੁਹਾਨੂੰ ਪਤਾ ਵੀ ਇੱਥੇ ਆਹ ਪੁਰਜਾ ਪੈਣ ਵਾਲਾ ਹੈ, ਆਹ ਪਾਰਟ ਪੈਣ ਵਾਲਾ ਹੈ। ਤੁਸੀਂ ਪਾਉਣ ਲੱਗੇ ਪਾਰਟ ਨਕਲੀ ਵੀ ਹੈ ਤੇ ਪਾਰਟ ਡੁਪਲੀਕੇਟ ਵੀ ਹੈ। ਤੁਸੀਂ ਪਾਰਟ ਡੁਪਲੀਕੇਟ ਪਾ ਦਿਓ, ਪੇਮੈਂਟ ਓਰੀਜਨਲ ਦੀ ਲੈ ਲਓ, ਤੇ ਮੁੜ ਕੇ ਤੁਸੀਂ ਘਰ ਜਾ ਕਹੋ ਜੀ ਮੈਂ ਤੇ ਜੋ ਪਾਠ ਕਰਦਾ ਮੇਰਾ ਮਨ ਨਹੀਂ ਟਿਕਦਾ। ਮਨ ਇੱਥੇ ਟਿਕਾਉਣਾ ਕਿ ਜੇ ਮੈਂ ਪੇਮੈਂਟ ਉਹਦੇ ਕੋਲ ਅਸਲੀ ਦੀ ਲੈ ਰਿਹਾ, ਓਰੀਜਨਲ ਦੀ ਲੈ ਰਿਹਾ, ਤੇ ਮੇਰਾ ਫਰਜ਼ ਬਣਦਾ ਪਾਠ ਵੀ ਮੈਂ ਓਰੀਜਨਲ ਹੀ ਪਾ ਕੇ ਦੇਵਾਂ। ਜਦੋਂ ਮੈਂ ਆਪਣੇ ਕੰਮਾਂ ਵਿੱਚ ਇਮਾਨਦਾਰੀ ਲਿਆਵਾਂਗਾ ਨਾ, ਸਮਾਜ ਤਰੱਕੀ ਕਰੇਗਾ। ਬੇਈਮਾਨੀ ਹੱਡਾਂ 'ਚ ਵੜ ਚੁੱਕੀ ਹੈ। ਇਸੇ ਕਰਕੇ ਅੱਜ ਇਨਸਾਨ ਆਤਮਿਕ ਤੌਰ ਤੇ ਸਕੂਨ ਨਹੀਂ ਪ੍ਰਾਪਤ ਕਰ ਰਿਹਾ। ਘਰ ਵੀ ਬੜੇ ਵਧੀਆ, ਕੋਠੀਆਂ ਬੜੀਆਂ ਕਮਾਲ ਦੀਆਂ, ਮਾਰਬਲ ਤਰ੍ਹਾਂ ਤਰ੍ਹਾਂ ਦੇ ਲੱਗੇ ਆ, ਦਰਵਾਜ਼ੇ ਖਿੜਕੀਆਂ ਕਮਾਲ ਦੀਆਂ, ਪਰ ਚਿਹਰੇ ਤੇ ਖੁਸ਼ੀ ਹੈ ਨਹੀਂ ਬੰਦੇ ਦੀ। ਕਿਉਂ? ਕਿਉਂਕਿ ਬੰਦਾ ਹਰ ਥਾਂ ਤੇ ਦਾ ਲਾਉਣ ਨੂੰ ਫਿਰਦਾ। ਇੱਥੋਂ ਇਦਾਂ ਤੂੰ ਸਿੱਧਾ ਕਹਿ,
500 की जगह रुपया लगू 700। अगला भी कहू कि भाई जे 700 कह के समान ते असली पाया ना, पाड़ तू नकली पाता, उत्थे तेरी जान नूं रोएगा मुड़ के। इत्थे करके अज बहुत घट लोग ने जो अपना माल क्लीयर करके वेचते आ ते सही। फिर माफ करना, इहो जे वर्कशापां वाले कोई टाइम लेना पैंदा है गड्डियां वालियां नूं कि तुहाडे कोल गड्डी लैके आ रहे हो, कहता टाइम है नहीं जी, कल नूं आयो, अज दा दिन बुक आ साडा। ते जिहड़ा बंदा माल नकली पाउंदा फिर ਉਹ ਫਿਰ ਨਿੰਬੂ ਮਿਰਚਾਂ ਟੰਗਦਾ ਰਹਿੰਦਾ। ਕਿਉਂ ਸਾਧ ਸੰਗਤ ਜੀ? ਉਹ ਫੋਟੋਆਂ ਲਾ ਕੇ ਨਾ ਜਾਂ ਅਗਰਬੱਤੀ ਕਰਦਾ ਵੀ ਅੱਜ ਗਾਹਕ ਆ ਜੇ, ਏਦਾਂ ਧੂਫ ਦਿਖਾਉਂਦਾ ਰਹਿੰਦਾ। ਜਿਹਦੇ ਕੋਈ ਇਮਾਨਦਾਰੀ ਨਾ, ਉਹ ਕਹਿੰਦਾ ਮੈਂ ਧੂਫ ਨਹੀਂ ਕੋਈ ਦਿਖਾਉਣਾ। ਕਹਿੰਦਾ ਬਾਬਾ ਇਮਾਨਦਾਰੀ ਜਿੰਦਾਬਾਦ, ਮੇਰੀ ਇਮਾਨਦਾਰੀ ਮੇਰਾ ਰੱਬ ਹੈ, ਮੇਰੀ ਇਮਾਨਦਾਰੀ। ਤੁਸੀਂ ਘਰਾਂ ਵਿੱਚ ਇਮਾਨਦਾਰੀ ਲੈ ਆਓ, ਤੁਹਾਨੂੰ ਵੱਖਰਾ ਨਾਟਕ ਕਰਨ ਦੀ ਲੋੜ ਹੀ ਨਹੀਂ ਪੈਣੀ। कई कोई किसी तांत्रिक को तुरया फिरदा, कोई किसी जोशी को तुरया फिरदा, कोई किसी पांधे सियाणे को तुरया फिरदा। हुण जिहदे कम्मां च बेईमानी है वो धूफ दिखाउंदा फिरदा, सवेरे उठ के अगरबत्तियां लाउंदा फिरदा। मैं नहीं कहंदा अगरबत्तियां धूफ, वो ते वातावरण नूं साफ करनियां ओने। जे मेरे कम्मां च ईमानदारी नहीं होएगी, मैं जिंदगी च कदी तरक्की, बोलो सारे जी। गुरु नानक साहब ने सब तो वध जोर दिता धर्म की किरत ते। कत दिता बोल के दस्सिओ, बोलो जी। धर्म की किरत जो हैगा पारदर्शी। हुण धन गुरु गोबिंद सिंह सच्चे पातशाह महाराज, जिन्हां ने अपनी जिंदगी चों मोह सड़ के भाओ कलम कर चित लिखारी, मन नूं लिखारी बना ला। ते लिखारी दा जे मन टिका च ना होवे ते लिख पाउंदा जी कुछ। क्यों साध संगत जी? तुसीं इदां कोई चीज़ लिख रहे हो, हुण तुहाडे च कोई राइटर बैठा होवे वीर, उहनूं पता ਜਦੋਂ ਉਹਨੇ किताब लिखनी हुंदी कई वारी 2 वजे 3 वजे, जो पता भी घर दे सब सुत्ते आ, हुण मेरे लिखण च ना विघन नहीं पाउणा। ऐ इकागर मन हो के लिखना उहने टिका के। कई कवितावां ਜਿਹੜੇ लिखदे आ, कई वारी ਉਹ तड़के 2 वजे उठ के रात 1:30-2 वजे अख खुली उदों ही कविता ਦੀਆਂ 4 लाइनां लिखਦੀਆਂ। पता नहीं ਕਿਹੜੇ ਵੇਲੇ दिमाग 'ਚ ਕਿਹੜਾ ਪੁਆਇੰਟ आ जाना। तुरे तुरे जाते हैं तो बहुते कवि लोग लिखण वाले वो कापी पैन को डायरी अपने नाल रखते, पता नहीं किहड़े टाइम किहड़े वक्त कित्थे किहड़ी गल। वैसे मैं अक्सर बेनती करदा हुंदा, गुरुद्वारा साहब भी आओ तो साढ़े को निके निके परस होने चाहिए, उन्हां च डायरी ते पैन होना चाहिए। पता नहीं गुरुद्वारे बैठिया किहड़ा शब्द किहड़ी गल मैनूं समझ आवे ते मैं नाल नोट कर लवां। चाहिए ये असां कि असीं गुरुद्वारा साहब आइए, मैं तो कुछ लर्न कुछ सीखना, कोई नाल लैके मैसेज सुनेहा लैके जाना वा। मैनूं चेता रहे कि 2015 च मैं आह गल सीखी सी, 16 च आह सीखी सी, 17 च आह सीखी थी, 18 च मैनूं इस गल दा पता लगा सी। मैनूं ये ते पता हुंदा कि 2020 जदों गुरपुरब मनाया सी, 19 च मनाया सी, साडे वेले खीर ही मुक गई सी। साडे वेले दाल दोबारा बनाउणी पई सी। गुस्सा ना मनाओ, हुंदा कि नहीं हुंदा जी? असीं शिकायत ला के जाने कमेटी नूं भी साडे वेले ते पकौड़े मुक गए सी। जे अगे कमेटी ये कहे परचा पा दे, चलो पकौड़े दोबारा बना लेने आ, शब्द किहड़ा पढ़िया जा रहा है? सुथरे वाली गल आउंदी है ना। सुथरा गुरु हरगोबिंद साहब सच्चे पातशाह महाराज दे वेले बड़ा प्यारा सिख होया। वो मजाक मजाक च बड़ियां गल्लां कह जांदा सी भाई सुथरा। ਉਹਦੇ ਬਾਰੇ ਇਤਿਹਾਸ ਲਿਖਿਆ ਮਿਲਦਾ ਵੀ ਉਹਦੇ ਜੰਮਦੇ ਤੇ ਨਾ ਦੰਦ ਉੱਗ ਪਏ ਸੀ ਤੇ ਇਹ ਵਿਪਰ ਬੜਾ ਤੇਜ਼ ਸੀ। ਉਹਨੇ ਕਿਹਾ ਜਿਹੜੇ ਜਵਾਕ ਦੇ ਜੰਮਦੇ ਦੇ ਦੰਦ ਉੱਗੇ ਹੋਣ ਨਾ, ਉਹ ਨਾਨਕਿਆਂ ਤੇ ਦਾਦਕਿਆਂ ਲਈ ਬੜਾ ਮਾੜਾ ਹੁੰਦਾ। ਅੱਛਾ, ਉਦਾਂ ਸਾਨੂੰ ਪੁੱਤਰ ਚਾਹੀਦਾ, ਪਰ ਜੇ ਸਾਨੂੰ ਕੋਈ ਇਹ ਕਹਿ ਦੇ ਵੀ ਇਹ ਪੁੱਤਰ ਤੁਹਾਡੇ ਨਾਨਕੇ ਤੇ ਦਾਦਕਿਆਂ ਲਈ ਮਾੜਾ, ਫੇਰ ਪੁੱਤਰ ਨਹੀਂ ਚਾਹੀਦਾ। ਪਰ ਜੇ ਸਾਡੇ ਕੰਨ 'ਚ ਕੋਈ ਫੂਕ ਮਾਰ ਦੇ, ਉਹਦੇ ਬਾਰੇ ਕਹਿਤਾ ਇਹਦੇ ਜੰਮਦੇ ਦੇ ਦੰਦ ਉੱਗੇ ਆ, ਇਹ ਨਾਨਕਿਆਂ ਦਾਦਕਿਆਂ ਲਈ ਪੰਜਾਬੀ 'ਚ ਕਹੀਏ ਵੀ ਬਹੁਤ ਮਾੜਾ ਵਾ। ਉਹ ਉਹਨੂੰ ਬਲੇਟ ਕੇ ਕੱਪੜੇ 'ਚ ਬਾਹਰ ਛੱਡ ਆਏ। ਇਤਿਹਾਸ ਲਿਖਿਆ ਮਿਲਦਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾ ਰਹੇ ਸੀ। ਬਾਲਕ ਦੇ ਰੋਣ ਦੀ ਆਵਾਜ਼ ਸੁਣੀ, ਸਿੱਖਾਂ ਨੇ ਦੱਸਿਆ ਮਹਾਰਾਜ ਨੇ ਏਦਾਂ ਉਹਨੂੰ ਚੱਕਿਆ ਤੇ ਸਿੱਖਾਂ ਦੇ ਮਾਰੇ ਕੁਥਰਾ ਹੈ, ਯਾਨੀ ਕਿ ਲਿਬੜਿਆ ਕੱਪੜਾ ਮਿੱਟੀ ਨਾਲ ਲਿਬੜਿਆ ਸੀ ਤੇ ਮਾਰੇ ਹੱਸ ਕਹਿੰਦੇ ਲਿਆਓ ਇਹਨੂੰ ਆਪਾਂ ਸੁਥਰਾ ਕਰ ਦਿੰਦੇ, ਵੀ ਉਹਨੂੰ ਸਾਫ਼ ਕਰ ਦਿੰਦੇ। ਤੋ ਗੁਰੂ ਦੀ ਦੇਖ ਰੇਖ 'ਚ ਪਲਿਆ ਵੱਡਾ ਹੋਇਆ, ਤੋ ਸੰਗਤ ਵਿੱਚ ਵੀ ਨਾ ਏਦਾਂ ਸੰਗਤ ਵਿੱਚ ਵੀ ਉਹਨੇ ਹਾਸੇ 'ਚ ਗੱਲਾਂ ਗੁਰਮਤੀਆਂ ਕਹਿ ਜਾਣੀਆਂ। ਉਹ ਕਹਿੰਦੇ ਇੱਕ ਦਿਨ ਦੀਵਾਨ ਲੱਗਾ, ਕੀਰਤਨ ਹੋ ਰਿਹਾ ਸੀ, ਪਾਠ ਹੋ ਰਿਹਾ ਸੀ, ਕਥਾ ਹੋ ਰਹੀ ਸੀ ਤੇ ਸੰਗਤ ਆਪਣੇ ਆਪਣੇ ਕੰਮਾਂ 'ਚ। ਟੀਚਰ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਸਟੂਡੈਂਟ ਮੇਰੀ ਗੱਲ ਸੁਣ ਰਿਹਾ ਤੇ ਕਿਹੜਾ ਮੇਰੀ ਗੱਲ
ਤੁਸੀਂ ਬੰਦਿਆਂ 'ਚ ਨਾ ਪਰਿਵਾਰ 'ਚ ਬੈਠੇ ਗੱਲਾਂ ਕਰਦੇ ਹੋਗੇ ਨਾ, ਤੁਸੀਂ ਗੱਲ ਕਰਕੇ ਵੇਖਿਓ, ਤੁਹਾਨੂੰ ਜੱਜਮੈਂਟ ਹੋ ਜੂਗੀ ਵੀ ਅਗਲਾ ਤੁਹਾਡੀ ਗੱਲ ਸੁਣ ਰਿਹਾ ਕਿ ਨਹੀਂ ਸੁਣ ਰਿਹਾ। ਪਤਾ ਲੱਗ ਜਾਂਦਾ 1 ਮਿੰਟ 'ਚ। ਉਹ ਤੁਸੀਂ ਬੋਲੋ ਨਾ ਬੋਲੋ ਵੱਖਰੀ ਗੱਲ ਹੈ, ਤੁਸੀਂ ਗੱਲ ਕਰ ਰਹੇ ਹੋ ਛੱਤ ਵੱਲ ਵੇਖ ਰਿਹਾ, ਤੁਸੀਂ ਗੱਲ ਕਰ ਰਹੇ ਹੋ ਪਰਦੇ ਵੱਲ ਵੇਖ ਰਿਹਾ, ਤੁਸੀਂ ਗੱਲ ਕਰ ਰਹੇ ਹੋ ਅੱਖਾਂ ਤੁਹਾਡੇ ਵੱਲ ਵਾ, ਤੁਹਾਨੂੰ ਸਮਝ ਆ ਜਾਂਦੀ ਹੈ ਵੀ ਇਹ ਬੰਦਾ ਮੇਰੀ ਗੱਲ ਵੱਲ ਧਿਆਨ ਨਹੀਂ ਦੇ ਰਿਹਾ। ਸੁਥਰੇ ਨੇ ਮਜ਼ਾਕ 'ਚ ਗੱਲ ਕਹਿਤੀ, ਕੋਈ ਉਹਨੇ ਸੰਗਤ ਨੂੰ ਕੋਈ ਮਾੜੇ ਸ਼ਬਦ ਬੋਲੇ ਤੇ ਆਪ ਭੱਜ ਗਿਆ ਉਤੋਂ। ਸੰਗਤ ਇਕੱਠੀ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਚਲੇ ਗਈ। ਮਹਾਰਾਜ ਤੁਸੀਂ ਸੁਥਰੇ ਨੂੰ ਬੜਾ ਸਿਰ ਚੜਾਇਆ, ਅੱਜ ਤੇ ਹੱਦ ਹੀ ਮੁਕਾਤੀ ਉਹਨੇ, ਅੱਜ ਤੇ ਸੰਗਤ ਵਿੱਚ ਆਣ ਕੇ ਉਹਨੇ ਬੜੇ ਆਪ ਸ਼ਬਦ ਬੋਲ ਦਿੱਤੇ ਸੰਗਤ ਨੂੰ। ਮਹਾਰਾਜ ਕਹਿੰਦੇ ਲਿਆਓ ਵੀ ਸੁਥਰੇ ਨੂੰ ਫੜ ਕੇ। ਸੁਥਰਾ ਮਸਤ ਬੰਦਾ ਕਹਿ ਕੇ ਭੱਜ ਗਿਆ ਕਿਤੇ ਦੂਰ। ਉਹ 10-15 ਦਿਨ ਆਇਆ ਹੀ ਨਾ। 10-15 ਦਿਨਾਂ ਬਾਅਦ ਆਇਆ, ਦੀਵਾਨ ਉਦਾਂ ਹੀ ਚੱਲ ਰਿਹਾ ਸੀ। ਸੁਥਰਾ ਆਣ ਕੇ ਬਹਿ ਗਿਆ, ਘੁਸਰ ਮੁਸਰ ਹੋਣ ਲੱਗ ਪਈ ਵੀ ਆ ਗਿਆ ਸੁਥਰਾ, ਹੁਣ ਅੱਜ ਮਹਾਰਾਜ ਦੇ ਕੋਲ ਲੈ ਕੇ ਜਾਂਦੇ ਆ। 15 ਦਿਨ ਹੋ ਚੁੱਕੇ ਸੀ, 20 ਦਿਨ ਇਸ ਗੱਲ ਨੂੰ। ਮਹਾਰਾਜ ਦੇ ਕੋਲ ਲੈ ਕੇ ਸੁਥਰੇ ਨੂੰ, ਮਹਾਰਾਜ ਆ ਗਿਆ ਸੁਥਰਾ, ਪੁੱਛੋ ਇਹਨੂੰ ਕੀ ਕਿਹਾ ਨੇ ਸੰਗਤ ਨੂੰ। ਹਾਂ ਬਈ ਸੁਥਰਿਆ, ਪਤਾ ਲੱਗਾ ਵੀ ਤੂੰ ਸੰਗਤ ਨੂੰ ਕੋਈ ਮਾੜੇ ਸ਼ਬਦ ਬੋਲੇ ਨੇ। ਕਹਿੰਦਾ ਮਹਾਰਾਜ ਨਹੀਂ ਬੋਲੇ ਮੈਂ। ਉਹਦੇ ਮਹਾਰਾਜ ਇੱਕ ਸ਼ਬਦ ਬੋਲੇ ਕਿ ਝੂਠ ਬੋਲਦਾ। ਕਹਿੰਦਾ ਮਹਾਰਾਜ ਚਲੋ ਐਂ ਕਰੋ, ਮੈਂ ਬੋਲੇ ਨੇ, ਮੈਨੂੰ ਤਾਂ ਪਤਾ ਨਹੀਂ ਮੈਂ ਕੀ ਬੋਲੇ, ਇਹਨਾਂ ਨੂੰ ਪਤਾ ਹੋਣਾ ਮੈਂ ਕਿਹੜੇ ਬੋਲੇ ਆ। ਕਹਿੰਦੇ ਹਾਂਜੀ ਇਹਨਾਂ ਨੂੰ, ਸਾਨੂੰ ਪਤਾ ਆਹ ਸ਼ਬਦ ਬੋਲੇ ਮਾੜੇ ਨੇ। ਉਹਨੇ ਦੱਸਦਾ ਮਹਾਰਾਜ ਨੂੰ ਵੀ ਆਹ ਸ਼ਬਦ ਨੇ ਮਾੜੇ ਬੋਲੇ ਨੇ। ਕਹਿੰਦੇ ਮਹਾਰਾਜ ਚਲੋ ਇਹ ਕਹਿੰਦੇ ਆ ਵੀ ਮੈਂ ਆਹ ਸ਼ਬਦ ਬੋਲੇ, ਮੈਨੂੰ ਤਾਂ ਚੇਤਾ ਨਹੀਂ, ਚਲੋ ਇਹਨਾਂ ਨੂੰ ਇਹ ਪੁੱਛੋ ਉਦੋਂ ਸ਼ਬਦ ਕਿਹੜਾ ਪੜਿਆ ਜਾ ਰਿਹਾ ਸੀ। ਤੇ ਸਾਰੀ ਸੰਗਤ ਇੱਕ ਦਿਨ ਅਰਕਾ ਮਾਰਨਾ ਵੀ ਸ਼ਬਦ ਦਾ ਤੇ ਆਪਾਂ ਨੂੰ ਪਤਾ ਨਹੀਂ। 15 ਦਿਨ 20 ਦਿਨ ਸਮਾਂ ਬੀਤ ਗਿਆ। ਅੱਛਾ ਸ਼ਬਦ ਚੇਤਾ ਨਹੀਂ, ਪਰ ਜਿਹੜੀ ਗੱਲ ਕਹੀ ਉਹ ਚੇਤਾ ਹੈ। ਤੇ ਹੱਸ ਕੇ ਸੁਥਰਾ ਫੇਰ ਕਹਿੰਦਾ ਮਹਾਰਾਜ ਇਹ ਫਿਰ ਸਿੱਖ ਤੁਹਾਡੇ ਨਹੀਂ, ਇਹ ਸਿੱਖ ਮੇਰੇ ਆ। ਉਹਦੇ ਲਓ ਮਹਾਰਾਜ ਆ ਤੇ ਹਾਦੀ ਮੁਕਾਤੀ, ਤੁਹਾਡੇ ਸਾਹਮਣੇ ਕਹੀ ਜਾਂਦਾ ਇਹ ਸਿੱਖ ਮੇਰੇ ਆ ਤੇ ਤੁਹਾਡੇ ਸਿੱਖ ਹੈ ਹੀ ਨਹੀਂ। ਸੁਥਰੇ ਇਹ ਗੱਲ ਕਿਉਂ ਕਹੀ? ਕਹਿੰਦਾ ਮਹਾਰਾਜ ਜਿਹੜੇ ਟੀਚਰ ਦੀ, ਜਿਹੜੇ ਉਸਤਾਦ ਦੀ ਗੱਲ ਚੇਤੇ ਰੱਖਣਗੇ ਫਿਰ ਉਹਦੇ ਸਿੱਸ਼ ਹੋਏ ਨਾ, ਉਹਦੇ ਸਟੂਡੈਂਟ ਹੋਏ ਨਾ। ਤੁਹਾਡਾ ਲੈਸਨ ਚੇਤੇ ਨਹੀਂ, ਮੇਰਾ ਲੈਸਨ ਚੇਤੇ ਇਹਨਾਂ ਨੂੰ। ਉਹ ਗੱਲ ਤਾਂ ਭਾਵੇਂ ਉਹਨੇ ਮਜ਼ਾਕ ਲਹਿਜੇ 'ਚ ਕਹੀ, ਪਰ ਗੱਲ ਸਾਡੇ ਤੇ ਢੁਕਦੀ ਹੈ ਕਿ ਨਹੀਂ ਢੁਕਦੀ? ਬੋਲੋ ਪਿਆਰਿਓ। ਸਾਨੂੰ ਆਪਣੇ ਪਰਿਵਾਰਾਂ 'ਚ ਕਿਸੇ ਨੇ ਕੋਈ ਆਪ ਸ਼ਬਦ ਬੋਲਿਆ ਇਹ ਚੇਤਾ ਵਾ, ਪਰ ਸਾਡਾ ਕਿਸੇ ਨੇ ਕੁਝ ਸਵਾਰਿਆ ਇਹ ਵੀ ਚੇਤਾ। ਸਾਡਾ ਉਹਨੇ ਇੱਕ ਕੰਮ ਨਹੀਂ ਕੀਤਾ ਇਹ ਸਾਨੂੰ ਚੇਤਾ ਵਾ, ਪਰ ਜਦੋਂ ਮੈਂ ਕਿਤੇ ਕੋਈ ਮੇਰੇ ਤੇ ਬਿਪਤਾ ਪਈ ਸੀ, ਮੇਰੇ ਨਾਲ ਖਲੋਤਾ ਸੀ, ਇਹ ਕਿਉਂ ਮੈਨੂੰ ਚੇਤਾ ਪਈ? ਅੱਜ ਅਸੀਂ ਆਪਣੇ ਬੱਚਿਆਂ ਦੇ ਦਿਮਾਗ 'ਚ ਕਿੱਦਾਂ ਜ਼ਹਿਰ ਭਰਦੇ ਆ। ਸਾਡੇ ਕੋਲ ਤਾਏ ਚਾਚੇ ਭੂਆ ਫੁੱਫੜ ਰਿਸ਼ਤੇਦਾਰ ਨੇ ਮਾੜਾ ਕੀਤਾ ਹੋਵੇ, ਆਪਾਂ ਆਪਣੇ ਨਿਆਣਿਆਂ ਸਾਹਮਣੇ ਉਹਨਾਂ ਦੇ ਵਿਰੁੱਧ ਗੱਲਾਂ ਕਰਦੇ ਆ, ਤੇ ਵਿੱਚੋਂ ਨਿਆਣੇ ਕਈ ਵਾਰੀ ਬੋਲ ਹੀ ਪੈਂਦੇ ਆ ਇੰਨਾ ਵੀ ਫੁੱਫੜ ਮਾੜਾ ਨਹੀਂ, ਇੰਨੀ ਵੀ ਭੂਆ ਮਾੜੀ ਨਹੀਂ। ਤੁਹਾਡੇ ਨਾਲ ਖਲੋਂਦੇ ਵੀ ਤੇ ਹੈਗੇ ਆ ਨਾ, ਉਹ ਉਦੋਂ ਫਿਰ ਕੱਚੇ ਜਿਹੇ ਹੋ ਜਾਂਦੇ ਅੱਗੇ, ਜਾਓ ਭੱਜੋ ਇੱਥੋਂ। ਵੱਡਿਆਂ 'ਚ ਨਿਆਣੇ ਨਹੀਂ ਬਹਿੰਦੇ ਹੁੰਦੇ, ਏਦਾਂ ਹੁੰਦਾ ਕਿ ਨਹੀਂ? ਤਾਂ ਬੋਲੋ। ਕਈ ਵਾਰੀ ਤਜਰਬਾ ਕਰਕੇ ਵੇਖਿਓ, ਕਈ ਵਾਰੀ ਅਸੀਂ ਕਿਸੇ ਰਿਸ਼ਤੇਦਾਰ ਦੇ ਵਿਰੁੱਧ ਬੋਲ ਰਹੇ ਹੋਈਏ ਨਾ, ਨਿਆਣੇ ਕਹਿੰਦੇ ਤੁਸੀਂ ਉਦਾਂ ਆਂਦੇ, ਅਸੀਂ ਪਾਠ ਸਵੇਰੇ ਉੱਠ ਕੇ ਕਰਦੇ ਆ, ਤੁਸੀਂ ਆਂਦੇ ਅਸੀਂ ਗੁਰਦੁਆਰੇ ਜਾਂਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ ਆ। ਇੱਥੇ ਤੁਸੀਂ ਜੋ ਟੌਪਿਕ ਸ਼ੁਰੂ ਕੀਤਾ ਵੀ ਉਹ ਵੀ ਮਾੜਾ, ਉਹ ਵੀ ਮਾੜਾ। ਅੱਛਾ ਆ 4-5 ਜੀ ਸਿਰਫ ਤੁਸੀਂ ਸਹੀ ਆ। ਉਹ ਜਦੋਂ ਬੱਚਾ ਬੋਲਣ ਲੱਗਦਾ ਨਾ, ਫਿਰ ਭੂਆ ਦੇ ਹੱਕ 'ਚ, ਬੱਚਾ ਬੋਲਣ ਲੱਗਦਾ ਮਾਸੀ ਦੇ ਹੱਕ 'ਚ, ਬੱਚਾ ਬੋਲਣ ਲੱਗਦਾ ਆਪਣੇ ਰਿਸ਼ਤੇਦਾਰ ਦੇ ਹੱਕ 'ਚ, ਤੇ ਸਾਡੇ ਅੱਗੇ ਪਤਾ ਕਹਿੰਦੇ ਆ ਚੱਲ ਵੱਡਿਆਂ 'ਚ ਨਿਆਣਿਆਂ ਦਾ ਕੀ ਕੰਮ, ਚੱਲ। ਇਹ ਨਹੀਂ ਮੰਨਦੇ ਵੀ ਨਿਆਣਾ ਸਾਨੂੰ ਗੁਣ ਚੇਤੇ ਕਰਾ ਰਿਹਾ ਵੀ ਉਹਨਾਂ ਤੁਹਾਡਾ ਕੁਝ ਸਵਾਰਿਆ ਵੀ ਸੀ, ਤੁਹਾਡਾ ਕੁਝ ਭਲਾ ਵੀ ਕੀਤਾ ਸੀ। ਸਾਨੂੰ ਗੁਰੂ ਸਾਹਿਬ ਜੀ ਨੇ ਇਹ ਵਿਚਾਰਾਂ ਬਖਸ਼ਿਸ਼ ਕੀਤੀਆਂ ਵੀ ਚਿੱਤ ਲਿਖਾਰੀ, ਆਪਣੇ ਚਿੱਤ ਨੂੰ ਲਿਖਾਰੀ ਬਣਾ ਲਓ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਜਿੱਥੇ ਤੇਰਾ ਹਿਸਾਬ ਕਿਤਾਬ ਹੋਵੇ ਨਾ, ਐਨ ਸੁਰਖਰੂ ਹੋ ਕੇ ਤੂੰ ਖਰਾ ਉਤਰੇ, ਤੇ ਤੈਨੂੰ ਮਾਣ ਹੋਵੇ ਜਿਹੜਾ ਮੈਂ ਲਿਖਿਆ ਨਾ, ਉਸ ਲਿਖੇ ਨੇ ਮੈਨੂੰ ਸੁਰਖਰੂ ਕਰ ਦਿੱਤਾ, ਮੇਰੇ ਸਿਰ ਤੇ ਕੋਈ ਕਰਜ਼ ਨਹੀਂ, ਮੇਰੇ ਸਿਰ ਤੇ ਕੋਈ ਬੋਝ ਨਹੀਂ। तो गुरु पातशाह जी ने जो विचार बख्शिश की बा कमाल सी। धन गुरु गोबिंद सिंह सच्चे पातशाह महाराज पटना साहब की धरती ते पहली गल ते वेखो, गुरु नानक साहब तो बाद जे सब तो वध घूम के प्रचार किया ते गुरु तेग बहादुर साहब सच्चे पातशाह जी ने किया। प्रचार दौरे किए बहुत गुरु तेग बहादुर साहब जी ने अपने प्रचार दौरियां दे विच ही प्रचार करदियां करदियां पटना साहब पहुंचे।
ਆਪਣੇ ਸਾਰੇ ਪਰਿਵਾਰ ਨੂੰ ਉੱਥੇ ਠਹਿਰਾਇਆ। ਆਪ ਅੱਗੇ ਅਸਾਮ ਦੇ ਇਲਾਕੇ ਚਲੇ ਗਏ। ਇਹ ਮਹਾਰਾਜ ਦੀ ਜ਼ਿੰਦਗੀ ਦੀ ਬੜੀ ਵੱਡੀ ਦੇਣ ਸੀ ਕਿ ਗੁਰੂ ਪਾਤਸ਼ਾਹ ਰਾਜਿਆਂ ਦੇ ਵਿੱਚ ਪੈ ਕੇ ਉਹਨਾਂ ਦੀਆਂ ਲੜਾਈਆਂ ਨੂੰ ਮੁਕਾਉਂਦੇ ਰਹੇ। ਕਿਉਂਕਿ ਜਦੋਂ ਰਾਜਿਆਂ ਦੀਆਂ ਲੜਾਈਆਂ ਹੁੰਦੀਆਂ ਸੀ, ਖੂਨ ਆਮ ਪ੍ਰਜਾ ਦਾ ਵਹਿੰਦਾ ਸੀ। ਜਿਵੇਂ ਅੱਜ ਹੋ ਰਿਹਾ, ਲੜਾਈਆਂ ਹੁੰਦੀਆਂ ਨੇ ਲੀਡਰਾਂ ਦੀਆਂ ਤੇ ਲਾਸ਼ਾਂ ਹੁੰਦੀਆਂ ਨੇ ਆਮ ਮਾਵਾਂ ਦੇ ਪੁੱਤਾਂ ਦੀਆਂ। ਬਿਆਨ ਦਿੰਦੇ ਨੇ ਵੱਡੇ ਵੱਡੇ ਲੀਡਰ ਤੇ ਤਿਰੰਗੇ 'ਚ ਲਪੇਟ ਕੇ ਕਿਸੇ ਪਤਨੀ ਦਾ ਪਤੀ ਆਉਂਦਾ ਹੈ, ਕਿਸੇ ਮਾਂ ਦਾ ਪੁੱਤ ਆਉਂਦਾ ਹੈ, ਕਿਸੇ ਬੱਚਿਆਂ ਦਾ ਬਾਪ ਆਉਂਦਾ ਹੈ। ਤੇ ਇਹਦਾ ਹੱਲ ਵੀ ਕਿਸੇ ਨੇ ਆਖਿਆ ਸੀ ਬੜਾ ਸੌਖਾ ਹੋ ਜੂ, ਤੁਸੀਂ ਵੱਡੇ ਵੱਡੇ ਮਿਨਿਸਟਰਾਂ ਦੇ ਬੱਚਿਆਂ ਨੂੰ ਇਹਦੇ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿਓ, ਬਹੁਤ ਮਸਲੇ ਹੱਲ ਹੋ ਜਾਣਗੇ। ਪਤਾ ਉਹਨਾਂ ਨੂੰ ਹੈਗਾ ਵੀ ਅਸੀਂ ਤਾਂ ਸਿਰਫ ਬਿਆਨ ਦਾਗਣੇ ਨੇ, ਅਸੀਂ ਸਿਰਫ ਧੂਆਂ ਧਰ ਭਾਸ਼ਣ ਕਰਨਾ ਹੈ। ਆਮ ਤੇ ਆ ਵੇਖਿਆ ਟਰਾਲੀਆਂ ਉੱਤੇ ਲਿਖਿਆ ਹੁੰਦਾ ਜੈ ਜਵਾਨ ਜੈ ਕਿਸਾਨ। ਤੇ ਦੇਸ਼ ਦੀ ਤੁਸੀਂ ਸਿਸਟਮ ਵੇਖੋ, ਕਿਸਾਨ 1 ਸਾਲ 13 ਦਿਨ ਸੜਕਾਂ ਤੇ ਰੁਲੇ ਹੈ। ਉਹ ਲੀਡਰ ਕਾਹਦਾ ਜਿਹਨੂੰ 1 ਸਾਲ 13 ਦਿਨਾਂ ਬਾਅਦ ਉਹਦੀ ਜਾ ਖੁੱਲੇ? ਉਹ ਵੀ ਐਵੇਂ ਨਹੀਂ ਖੁੱਲੀ, ਵਿਦੇਸ਼ਾਂ ਵਿੱਚੋਂ ਮੂੰਹ ਦੀ ਖਾਣੀ ਪਈ ਹੈ। ਵਿਦੇਸ਼ਾਂ ਵਿੱਚੋਂ ਜਿਹੜੇ ਸਾਡੇ ਭਰਾ ਭੈਣਾਂ ਬਜ਼ੁਰਗ ਬਾਹਰ ਬੈਠੇ ਸੀ, ਉਹਨਾਂ ਹਲੂਣਾ ਦਿੱਤਾ ਕਿ ਤੁਸੀਂ ਮਨੁੱਖੀ ਹੱਕਾਂ ਦੀ ਗੱਲ ਕਰਦੇ ਹੋ। ਜਾਓ ਜਾ ਕੇ ਪਹਿਲਾਂ ਵੇਖੋ, ਸਭ ਤੋਂ ਵੱਧ ਮਨੁੱਖਾਂ ਦਾ ਘਾਣ ਤੁਹਾਡੇ ਆਪਣੇ ਸਟੇਟ ਆਪਣੇ ਦੇਸ਼ ਵਿੱਚ ਹੋ ਰਿਹਾ। ਵੀ 700 ਤੋਂ ਵੱਧ ਤੁਹਾਡੀਆਂ ਲਾਸ਼ਾਂ ਤੁਹਾਡਿਆਂ ਬਜ਼ੁਰਗਾਂ ਦੀਆਂ ਪਰਿਵਾਰਾਂ ਦੀਆਂ ਘਰਾਂ ਨੂੰ ਜਾ ਚੁੱਕੀਆਂ ਨੇ। ਫਿਰ ਜਾ ਕੇ ਮਾੜੀ ਮੋਟੀ ਜਿਹਨੂੰ ਪੰਜਾਬੀ 'ਚ ਕਹਿੰਦੇ ਸ਼ਰਮ ਆਈ ਤੇ ਲਫ਼ਜ਼ ਆਪਣੇ ਪਿਛਾਂਹ ਲੈਣੇ ਪਏ ਨੇ। ਇਹ ਕੰਮ ਐਡਾ ਸੌਖਾ ਨਹੀਂ ਸੀ। ਇਹ ਕੰਮ ਕਿਉਂਕਿ ਬਹੁਤ ਵੱਡੀ ਹਲਚਲ ਮਚ ਗਈ ਸੀ ਅੰਦਰ ਖਾਤੇ ਤੋਂ। ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਲੜਾਈਆਂ ਹੁੰਦੀਆਂ ਨੇ, ਨੁਕਸਾਨ ਆਮ ਪਬਲਿਕ ਦਾ ਹੁੰਦਾ ਹੈ। ਬਾਦਸ਼ਾਹ ਨੂੰ ਪਤਾ ਸੀ ਕਿ ਜੇ ਇੱਕ ਰਾਜੇ ਦੀ ਦੂਜੇ ਰਾਜੇ ਨਾਲ ਲੜਾਈ ਹੋ ਰਹੀ ਹੈ ਤੇ ਮਰਨੇ ਆਮ ਮਾਵਾਂ ਦੇ ਪੁੱਤ ਹੀ ਨੇ, ਆਮ ਮਾਵਾਂ ਦੇ ਪੁੱਤ। 84 'ਚ ਵੀ ਕੀ ਕੁਝ ਹੋਇਆ? ਜੇ ਉਧਰੋਂ ਸਿੰਘ ਚੜਾਈ ਕਰਦੇ ਸੀ, ਉਹ ਵੀ ਸਾਡੀ ਮਾਵਾਂ ਦੇ ਪੁੱਤ। ਜੇ ਪੰਜਾਬ ਪੁਲਿਸ ਵਿੱਚ ਸੀ, ਉਹ ਵੀ ਸਾਡੀਆਂ ਮਾਵਾਂ ਦੇ ਪੁੱਤ। ਯਾਨੀ ਦੋਨਾਂ ਪੱਖਾਂ ਤੋਂ ਨੁਕਸਾਨ ਸਾਡਾ ਆਪਣਾ ਹੋਇਆ, ਆਪਣਾ ਨੁਕਸਾਨ ਹੋਇਆ। ਬਹੁਤ ਕੁਝ ਵਾਪਰਿਆ, ਬੜਾ ਸੰਤਾਪ ਹੋ ਗਿਆ ਹੈ। ਫਿਰ ਗੱਲ ਫਿਰ ਉੱਥੇ ਆਣ ਕੇ ਡਿੱਗਦੀ ਹੈ, ਅਸੀਂ ਕਦੋਂ ਸਿਆਣੇ ਬਣਾਂਗੇ? ਅਸੀਂ ਕਦੋਂ ਆਪਣੀ ਅਜੋਕੀ ਲੀਡਰਸ਼ਿਪ ਨੂੰ ਪਛਾਣਾਂਗੇ? ਕਦੋਂ ਅਸੀਂ ਸਟੱਡੀ ਕਰਾਂਗੇ? ਕਦੋਂ ਅਸੀਂ ਸੂਝਵਾਨ ਬਣਾਂਗੇ? ਇੱਥੇ ਅਸੀਂ ਆਣ ਕੇ ਮਾਰ ਖਾ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਰਾਜਿਆਂ ਦੀਆਂ ਲੜਾਈਆਂ ਵਿੱਚ ਪੈ ਕੇ ਲੜਾਈਆਂ ਮੁਕਾਉਂਦੇ ਨੇ ਵੀ ਨਾ ਲੜੋ, ਨਾ ਲੜੋ, ਤੁਹਾਡੀ ਇਸ ਲੜਾਈ ਨਾਲ ਮਾਵਾਂ ਦੇ ਪੁੱਤ ਮਰਨੇ ਨੇ। ਤੇ ਬਹੁਤ ਰਾਜੇ ਸਹਿਮਤ ਵੀ ਹੋ ਜਾਂਦੇ ਸੀ ਗੁਰੂ ਪਾਤਸ਼ਾਹ ਜੀ ਦੀਆਂ ਇਹਨਾਂ ਵਿਚਾਰਾਂ ਨਾਲ। ਜਦੋਂ ਅਸੀਂ ਪਾਉਂਟਾ ਸਾਹਿਬ ਗੁਰੂ ਸਾਹਿਬ ਪਾਉ ਪੈਰ ਨੂੰ ਕਹਿੰਦੇ ਨੇ ਜਿੱਥੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ, ਵਿੱਚ ਪੈ ਕੇ ਰਾਜਿਆਂ ਦੀਆਂ ਲੜਾਈਆਂ ਮੁਕਾਈਆਂ, ਉਹ ਸਮੇਂ ਸਥਾਨ ਇਤਿਹਾਸਕ ਬਣ ਗਏ ਗੁਰੂ ਪਾਤਸ਼ਾਹ ਤੇ ਉੱਥੇ ਜਾਣ ਨਾਲ। ਕਿੱਥੇ ਰਾਜਿਆਂ ਦੀਆਂ ਲੜਾਈਆਂ, ਕਿੱਥੇ ਸਾਡੇ ਕੋਲ ਪਰਿਵਾਰਾਂ ਦੀਆਂ ਲੜਾਈਆਂ ਨਹੀਂ ਮੁੱਕ ਰਹੀਆਂ। ਮੈਂ ਕਹਿੰਦਾ ਅਸੀਂ ਵੱਡੀ ਗੱਲ ਤੋਂ ਛੋਟੀ ਗੱਲ ਹੀ ਸਿੱਖ ਲਈਏ ਕਿ ਪਾਤਸ਼ਾਹ ਰਾਜਿਆਂ ਦੇ ਵਿੱਚ, ਹੁਣ ਰਾਜਿਆਂ ਦੀਆਂ ਲੜਾਈਆਂ ਹੱਕਾਂ ਦੀਆਂ ਸੀ, ਇੱਕ ਦੂਜੇ ਦੇ ਇਲਾਕੇ ਤੇ ਕਬਜ਼ਾ ਕਰਨਾ। ਤੇ ਘਰਾਂ ਦੀਆਂ ਲੜਾਈਆਂ ਕਾਹਦੀਆਂ? ਉਹ ਦੁਕਾਨ ਲੈ ਗਿਆ, ਉਹਨੇ ਮੈਨੂੰ ਘਰ ਚੋਂ ਆਣ ਦਿੱਤਾ, ਉਹ ਬਾਪੂ ਦੇ ਪੈਸੇ ਖਾਂਦਾ ਰਿਹਾ, ਮੈਨੂੰ ਵਿੱਚੋਂ ਹਿੱਸਾ ਨਹੀਂ ਦਿੱਤਾ, ਉਹਨੇ ਜ਼ਮੀਨ ਨਾਪ ਲਈ, ਮੈਨੂੰ ਜ਼ਮੀਨ ਨਹੀਂ ਦਿੱਤੀ। ਲੜਾਈ ਹੈ ਕਾਹਦੀ? ਹੈ ਤੇ ਉਹੀ ਆ ਨਾ, ਬੈਠ ਕੇ ਸਮਝਾਇਆ ਜਾ ਸਕਦਾ, ਆਪਣੇ ਘਰ 'ਚ ਗੱਲ ਕੀਤੀ ਜਾ ਸਕਦੀ ਆ, ਸਾਡੇ ਘਰਾਂ ਦੇ ਮਸਲੇ ਘਰਾਂ 'ਚ ਸੁਲਝੇ ਜਾ ਸਕਦੇ ਆ। ਅੱਜ ਪ੍ਰੋਬਲਮ ਹੈ ਬਹੁਤ ਵੱਡੀ। ਅੱਜ ਤਣਾਅਪੂਰਕ ਜ਼ਿੰਦਗੀ ਜੂ ਰਿਹਾ ਮਨੁੱਖ, ਟੈਨਸ਼ਨ, ਪਰੇਸ਼ਾਨੀਆਂ, ਡਿਪਰੈਸ਼ਨ। ਇਹ ਡਿਪਰੈਸ਼ਨ ਕੋਈ ਬਿਮਾਰੀ ਥੋੜਾ ਹੈ।
ਮਾਖੋਵਾਲ ਦੀ ਜ਼ਮੀਨ ਖਰੀਦ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਹਿਰ ਵਸਾਇਆ ਜਿਹਦਾ ਨਾਂ ਚੱਕ ਨਾਨਕੀ ਰੱਖਿਆ। ਉਹ ਸ਼ਹਿਰ ਦਾ ਨਾਮ ਰੱਖਿਆ ਚੱਕ ਨਾਨਕੀ। ਬਾਅਦ ਵਿੱਚ ਇਸੇ ਸ਼ਹਿਰ ਦਾ ਨਾਂ ਆਨੰਦਪੁਰ ਸਾਹਿਬ ਪੈਂਦਾ ਹੈ। ਚੱਕ ਨਾਨਕੀ ਦਾ ਨਾਂ ਹੀ ਬਾਅਦ ਵਿੱਚ ਆਨੰਦਪੁਰ ਸਾਹਿਬ ਆ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਆਹ ਗੱਲਾਂ ਕੁਝ ਸਮਝਣ ਤੇ ਵਿਚਾਰਨ ਵਾਲੀਆਂ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਜ਼ਿੰਮੇਵਾਰੀ ਦੇ ਕੇ, ਉਦੋਂ ਉਹਨਾਂ ਦੀ ਏਜ ਉਮਰ 9 ਸਾਲ ਦੇ ਕਰੀਬ ਹੈ, ਵੱਖ-ਵੱਖ ਇਲਾਕਿਆਂ 'ਚ ਪ੍ਰਚਾਰ ਕੀਤਾ ਉਹਨਾਂ ਨੇ, ਉਪਦੇਸ਼ ਦਿੱਤਾ। 11 ਨਵੰਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ 11 ਨਵੰਬਰ 1675 ਈਸਵੀ ਨੂੰ। ਉਹ ਤੋਂ ਪਹਿਲਾਂ ਉਹਨਾਂ ਨੂੰ 3 ਵਾਰ ਗ੍ਰਿਫਤਾਰ ਕਰ ਚੁੱਕੀ ਹੈ ਇਸ ਸਮੇਂ ਦੀ ਸਰਕਾਰ। ਔਰੰਗਜ਼ੇਬ, ਉਹਨਾਂ ਦੇ ਸਿਪਾਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ 3 ਵਾਰ ਉਸ ਤੋਂ ਪਹਿਲਾਂ ਵੀ ਗ੍ਰਿਫਤਾਰ ਕਰ ਚੁੱਕੇ ਨੇ। ਇਹਦਾ ਅਰਥ ਗੁਰੂ ਸਾਹਿਬ ਜੀ ਦਾ ਲੋਕਾਂ ਨੂੰ ਜਗਾਉਣਾ, ਗੁਰੂ ਸਾਹਿਬ ਜੀ ਦਾ ਆਮ ਮਾਨਵਤਾ ਦੇ ਹੱਕ ਵਿੱਚ ਖੜਨਾ ਔਰੰਗਜ਼ੇਬ ਨੂੰ ਪਸੰਦ ਨਹੀਂ ਸੀ। ਇਹ ਗੱਲ ਕੱਲੀ ਔਰੰਗਜ਼ੇਬ ਦੀ ਨਹੀਂ, ਅੱਜ ਵੀ ਤੁਸੀਂ ਵੇਖੋ ਜਿਹੜਾ ਵੀ ਸਮਾਜ ਵਿੱਚ ਚੰਗੇ ਕੰਮ ਕਰੂ, ਪਰਿਵਾਰਾਂ 'ਚ ਨੋਟ ਕਰਿਓ ਕਦੀ, ਪਰਿਵਾਰਾਂ ਵਿੱਚ ਵੀ ਜਿਹੜਾ ਜੀ ਚੰਗੇ ਕੰਮ ਕਰਦਾ ਹੋਵੇ ਤੇ ਸੱਚਾਈ ਤੇ ਤੁਰਦਾ ਹੋਵੇ, ਕਈ ਵਾਰੀ ਪਰਿਵਾਰਾਂ ਦੇ ਜੀਆਂ ਨੂੰ ਉਹ ਤੋਂ ਮੁਸ਼ਕਲ ਆ ਜਾਂਦੀ ਹੈ। ਉਹਦੇ ਰੁਕਾਵਟ, ਇੱਕ ਸਕੂਲ ਹੈ ਉਹਦੇ ਵਿੱਚ 150 ਟੀਚਰ ਨੇ, ਜੇ ਉਹਨਾਂ ਵਿੱਚੋਂ ਇੱਕ ਟੀਚਰ ਇਮਾਨਦਾਰ ਹੈ, ਇਮਾਨਦਾਰੀ ਨਾਲ ਪੜਾਉਂਦਾ ਹੈ, ਤੇ ਜਿਹੜੇ ਉਹਨਾਂ ਵਿੱਚ ਕੰਮ ਚੋਰ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਹੁੰਦੀ ਵੀ ਇਹ ਸਾਡਾ ਵੀ ਬੇੜਾ ਗਰਕ ਕਰਦਾ, ਕਿਉਂਕਿ ਇਹ ਇਮਾਨਦਾਰੀ ਨਾਲ ਪੜਾਉਂਦਾ ਹੈ, ਅਸੀਂ ਬੇਈਮਾਨ ਸਾਬਤ ਹੁੰਦੇ ਹਾਂ। ਮਹਿਕਮਿਆਂ 'ਚ ਕਦੀ ਨੋਟ ਕਰਿਓ, ਇੱਕ ਇਮਾਨਦਾਰ ਬੰਦਾ ਆ ਜਾਏ ਉਹਦਾ ਕਰਪਟ ਸਿਸਟਮ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਉੱਥੇ ਲੜਦਾ ਹੈ, ਹਾਲਾਤਾਂ ਨਾਲ ਲੜਦਾ ਹੈ, ਜੂਝਦਾ ਹੈ। ਇਹ ਸ਼ੁਰੂ ਤੋਂ ਹੁੰਦਾ ਆਇਆ। ਗੁਰੂ ਨਾਨਕ ਸਾਹਿਬ ਜਦੋਂ ਮੋਦੀ ਦੀ ਆਪਾਂ ਗੱਲ ਕਰਦੇ ਹਾਂ, ਮੋਦੀ ਕੋਈ ਆਮ ਇਨਸਾਨ ਥੋੜਾ, ਮੋਦੀ ਫੂਡ ਸਪਲਾਈ ਮਹਿਕਮੇ ਦਾ ਵੱਡਾ ਅਫਸਰ ਹੈ। ਅਸੀਂ ਤਾਂ ਬਾਬੇ ਨਾਨਕ ਨੂੰ ਵੱਟੇ ਦੇ ਕੇ ਬਿਠਾਤਾ ਵੀ ਸ਼ਾਇਦ ਜਿਵੇਂ ਬਾਬਾ ਕਿ ਨਿੱਕੀ ਜਿਹੀ ਦੁਕਾਨ ਤੇ ਵੱਟੇ ਲੈ ਕੇ ਬੈਠਾ ਸੀ। ਗੁਰੂ ਨਾਨਕ ਸਾਹਿਬ ਕੋਈ ਮਾਮੂਲੀ ਇਨਸਾਨ ਨਹੀਂ। ਸੁਲਤਾਨਪੁਰ ਦਾ ਗਵਰਨਰ ਦੌਲਤ ਖਾਂ ਗੁਰੂ ਨਾਨਕ ਸਾਹਿਬ ਦੀ ਇੰਟਰਵਿਊ ਲੈ ਰਿਹਾ ਹੈ। ਇਮਾਨਦਾਰ ਨੇ ਦੱਸਿਓ, ਇੱਕ ਆਮ ਦੁਕਾਨਦਾਰ ਦੀ ਗਵਰਨਰ ਇੰਟਰਵਿਊ ਲਵੇਗਾ? ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਲਿਆਣ ਦਾਸ ਨੇ, ਮਹਿਤਾ ਉਹਨਾਂ ਦਾ ਅਹੁਦਾ ਹੈ, ਮਹਿਤਾ ਨਾਮ ਨਹੀਂ ਹੈ। ਤੇ ਮਹਿਤਾ ਕੌਣ ਦਾ ਹੈ? ਲੱਭ ਪਾਪ ਦੋਏ ਰਾਜਾ ਮਹਿਤਾ। ਮਹਿਤਾ ਵਜ਼ੀਰ ਨੂੰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਇੱਕ ਮੰਤਰੀ ਦੇ ਅਹੁਦੇ ਤੇ ਨੇ ਰਾਏ ਬੁਲਾਰ ਦੇ ਕੋਲ, ਪਟਵਾਰੀ ਕਾਨੂੰਗੋ ਤਹਿਸੀਲਦਾਰ ਤੇ ਕਈ ਥੱਲੇ ਕੰਮ ਕਰਦੇ ਹੋਣਗੇ, ਤੇ ਲਿਆ ਕੇ ਪੇਸ਼ ਕਰਤਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਇਕੱਲੇ ਪਟਵਾਰੀ ਸਨ। ਨਾ, ਬਹੁਤ ਉੱਚਾ ਅਹੁਦਾ ਸੀ। 1500 ਏਕੜ ਜ਼ਮੀਨ ਸੀ ਰਾਏ ਬੁਲਾਰ ਦੀ ਆਪਣੀ, 750 ਏਕੜ ਉਹਨੇ ਗੁਰੂ ਨਾਨਕ ਸਾਹਿਬ ਦੇ ਨਾਲ ਲਵਾਤੀ ਸੀ। ਇੰਨਾ ਪ੍ਰਭਾਵਿਤ ਹੋਇਆ ਗੁਰੂ ਨਾਨਕ ਸਾਹਿਬ ਤੋਂ। ਅੱਜ ਵੀ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਨਾਮ ਤੇ ਉਹ ਜ਼ਮੀਨ ਬੋਲਦੀ ਹੈ। ਹੁਣ ਇਹ ਤੋਂ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੋ ਪਿਤਾ ਜੀ ਸਨ ਉਹ ਕੌਣ ਸਨ? ਕਲਿਆਣ ਦਾਸ ਉਹਨਾਂ ਦਾ ਨਾਮ ਸੀ, ਮਹਿਤਾ ਉਹਨਾਂ ਦਾ ਅਹੁਦਾ ਸੀ। ਸਟੇਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਲੱਭ ਪਾਪ ਦੋਏ ਰਾਜਾ ਮਹਿਤਾ ਰਾਜੇ ਦਾ ਨਿਕਟਵਰਤੀ, ਮੰਤਰੀ ਕਹਿ ਸਕਦੇ ਹਾਂ ਆਪਾਂ। ਤੇ ਅੱਜ ਦੇ ਸਮੇਂ 'ਚ ਮੰਤਰੀ ਹੋਏਗਾ ਤੇ ਉਹਦੇ ਬੇਟੇ ਦਾ ਰਹਿਣ ਸਹਿਣ ਕਿਦਾਂ ਦਾ ਹੋਏਗਾ? ਬੋਲ ਕੇ ਦੱਸੋ ਭਲਾ। ਜੇ ਅੱਜ ਦੇ ਸਮੇਂ ਮੰਤਰੀ ਦਾ ਬੱਚਾ ਜਿਹੜਾ ਉਹਦਾ ਰਹਿਣ ਸਹਿਣ ਕਿਦਾਂ ਦਾ ਹੋਏਗਾ ਭਲਾ? ਗੁਰੂ ਨਾਨਕ ਸਾਹਿਬ ਇੱਕ ਮੰਤਰੀ ਦੇ ਸਾਹਿਬਜ਼ਾਦੇ ਨੇ। ਤੇ ਅੱਜ ਦੌਲਤ ਖਾਂ ਉਹਨਾਂ ਦੀ ਇੰਟਰਵਿਊ ਕਰ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਨੂੰ ਕਿਹੜੀ ਕਾਰ ਦਿੱਤੀ? ਮੋਦੀ ਦੀ। ਮੋਦੀ ਜਿਵੇਂ ਫੂਡ ਸਪਲਾਈ ਮਹਿਕਮੇ ਦਾ ਵੱਡਾ ਅਫਸਰ ਹੋਵੇ। ਆ ਜਿਵੇਂ ਡੀਪੂ ਪਿੰਡਾਂ 'ਚ ਹੁੰਦੇ ਨੇ, ਇਦਾਂ ਦਾ ਪਿੰਡਾਂ 'ਚ ਡੀਪੂ। ਹੁਣ ਹੁੰਦਾ ਕੀ ਸੀ, ਜਿਹੜੇ ਪਹਿਲੇ ਮੋਦੀ ਸਨ ਉਹ ਵਿੱਚੋਂ ਠੂੰਗਾ ਮਾਰਦੇ ਸੀ, ਲੋਕਾਂ ਤੱਕ ਅਨਾਜ ਸਹੀ ਨਹੀਂ ਸੀ ਪਹੁੰਚਦਾ। ਜਦੋਂ ਗੁਰੂ ਨਾਨਕ ਸਾਹਿਬ ਆਏ ਵਿੱਚੋਂ ਠੂੰਗਾ ਚੱਕਤਾ, ਅਨਾਜ ਲੋਕਾਂ ਨੂੰ ਪੂਰਾ ਮਿਲਣ ਲੱਗ ਪਿਆ। ਤੇ ਜਿਹੜੇ ਵਿੱਚ ਖਾਣ ਵਾਲੇ ਸੀ ਉਹਨਾਂ ਰੌਲਾ ਪਾਤਾ, ਦੌਲਤ ਖਾਂ ਇਹ ਤੇਰਾ ਖਜ਼ਾਨਾ ਖਾਲੀ ਕਰ ਜੂ, ਇਹ ਤੇਰੇ ਰਾਜ ਭਾਗ ਨੂੰ ਥੱਲੇ ਰਾਜੂ। ਪਰ ਜਦੋਂ ਹਿਸਾਬ ਕਿਤਾਬ ਕੀਤਾ ਤੇ ਬਾਬੇ ਨਾਨਕ ਦੇ ਪੈਸੇ ਵੱਧ ਨਿਕਲੇ। ਕਿਉਂ? ਕਿਉਂਕਿ ਬਾਬਾ ਪੈਸੇ ਨਾ ਕਿਸੇ ਨੂੰ ਵੱਧ ਖਵਾਉਂਦਾ ਸੀ, ਨਾ ਕਿਸੇ ਦੇ ਵੱਧ ਖਾਂਦਾ ਸੀ, ਜੋ ਬਣਦਾ ਸੀ ਹੱਕ ਦੇ ਰਿਹਾ ਸੀ। ਅਸੀਂ ਤਾਂ ਹੁਣ
ਇਤਿਹਾਸ ਲਿਖਿਆ ਬ੍ਰਾਹਮਣ ਨੇ, ਇਤਿਹਾਸ ਲਿਖਿਆ ਕਾਜੀ ਨੇ, ਇਤਿਹਾਸ ਲਿਖਿਆ ਅੰਗਰੇਜ਼ ਨੇ, ਉਹ ਕਿਵੇਂ ਪੇਸ਼ ਕਰੇ ਵੀ ਤੁਹਾਡਾ ਬਾਬਾ ਐਡੇ ਉੱਚੇ ਅਹੁਦੇ ਤੇ ਸੀ? ਉਹਨੇ ਲਿਆ ਕੇ ਵੱਟੇ ਤੇ ਬਿਠਾਤਾ, ਬਾਬਾ ਤੁਹਾਡੇ ਵੱਟੇ ਲੈ ਕੇ ਸੌਦਾ ਤੋਲਦਾ ਸੀ। ਬਸ ਪੜ੍ਹੋ ਹਿਸਟਰੀ ਆਪਣੀ ਕੌਮ ਦੀ, ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਬਾਬਾ ਕੋਈ ਆਮ ਨਹੀਂ ਸੀ। ਜਦੋਂ ਇੱਕ ਮੰਤਰੀ ਦਾ ਸਾਹਿਬਜ਼ਾਦਾ ਤੁਰਦਾ ਹੋਏਗਾ, ਉਹਦੇ ਤੁਰਨ ਦਾ, ਰਹਿਣ ਸਹਿਣ ਦਾ ਸਭ ਤੋਂ ਵੱਡੀ ਗੱਲ ਸੀ ਵੀ ਐਡੇ ਉੱਚੇ ਅਹੁਦੇ ਤੇ ਰਹਿ ਕੇ ਬਾਬਾ ਜ਼ਮੀਨ ਤੇ ਵੀ ਸੌਂ ਜਾਂਦਾ। ਰੇਤ ਅਕ ਆਹਾਰ ਕਾ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ। ਅਸੀਂ ਤਾਂ ਬਾਬੇ ਨਾਨਕ ਦਾ ਜਨਮ ਦਿਨ ਪ੍ਰਕਾਸ਼ ਪੁਰਬ ਮਨਾਉਂਦੇ ਆ, ਬਸ ਮਿੱਟੀ ਧੁੰਦ ਜਾ ਕੇ ਚਾਨਣ ਹੋਆ, ਢੋਲਕੀਆਂ ਛੈਣੇ ਵੱਜਦੇ ਨੇ। ਕਿਸੇ ਨੂੰ ਪੁੱਛੋ ਜੀ ਇਹ ਮਿੱਟੀ ਧੁੰਦ ਜਾ ਕੇ ਚਾਨਣ ਕੀ ਆ? ਕਹਿੰਦਾ ਜਦੋਂ ਬਾਬੇ ਨਾਨਕ ਦਾ ਪ੍ਰਕਾਸ਼ ਹੋਇਆ ਸੀ ਉਦੋਂ ਧੁੰਦ ਬੜੀ ਸੀ, ਉਹ ਬਾਬੇ ਨਾਨਕ ਦਾ ਪ੍ਰਕਾਸ਼ ਹੋਇਆ ਧੁੰਦ ਮਿਟ ਗਈ। ਉਹ ਇਹ ਬਾਹਰਲੀ ਧੁੰਦ ਦੀ ਗੱਲ ਹੈ, ਇਹ ਅੰਦਰ ਦੀ ਧੁੰਦ ਦੀ ਗੱਲ ਹੈ। ਧੁੰਦ ਸ਼ਬਦ ਤਾਂ ਬੋਲਿਆ ਵੀ ਧੁੰਦ ਵਿੱਚ ਉਹ ਰਾਹ ਵੀ ਨਹੀਂ ਦਿਸਦਾ ਜਿਸ ਰਾਹ ਤੇ ਤੁਸੀਂ ਰੋਜ਼ ਤੁਰਦੇ ਹੋ। ਲਾਈਟ ਜਦੋਂ ਹਨੇਰਾ ਹੁੰਦਾ ਉੱਥੇ ਲਾਈਟ ਕੰਮ ਕਰਦੀ, ਧੁੰਦ ਵਿੱਚ ਤਾਂ ਲਾਈਟ ਵੀ ਕੰਮ ਨਹੀਂ ਕਰਦੀ। ਧੁੰਦ ਸ਼ਬਦ ਕਿਉਂ ਬੋਲਿਆ? ਧੁੰਦ ਵਿੱਚ ਮਾਂ ਨੂੰ ਪੁੱਤ ਨਹੀਂ ਸੀ ਦਿਸਦਾ, ਪੁੱਤ ਨੂੰ ਮਾਂ ਨਹੀਂ ਸੀ ਦਿਸਦੀ, ਰਾਜੇ ਨੂੰ ਪ੍ਰਜਾ ਤੇ ਪ੍ਰਜਾ ਨੂੰ ਰਾਜਾ ਨਹੀਂ ਸੀ ਦਿਸਦਾ। ਇੱਥੇ ਇੱਕ ਦੂਜੇ ਦਾ ਹੱਕ ਖਾਧਾ ਜਾ ਰਿਹਾ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਵਿਚਾਰ ਦਿੱਤੀ, ਸੂਝ ਚੜਿਆ ਤੇ ਧੁੰਦ ਮਿਟ ਗਈ। ਸਾਰੇ ਆਪੋ ਆਪਣਾ ਫਰਜ਼ ਪਹਿਚਾਨਣ ਲੱਗ ਪਏ ਤੇ ਸਮਾਜ ਸੋਹਣਾ ਬਣਨ ਲੱਗ ਪਿਆ। ਧੁੰਦ ਅੰਦਰ ਸੀ, ਧੁੰਦ ਬਾਹਰ ਨਹੀਂ ਸੀ। ਉਸੇ ਰਾਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਖਸੀਅਤ ਤੁਰੀ ਹੈ। 3 ਵਾਰ ਗੁਰੂ ਨਾਨਕ ਸਾਹਿਬ ਤੋਂ ਜਗਾਉਂਦਿਆਂ ਜਗਾਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਜਦੋਂ ਲਹਿਰ ਉੱਠੀ, ਸਮੇਂ ਦੀਆਂ ਸਰਕਾਰਾਂ ਨੂੰ ਲੱਗਾ ਇਹ ਗੱਲ, ਇਹ ਤੇ ਕੰਮ ਵੱਧਦਾ ਜਾ ਰਿਹਾ। ਤੁਸੀਂ ਇਹ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਵਾਲੇ ਵੇਖ ਲਓ, ਉਹਨੂੰ ਤੱਤੀ ਤਵੀ ਤੇ ਕਿਉਂ ਬਿਠਾਉਣਾ ਪਿਆ? ਗੁਰੂ ਅਰਜਨ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਮਾੜਾ ਕੰਮ ਕੀਤਾ, ਕੋਈ ਗੁਨਾਹ ਕੀਤਾ, ਕਿ ਇਹਦੀ ਜ਼ਮੀਨ ਨੱਪੀ ਹੈ? ਉਹ ਤੇ ਪਰਉਪਕਾਰ ਕੀਤਾ। ਜਿਹੜੇ ਲਾਹੌਰ ਵਿੱਚੋਂ ਆਵਾਜ਼ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ ਦੀ ਆ ਰਹੀ ਹੈ, ਉਸੇ ਲਾਹੌਰ ਵਿੱਚ ਤੱਤੀ ਤਵੀ ਤੇ ਬਿਠਾ ਕੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਤੱਤਾ ਰੇਤਾ ਪਾਇਆ ਗਿਆ ਵੀ ਇਸੇ ਸੀਸ ਵਿੱਚੋਂ ਚੰਗੀਆਂ ਵਿਚਾਰਾਂ ਨਿਕਲਦੀਆਂ ਨੇ ਨਾ। ਜਿਹੜੇ ਸਿਰ ਵਿੱਚੋਂ ਕਦੀ ਬਾਣੀ ਨੇ ਵਿੱਚ, ਜਿਸ ਸਿਰ ਵਿੱਚੋਂ ਕਦੀ ਬਾਣੀ ਉਚਾਰਨ ਕੀਤੀ ਗਈ ਹੋਵੇ, ਜਿਹੜੇ ਸਿਰ ਵਿੱਚੋਂ ਕਦੀ ਇਨਕਲਾਬੀ ਸ਼ਬਦਾਂ ਨੇ ਜਨਮ ਲਿਆ ਹੋਵੇ, ਉਸੇ ਸਿਰ ਦੇ ਉੱਤੇ ਤੱਤਾ ਰੇਤਾ ਪੈਣਾ। ਇਹ ਸਮਝ ਨਹੀਂ ਆ ਰਹੀ ਵੀ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੂੰ ਪਸੰਦ ਨਹੀਂ ਸੀ ਨੇਕ ਵਿਚਾਰ, ਚੰਗੇ ਨਹੀਂ ਸੀ ਲੱਗਦੇ ਉਹਨਾਂ ਨੂੰ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਜਿਚਰ। ਬੋਲੋ ਜੀ, ਏਦਾਂ ਵੇਖਣ ਨਾਲ, ਜੇ ਏਦਾਂ ਵੇਖਣ ਨਾਲ ਗੱਲ ਬਣਦੀ, ਜਿਹਨੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਤੱਤਾ ਰੇਤਾ ਪਾਇਆ, ਉਹਦੇ ਹੱਥੋਂ ਕੜਛਾ ਛੁੱਟ ਜਾਂਦਾ, ਉਸੇ ਵੇਲੇ ਜ਼ਮੀਨ ਤੇ ਡਿੱਗ ਪੈਂਦਾ। ਏਦਾਂ ਵੇਖ ਕੇ ਪ੍ਰਭਾਵਿਤ ਹੋ ਜਾਂਦਾ, ਪਰ ਆਪਣੇ ਨੂੰ ਰੇਤਾ ਪਾਉਣ ਵਾਲਾ ਕੰਮ ਜਾਰੀ ਰੱਖਿਆ। ਜੇ ਸਾਹਮਣੇ ਬੈਠੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਅਰਜਨ ਸਾਹਿਬ ਨੂੰ ਸਾਹਮਣੇ ਵੇਖ ਕੇ, ਏਦਾਂ ਸਾਹਮਣੇ ਵੇਖ ਕੇ ਕੋਈ ਮੁਕਤ ਨਹੀਂ ਹੋਇਆ ਜਦੋਂ ਤੱਕ ਉਹਨਾਂ ਦੇ ਵਿਚਾਰ ਨਹੀਂ ਸੁਣੇ ਤੇ ਮੰਨੇ। ਤੇ ਮੈਂ ਗੁਰੂ ਨਾਨਕ ਸਾਹਿਬ ਨੂੰ ਏਦਾਂ ਵੇਖ ਕੇ ਕਿੱਦਾਂ ਮੁਕਤ ਹੋ ਜਾਵਾਂਗਾ ਜੀ? ਪੜ੍ਹਨਾ ਪੈਣਾ। ਤੁਸੀਂ ਵੇਖਿਆ ਕਈਆਂ ਗੁਰਦੁਆਰੇ ਜਦੋਂ ਭਾਈ ਸਾਹਿਬ ਮੁੱਖ ਵਾਕ ਲੈਣ ਨਾ, ਇਹਦਾ ਰਮਾਲਾ ਚੱਕਣ, ਤੇ ਕਈ ਸੰਗਤ ਖੜੇ ਹੋ ਕੇ ਇਹਦਾ ਦਰਸ਼ਨ ਕਰੇਗੀ ਵੀ ਸ਼ਾਇਦ ਏਦਾਂ ਵੇਖਿਆ ਗੱਲ ਬਣ ਜਾਣੀ। ਜੇ ਏਦਾਂ ਵੇਖਣ ਨਾਲ ਗੱਲ ਬਣਦੀ ਹੋਵੇ, ਜਿੱਥੇ ਬੀੜ ਸ਼ਬਦ ਹੀ ਹੈ ਨਾ, ਸਰੂਪ ਸ਼ਬਦ ਆ, ਜਿਹੜੇ ਕੱਲੇ ਕੱਲੇ ਅੰਕ ਨੂੰ ਚੈੱਕ ਕਰਦੇ ਆ, ਉਹ ਤੇ ਹੁਣ ਨੂੰ ਦੇਵਤੇ ਬਣ ਕੇ ਹੁੰਦੇ, ਉਹ ਤਾਂ ਤਰ ਗਏ ਹੁੰਦੇ। ਇਹ ਕਦੋਂ ਸਮਝ ਆਏਗੀ ਸਾਨੂੰ ਕਿ ਸਤਿਗੁਰੂ ਨੂੰ ਸਭ ਕੋ ਵੇਖਦਾ। ਸਾਰੇ ਬੋਲੋ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਜਿਚਰ। ਤੇ ਸ਼ਬਦ ਵਿਚਾਰ ਦਾ ਅਰਥ ਇਹ ਨਹੀਂ ਵੀ ਸਟੇਜ ਤੋਂ ਇਹਦਾ ਬੋਲਣਾ ਤੁਸੀਂ ਸੁਣਨਾ, ਇਹ ਸ਼ਬਦ ਵਿਚਾਰ ਹੈ। ਸ਼ਬਦ ਵਿਚਾਰ ਦਾ ਅਰਥ ਹੈ ਆਪਣੇ ਸੁਰਤ ਵਿੱਚ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨਾ, ਗੁਰੂ ਦੀ ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਜਿਉਣਾ, ਗੁਰੂ ਦੀ ਗੱਲ ਨੂੰ ਆਪਣਾ ਅਮਲੀ ਜਾਮਾ ਪਹਿਨਾਉਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਖਸੀਅਤ 11 ਨਵੰਬਰ 1675 ਈਸਵੀ ਨੂੰ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਉਮਰ 9 ਸਾਲ ਦੇ ਕਰੀਬ ਹੈ, ਕਿਉਂਕਿ 66 ਦਾ ਉਹਨਾਂ ਦਾ ਪ੍ਰਕਾਸ਼ ਹੈ, 75 ਤੱਕ 9 ਸਾਲ ਦੀ ਆਰਜ਼ੂ ਬਣਦੀ ਹੈ। ਤੇ ਤੁਸੀਂ ਆਪ ਸੋਚੋ 9 ਸਾਲ ਦੀ ਉਮਰ ਕੀ ਹੁੰਦੀ ਹੈ?
ਇੱਥੇ ਲਾਇਸੈਂਸ ਵੀ ਬਣਾਉਣਾ ਹੋਵੇ ਡਰਾਈਵਿੰਗ, ਉਹਦੀ ਵੀ ਇੱਕ ਉਮਰ ਨਿਸ਼ਚਿਤ ਹੈ। ਪਿੰਡ ਦਾ ਸਰਪੰਚ ਬਣਨਾ ਹੋਵੇ ਉਮਰ ਨਿਸ਼ਚਿਤ ਹੈ। ਆਰਮੀ 'ਚ ਭਰਤੀ ਹੋਣਾ ਹੋਵੇ ਉਹਦੀ ਉਮਰ ਨਿਸ਼ਚਿਤ ਹੈ। ਪਰ ਕੌਮ ਦੀ ਅਗਵਾਈ ਹੋ ਰਹੀ ਹੈ। ਇਹ ਗੱਲ ਸਿੱਖਿਆ ਤੇ ਸੀ। ਜੇ ਇਧਰ 9 ਸਾਲ ਦੀ ਉਮਰ 'ਚ ਕੌਮ ਦੀ ਅਗਵਾਈ ਹੋ ਰਹੀ ਹੈ, ਉਧਰ ਉਹਨਾਂ ਦੇ ਸਾਹਿਬਜ਼ਾਦੇ 7 ਸਾਲ ਦੀ ਉਮਰ 'ਚ ਭਰੇ ਦਰਬਾਰ ਵਿੱਚ ਸਵਾਲਾਂ ਦੇ ਜਵਾਬ ਦੇ ਰਹੇ ਨੇ। ਸਾਡੇ 10-12 ਸਾਲ ਦੇ ਬੱਚੇ ਨੂੰ ਵੀ ਸੁੱਤੇ ਨੂੰ ਉਠਾਉਣ ਲੱਗਿਆ ਕਿੰਨੇ ਲਾਸ਼ ਦੇਣੇ ਪੈਂਦੇ ਨੇ। ਆਪਣੀ ਗਲੀ ਦੇ ਵਿੱਚ, ਆਪਣੇ ਮਹੱਲੇ 'ਚ ਕੋਈ ਦੁਕਾਨ ਹੋਵੇ ਕਰਿਆਨੇ ਦੀ, ਤੇ ਮੈਨੂੰ ਨਹੀਂ ਲੱਗਦਾ 5-4-6 ਸਾਲ ਦੇ ਬੱਚੇ ਨੂੰ ਅਸੀਂ ਪੈਸਾ ਦੇ ਕੇ ਸਮਾਨ ਲੈਣ ਭੇਜਾਂਗੇ। ਤੁਸੀਂ ਸੋਚੋ, ਆਪਣੇ ਘਰ 'ਚ 5-6 ਸਾਲ ਦਾ 7 ਸਾਲ ਦਾ ਬੱਚਾ ਹੋਵੇ, ਹੁਣ ਤੁਸੀਂ ਇਦਾਂ ਕਹੋਗੇ ਆ 100 ਰੁਪਇਆ ਲੈ ਕੇ ਭੱਜ ਕੇ ਬਾਜ਼ਾਰੋਂ ਸਮਾਨ ਲਿਆ? ਕਿਉਂ ਸੱਸ ਨੇ ਜੀ? ਬੋਲੋ ਕਿਉਂ ਭੈਣੋ? ਕਿੰਨੀ ਉਮਰ ਤੱਕ ਭੇਜੋਗੇ ਆਪਾਂ ਆਪਣੇ ਬੱਚੇ ਨੂੰ ਬਾਜ਼ਾਰ? ਕਿੰਨੀ ਉਮਰ ਤੱਕ ਭੇਜੋਗੇ? ਬੋਲੋ ਜੀ, ਬੋਲੋ ਭਾਈ। ਪਤਾ ਘੱਟ ਤੋਂ ਘੱਟ 15-16 ਸਾਲ, ਇਧਰ 7 ਸਾਲ ਦੇ ਨੇ। ਤੇ ਇਦਾਂ ਸਮਝੋ ਜਿਵੇਂ ਮੁੱਖ ਮੰਤਰੀ ਦਾ ਦਰਬਾਰ ਲੱਗਾ ਵਾ ਤੇ ਦੋਨਾਂ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ। ਉਹਨਾਂ ਸਾਹਿਬਜ਼ਾਦਿਆਂ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਝਲਕ ਪੈ ਰਹੀ ਹੈ। ਸਿੱਖਿਆ ਜਿਹੜੀ ਉਹਨਾਂ ਨੂੰ ਮਿਲੀ ਹੈ ਬਚਪਨ ਤੋਂ। ਆਪਣੇ ਵਿੱਚੋਂ ਨਿਡਰਤਾ ਲੈ ਕੇ ਆਓ, ਨਿਰਭੈਤਾ ਲੈ ਕੇ ਆਓ। ਅਸੀਂ ਤਾਂ ਬੱਚੇ ਵੀ ਡਰਾ ਕੇ ਪਾਲਦੇ ਹਾਂ। ਅਸੀਂ ਤਾਂ ਬੱਚੇ ਨੂੰ ਇਦਾਂ ਡਰਾਉਂਦੇ ਆ, ਤੂੰ ਸਿਰ ਨਾ ਲਾ ਨਹੀਂ ਤਾਂ ਪੁਲਿਸ ਨੂੰ ਫੜਾ ਦੂੰ। ਉਹ ਬੱਚਾ ਸਾਰੀ ਜ਼ਿੰਦਗੀ ਪੁਲਿਸ ਤੋਂ ਡਰੀ ਜਾਂਦਾ। ਬਿੱਲੀਆਂ ਤੋਂ ਡਰਾ ਛੱਡਿਆ ਸੀ ਆਪਣੇ ਜਵਾਕਾਂ ਨੂੰ। ਮਊ ਆਜੂ, ਕਿਹੜੀ ਮਊ, ਕਿਹੜੀ ਬਲਾ ਹੈ ਵੇ? ਅਸੀਂ ਤਾਂ ਭੂਤਾਂ ਵਾਲੇ ਨਾਟਕ ਵੇਖ ਵੇਖ ਕੇ ਆਪਣੇ ਘਰਦਿਆਂ ਪਰਦਿਆਂ ਤੋਂ ਡਰੀ ਜਾਂਦੇ ਆ। ਸਾਡੇ ਹਾਲਾਤ ਸਮਾਜ ਦੇ ਬਣ ਗਿਆ। ਰਾਤ ਨੂੰ ਪਰਿਵਾਰ ਭੂਤਾਂ ਵਾਲਾ ਨਾਟਕ ਵੇਖਦਾ, ਉਹ ਵੀ ਏਡੇ ਚੰਦਰੇ ਦਿੰਦੇ ਵੀ ਜਾਣ ਕੇ ਰਾਤ ਨੂੰ ਭੂਤਾਂ ਵਾਲਾ ਨਾਟਕ, ਵੀ ਉਹਨਾਂ ਨੂੰ ਪਤਾ ਲਾਈਟ ਦੇ 2-4 ਕੱਟ ਲੱਗਣੇ ਆ। ਭੂਤਾਂ ਵਾਲਾ ਨਾਟਕ ਵੇਖਦੇ ਵੇਖਦੇ ਲਾਈਟ ਚਲੇ ਗਈ, ਆਖਿਆ ਜਵਾਕ ਅੰਦਰ ਕਿਤੇ ਚਲੇ ਗਿਆ। ਉਹਨੂੰ ਅੰਦਰੋਂ ਡਰ ਹੋਣਾ ਵੀ ਜਿਹੜਾ ਟੀਵੀ 'ਚ ਵੇਖਣ ਦੇ ਅੰਦਰ ਨਾ ਬੈਠਾ ਹੋਵੇ। ਮੁੜ ਕੇ ਆਣ ਕੇ ਜਵਾਕ ਅਸੀਂ ਸੌਂ ਜਾਂਦੇ ਆ, ਨਿਆਣਾ ਤਬਕਦਾ ਰਾਤ ਨੂੰ। ਫਿਰ ਬੀਬੀਆਂ ਬਾਬਿਆਂ ਕੋਲ ਲੈ ਕੇ ਜਾਂਦੇ ਆ, ਇਹ ਰਾਤ ਨੂੰ ਤਬਕਦਾ ਜੀ, ਇਹ ਡਰ ਜਾਂਦਾ ਜੀ। ਹੁਣ ਡਰਨਾ ਹੀ ਆ ਜਿਹੋ ਜੀ ਖੁਰਾਕ ਦੇ ਕੇ ਸੋਇਆ ਤੁਸੀਂ ਇਹਨੂੰ। ਅਸੀਂ ਤਾਂ ਸੋਹਲਾ ਸਾਹਿਬ ਦਾ ਸੰਬੰਧ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਤਾ। ਸੋਹਲਾ ਸਾਹਿਬ ਦਾ ਸੰਬੰਧ ਸਾਡੇ ਨਾਲ ਸੀ ਵੀ ਜਦੋਂ ਮੈਂ ਰਾਤ ਨੂੰ ਸੌਣਾ, ਸੌਣ ਤੋਂ ਪਹਿਲਾਂ ਕਮ ਸੇ ਕਮ ਕਰੋ ਬੇਨਤੀ, ਸੁਣ ਮੇਰੇ ਮੀਤਾ। ਬੋਲੋ ਭਾਈ। ਸੰਤ ਟਹਿਲ ਕੀ ਬੇੜਾ ਇਹਾਂ ਖਾੜ ਚਲੋ ਹਰ ਲਾਹਾ, ਆ ਗਏ ਬਸਨ ਸਹੇਲਾ, ਔਤ ਕਟੇ ਦਿਨ ਸਰੈਣਾਰੇ ਮਨ ਗੁਰ ਮੇਲੋ ਕਾਸਵਾਰੇ। ਹੁਣ ਮੈਂ ਸੋਚਿਆ ਵੀ ਮਹਾਰਾਜ ਸੌਣ ਲੱਗੇ, ਹੁਣ ਮਹਾਰਾਜ ਦੇ ਨਾਲ ਮੈਂ ਸ਼ਬਦ ਪੜ੍ਹ ਦਿਆਂ। ਸ਼ਬਦ ਪੜ੍ਹਦੇ ਮਹਾਰਾਜ ਨਾਲ, ਮਹਾਰਾਜ ਸੁਣਦੇ ਨੇ ਬਾਣੀ ਜਾਂਦੀ। ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ। ਕਿਉਂ ਜੀ? ਗੁਰੂ ਜੀ ਸੁਣਦੇ ਨੇ ਕਦੇ? ਗੁਰੂ ਸਾਹਿਬ ਤਾਂ ਸਾਡਾ ਗੁਰੂ ਤਾਂ ਹਮੇਸ਼ਾ ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ। ਇੱਕੋ ਸਤਿਗੁਰ ਜਾਗਤਾ ਹੈ। ਅਸੀਂ ਸੋਚਿਆ ਵੀ ਗੁਰੂ ਸਾਹਿਬ ਹੁਣ ਆਰਾਮ ਕਰਨ ਲੱਗੇ, ਚਲੋ 5 ਸ਼ਬਦ ਪੜੋ ਤੇ ਮਹਾਰਾਜ ਦਾ ਸਰੂਪ ਨਿਜ ਸਥਾਨ ਤੇ ਪਹੁੰਚਾਓ। ਤੇ ਦਿਮਾਗ 'ਚ ਇਹ ਆ ਗਿਆ, ਮੈਂ ਤੇ ਹੁਣ ਸੋਹਲਾ ਸਾਹਿਬ ਪੜ੍ਹ ਆਇਆ, ਘਰ ਜਾ ਕੇ ਹੁਣ ਮੈਂ ਭਾਵੇਂ ਨਾਟਕ ਵੇਖਾਂ, ਭੂਤਾਂ ਵਾਲਾ ਜਿਹੜਾ ਮਰਜ਼ੀ ਵੇਖਾਂ। ਕਮ ਸੇ ਕਮ ਸੌਣ ਲੱਗਿਆ, ਸੌਣ ਤੋਂ 5, 7, 10, 15 ਮਿੰਟ ਪਹਿਲਾਂ ਆਪਣੇ ਮਨ ਦੇ ਵਿਚਾਰ ਸਾਫ਼ ਕਰ ਲਓ। ਚਲੋ ਦਿਨ ਦੀ ਤੇ ਗੱਲ ਅਲੱਗ ਹੈ, ਸੌਣ ਤੋਂ ਪਹਿਲਾਂ ਤੇ ਕੁਝ ਨਾ ਕੁਝ ਕਰ ਲਓ। ਮੈਂ ਸਾਫ਼ ਵਿਚਾਰ ਲੈ ਕੇ ਸੌਵਾਂਗਾ, ਸਵੇਰੇ ਫਰੈਸ਼ ਦਿਮਾਗ ਉੱਠਾਂਗਾ। ਸੌਣ ਲੱਗਿਆ ਵੀ ਮਾੜੇ ਵਿਚਾਰ ਲੈ ਕੇ ਸੌਣਾ, ਇਸੇ ਕਰਕੇ ਪ੍ਰੋਬਲਮ ਆ ਰਹੀਆਂ ਅੱਜ ਬੰਦੇ ਨੂੰ। ਇਸੇ ਕਰਕੇ ਅੱਜ ਬੰਦਾ ਚਿੰਤਾਵਾਂ ਝੋਰਿਆਂ ਵਿੱਚ ਪਿਆ ਹੋਇਆ ਹੈ। ਸਾਰੀਆਂ ਬਿਮਾਰੀਆਂ ਖੁਰਾਕ ਤੇ ਡਿਪੈਂਡ ਨਹੀਂ ਕਰਦੀਆਂ। ਜਿਹੜੀਆਂ ਸਾਡੀ ਬੋਡੀ ਨੂੰ ਬਿਮਾਰੀਆਂ ਲੱਗੀਆਂ ਨੇ, ਤੁਹਾਡੇ ਕੋਲ ਡਾਕਟਰ ਵੀਰ ਬੈਠਾ ਹੋਵੇ, ਸਾਰੀਆਂ ਖੁਰਾਕਾਂ ਨਾਲ ਨਹੀਂ ਲੱਗੀਆਂ, ਬਹੁਤੀਆਂ ਮਨ ਦੇ ਵਿਚਾਰਾਂ ਨਾਲ ਵੀ ਲੱਗੀਆਂ ਨੇ। ਕਿਉਂਕਿ ਜਦੋਂ ਮਨ ਰੋਗੀ ਹੁੰਦਾ, ਤਨ ਰੋਗੀ ਨਾਲ ਹੀ ਹੋ ਜਾਂਦਾ ਹੈ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਤੇ ਖਸਮ ਕਿਹਨੇ ਭੁਲਾਉਣਾ ਸੀ? ਮਨ ਨੇ। ਮਨ ਨੇ ਸੱਚ ਖਸਮ ਭੁਲਾਤਾ। ਖਸਮ ਵਿਸਾਰ, ਸਾਰੇ ਬੋਲੋ ਇੱਕ ਵਾਰ, ਖਸਮ ਵਿਸਾਰ ਕੀਏ ਰਸ ਭੋਗ। ਖਸਮ ਕੌਣ ਆ? ਸੱਚ ਸਭਨਾ ਕਾ ਖਸਮ ਹੈ। ਸੱਚ ਖਸਮਾ। ਮਨ ਨੇ ਸੱਚ ਭੁਲਾਤਾ ਤੇ ਕੀ ਕਰਤਾ? ਰਸ ਭੋਗ ਝੂਠ 'ਚ ਪੈ ਗਿਆ, ਬੇਈਮਾਨੀਆਂ 'ਚ ਪੈ ਗਿਆ, ਵਿਸ਼ਿਆਂ ਵਕਾਰਾਂ 'ਚ ਪੈ ਗਿਆ।
ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਤਾਣ ਕੇ ਤਨ ਦੇ ਵਿੱਚ ਰੋਗ ਖਲੋ ਗਏ। ਮਨ ਅੰਧੇ ਕੋ ਮਿਲੇ ਸਜਾਏ। ਹੁਣ ਮਨ ਨੂੰ ਸਜ਼ਾ ਮਿਲ ਰਹੀ ਆ। ਵੈਦ ਨਾ ਭੋਲਾ ਦਾਰੂ ਲਾਏ। ਹੁਣ ਵੈਦ ਦਵਾਈਆਂ ਚੱਕੀ ਫਿਰਦਾ। ਵੈਦ ਦੇ ਕੋਲ ਇਹਨਾਂ ਦਵਾਈਆਂ ਦਾ, ਇਹਨਾਂ ਬਿਮਾਰੀਆਂ ਦਾ ਇਲਾਜ ਹੀ ਨਹੀਂ। ਹੁਣ ਜਿਹੜਿਆਂ ਵੈਦਾਂ ਕੋ ਅਸੀਂ ਤੁਰੇ ਫਿਰਦੇ ਹਾਂ, ਫਾਂਡੇ ਕਰਾਉਂਦੇ ਫਿਰਦੇ ਹਾਂ, ਬਾਬਿਆਂ ਕੋ ਤੁਰੇ ਫਿਰਦੇ ਹਾਂ, ਜੋਤਸ਼ੀਆਂ ਪਾਉਂਦੇ ਹਾਂ, ਤਾਂਤਰਿਕਾਂ ਕੋ ਤੁਰੇ ਫਿਰਦੇ ਹਾਂ, ਆ ਕਈ ਰਾਸ਼ੀਆਂ ਦੇ ਫਲ ਲੱਭਦੇ ਫਿਰਦੇ ਆ। ਆ ਜਿਹੜੇ ਬੰਦੇ ਨਾ, ਕਈਆਂ ਨੂੰ, ਕਈ ਸਾਡੇ ਪੰਜਾਬੀ ਵੀ ਇਹਨਾਂ ਰਾਸ਼ੀਆਂ ਦੇ ਫਲਾਂ ਦੇ ਉੱਤੇ ਬਹੁਤ ਨਿਸ਼ਚਿਤ ਵਾ, ਬਹੁਤ ਉਹ ਇਹਦੇ ਤੋਂ ਪ੍ਰਭਾਵਿਤ ਵਾ, ਉਹ ਇਹ ਤੇ ਨਿਰਭਰ ਹੋ ਗਏ। ਉਹ ਸਵੇਰੇ ਉੱਠ ਕੇ ਏਦਾਂ ਜਦੋਂ ਪੰਡਤ ਜੀ ਆਣ ਕੇ ਬਹਿੰਦੇ ਆ ਨਾ ਵੀ ਕੁੰਭ ਰਾਸ਼ੀ ਵਾਲਾ ਇਦਾਂ, ਮੇਘ ਰਾਸ਼ੀ ਵਾਲਾ ਇਦਾਂ, ਉਹ ਫਿਰ ਪੂਰਾ ਫਲ ਸੁਣਦੇ ਆ ਵੀ ਇਹਦਾ ਇਦਾਂ ਹੋਣਾ। ਵੀ ਅਸੀਂ ਭੁੱਲ ਹੀ ਗਏ ਵੀ ਮੇਰੇ ਇਸੇ ਨਾਮ ਦਾ ਬੰਦਾ ਇੱਕ ਰੋਡ ਦੇ ਕੰਢੇ ਤੇ ਕੰਮ ਕਰ ਰਿਹਾ, ਮੈਂ ਇਹਦੇ ਆਖੇ ਲਾ ਕੇ ਆਇਆ, ਇਸ ਰੰਗ ਦੇ ਕੱਪੜੇ ਨਹੀਂ ਪਾ ਰਿਹਾ। ਹੁਣ ਜੇ ਰਾਸ਼ੀਆਂ ਦੀ ਗੱਲ ਕਰੋਗੇ, ਰਾਮ ਤੇ ਰਾਵਣ ਦੀ ਰਾਸ਼ੀ ਇੱਕ ਹੀ ਹੈ, ਕ੍ਰਿਸ਼ਨ ਤੇ ਕੰਸ ਦੀ ਰਾਸ਼ੀ ਇੱਕ ਹੈ। ਬੋਲੋ ਜੀ, ਜੇ ਰਾਸ਼ੀਆਂ ਤੇ ਡਿਪੈਂਡ ਕਰਦੇ ਹੋ, ਸੋਚ ਕੇ ਤਾਂ ਵੇਖੋ। ਪਰ ਪੁੱਛੂ ਕੌਣ? ਪੁੱਛਣ ਲਈ ਸਿਆਣਪ ਚਾਹੀਦੀ ਹੈ। ਸਿਆਣਪ ਅਗਲਿਆਂ ਨੇ ਸਾਡੇ ਲਾਗੇ ਆਉਣ ਨਹੀਂ ਦੇਣੀ। ਤਾਂ ਫਿਰ ਮੈਂ ਬੇਨਤੀ ਦੁਬਾਰਾ ਕਰਨਾ ਚਾਹੁੰਦਾ, ਜਿਸ ਮਾਨ ਸਤਿਗੁਰ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਹਦੇ ਜੀਵਨ ਦੀ ਲਿਆਕਤ ਵੇਖੋ। ਵੀ 9 ਸਾਲ ਦੀ ਉਮਰ 'ਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਕਿੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਸੀਸੋਂ ਦਾ ਭਾਈ ਜੀਵਨ ਸਿੰਘ ਜੈਤਾ, ਰੰਗਰੇਟਾ ਗੁਰੂ ਕਾ ਬੇਟਾ, ਉਹ ਆਪ ਲੈ ਕੇ ਆਇਆ। ਮਾਤਾ ਗੁਜਰ ਕੌਰ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਝੋਲੀ 'ਚ ਸੀਸ ਪਵਾਇਆ। ਸੀਸ ਦਾ ਸੰਸਕਾਰ ਪੰਜਾਬ ਦੀ ਧਰਤੀ ਤੇ ਕੀਤਾ ਗਿਆ। ਧੜ ਦਾ ਸੰਸਕਾਰ ਦਿੱਲੀ ਵਿਖੇ ਕੀਤਾ ਗਿਆ, ਭਾਈ ਲੱਖੀ ਸ਼ਾਹ ਵਣਜਾਰੇ ਦੇ ਘਰ, ਜਿੱਥੇ ਅੱਜ ਰਕਾਬਗੰਜ ਸਾਹਿਬ ਗੁਰਦੁਆਰਾ ਹੈ। ਇਹ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਹੁਣ ਜ਼ਿੰਮੇਵਾਰੀਆਂ ਵੱਧ ਗਈਆਂ। ਹੁਣ ਸੋਚ ਕੇ ਵੇਖੋ, ਪਹਿਲਾ ਭੰਗਾਣੀ ਦਾ ਯੁੱਧ ਹੈ, ਪਹਿਲਾ ਭੰਗਾਣੀ ਦਾ ਯੁੱਧ ਹੈ। ਉਸ ਵਕਤ ਉਮਰ ਵੀ ਕੋਈ ਜ਼ਿਆਦਾ ਨਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ। ਪਹਿਲਾ ਜਦੋਂ ਭੰਗਾਣੀ ਦਾ ਯੁੱਧ ਕੀਤਾ ਜਾਂਦਾ, 20-22 ਸਾਲ ਦੀ ਸਾਰੀ ਆਰਜ਼ੂ ਹੈ। ਫਤਿਹ ਸ਼ਾਹ ਦੀ ਬੇਟੀ ਦਾ ਵਿਆਹ ਸੀ। ਕਹਿਲੂਰ ਦੇ ਰਾਜਾ ਜਿਹੜਾ ਅਜਮੇਰ ਚੰਦ ਸੀ, ਜਿਹੜਾ ਭੀਮ ਚੰਦ ਸੀ, ਉਹਦੇ ਬੇਟੇ ਅਜਮੇਰ ਚੰਦ ਨਾਲ। ਫਤਿਹ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਹੁਤ ਪ੍ਰਭਾਵਿਤ ਹੈ, ਬਹੁਤ ਪ੍ਰਭਾਵਿਤ ਹੈ। ਮਹਾਰਾਜ ਨੇ ਕਈ ਨਜ਼ਰਾਨੇ ਭੇਜੇ, ਕਈ ਆਪਣੀ ਧੀ ਸਮਝ ਕੇ ਬੜਾ ਸਮਾਨ ਭੇਜਿਆ। ਪਰ ਭੀਮ ਚੰਦ ਰਾਜਾ ਜਿਹੜਾ ਸੀ, ਉਹਨੂੰ ਤਕਲੀਫ ਸੀ ਇਸ ਗੱਲ ਦੀ, ਕਿਉਂਕਿ ਉਹਦੇ ਕੰਨ ਭਰਨ ਵਾਲਾ ਪ੍ਰੇਮਾ ਪਰੋਸ ਸੀ ਇੱਕ ਲਾਗੇ। ਪੰਡਤ 24 ਘੰਟੇ ਕੰਨ ਭਰਦਾ ਰਹਿੰਦਾ ਸੀ ਉਹਦੇ। ਕਿਉਂਕਿ ਸਭ ਤੋਂ ਵੱਡੀ ਤਕਲੀਫ ਉਹਨਾਂ ਨੂੰ ਉਦੋਂ ਹੋਈ ਜਦੋਂ ਗੁਰੂ ਸਾਹਿਬ ਨੇ ਸੰਗਤ ਪੰਗਤ, ਅੱਜ ਜਿਵੇਂ ਅੱਜ ਆਪਾਂ ਸੰਗਤ 'ਚ ਬੈਠੇ ਹਾਂ, ਇਹ ਅੱਜ ਆਪਣੇ ਵਾਸਤੇ ਆਮ ਗੱਲ ਹੈ। ਸਭ ਤੋਂ ਵੱਡੀ ਪ੍ਰੋਬਲਮ ਉਹਨਾਂ, ਜਿਹੜੇ ਕਿਸੇ ਦਲਿਤ ਬੰਦੇ ਦੇ ਪੈਰ ਪੈਣ ਨਾਲ ਉਹਨੂੰ ਕਹਿ ਦੇਣ ਵੀ ਤੂੰ ਸਾਡਾ ਧਾਰਮਿਕ ਸਥਾਨ ਅਪਵਿੱਤਰ ਕਰ ਦਿੱਤਾ, ਉਹ ਬਰਾਬਰ ਕਿੱਦਾਂ ਬੈਠ ਦੇਣਗੇ? ਵੀ ਉਹਨੂੰ ਤੇ ਰੌਲਾ ਪੈ ਗਿਆ, ਵੀ ਤੇ ਕੰਮ ਖਰਾਬ ਹੋ ਗਿਆ, ਤੇ ਬਾਗੀ ਸੋਰ ਉੱਠ ਰਹੀ ਹੈ। ਇਹ ਤੇ ਗੁਰੂ ਸਾਹਿਬ ਆਮ ਵਰਗ ਨੂੰ ਵੀ ਨਾਲ ਲੈ ਕੇ ਤੁਰ ਰਹੇ ਨੇ। ਸੰਗਤ ਪੰਗਤ ਦਾ ਸਿਧਾਂਤ ਦੇਤਾ, ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣਾ, ਇਕੱਠੇ ਬੈਠ ਕੇ ਵਿਚਾਰਾਂ ਹੋਣੀਆਂ। ਬੜਾ ਆਪਾਂ ਸ਼ਬਦ ਪੜਿਆ ਸੀ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, 4 ਵਰਨਾਂ ਕੋ ਸਾਂਝਾ। ਹੈ ਦੁਨੀਆ ਦਾ ਕੋਈ ਇਦਾਂ ਦਾ ਪੈਗਾਮ ਜਿਹੜਾ ਸਾਰਿਆਂ ਵਰਨਾਂ ਨੂੰ ਸਾਂਝਾ ਹੋਵੇ? ਇੱਥੇ ਬੈਠਣ ਲੱਗਿਆ ਕਦੀ ਕਿਸੇ ਨੇ ਪੁੱਛਿਆ ਹੋਵੇ ਤੂੰ ਮੁਸਲਮਾਨ ਹੈ, ਤੂੰ ਬਹਿ ਨਹੀਂ ਸਕਦਾ, ਤੂੰ ਹਿੰਦੂ ਹੈ, ਤੂੰ ਬਹਿ ਨਹੀਂ ਸਕਦਾ, ਤੂੰ ਆਪ ਉਪਦੇਸ਼ ਨਹੀਂ ਲੈ ਸਕਦਾ? ਲੈ ਭਾਈ, ਤੂੰ ਮੁਸਲਮਾਨ ਹੈ, ਕੋਈ ਗੱਲ ਨਹੀਂ। ਤੈਨੂੰ ਸਿਧਾਂਤ ਦੱਸਣਾ, ਤੈਨੂੰ ਇਹ ਨਹੀਂ ਕਹਿਣਾ ਤੂੰ ਆਪਣੇ ਧਰਮ 'ਚ ਪੱਕਾ ਰਹਿ, ਤੂੰ ਦੱਸਣਾ ਆਹ ਗੁਣ ਧਰਮ ਇੱਕੋ ਹੀ ਹੈ। ਜਦੋਂ ਅਸੀਂ ਇਹ ਸ਼ਬਦ ਬੋਲਦੇ ਨਾ, ਤੂੰ ਆਪਣੇ ਧਰਮ 'ਚ ਪੱਕਾ ਰਹਿ, ਇਹਦਾ ਮਤਲਬ ਗੁਰੂ ਸਾਹਿਬ ਮੰਨਦੇ ਵੀ ਧਰਮ ਜ਼ਿਆਦੇ ਨੇ? ਨਹੀਂ, ਗੁਰੂ ਸਾਹਿਬ ਕਹਿੰਦੇ ਜੇ ਤੂੰ ਵਾਕਿਆ ਮੁਸਲਮਾਨ ਹੈ ਫਿਰ ਆਹ ਗੁਣ ਧਾਰਨ ਕਰ ਲਾ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਵ ਸੁਨਾਏ। ਆ 5 ਨਮਾਜ਼ਾਂ ਪੜ੍ਹ ਲਾ, ਤੂੰ ਵਧੀਆ ਇਨਸਾਨ ਬਣ ਜਾਣਾ। ਤੂੰ ਕੌਣ ਹੈ ਭਾਈ? ਮੈਂ ਬ੍ਰਾਹਮਣ। ਅੱਛਾ, ਜਨੇਊ ਪਾਉਣਾ ਹੈ? ਕਦੇ ਹਾਂਜੀ, ਆਹ ਪਾ ਲਾ ਫਿਰ। ਦਇਆ ਕਪਾ, ਸੰਤੋਖ ਸੂਤ, ਜਤ ਗੰਢੀ 7 ਵਟ, ਇਹ ਜਨੇਊ ਜੀ ਕਾ ਹੈ ਤਾਂ ਫਾਂਡੇ ਕਾ। ਨਾ ਇਹ ਟੁੱਟਾ ਨਾ ਮਲ ਲੱਗਾ,
ना ये जले न जाए, धन सो मानस नानका जो गल चलै पाए। ये सी जंग गुरु साहब दी कि जिन्होंने तुसी माड़ा कहंदे हो, दलित कहंदे हो, शूद्र कहंदे हो, आओ आपां रल के तगड़े हो के इकट्ठे तुरीए, इकट्ठे बैठ के प्रसादा छकीए, इकट्ठे पकाइए, गल्लां बातां करिए। अज बड़ा कुछ साडे समाज में जहर परोसिया जा रहा है। आओ इस सब चीज़ नूं अपने अंदरों हूंज के बाहर कड्डो। धन गुरु गोबिंद सिंह सच्चे पातशाह वर्गी शख्सियत जिन्हां ने अपने जीवन काल दे विच 43 साल की आरजू है उन्हां दी, 43 साल की उम्र दे विच काम वेखिए तो गिने नहीं जा सकते। 5 किलियां की उसारी करनी, 14 जंगां, जिन्हां विचों 13 जंगां ते पहाड़ी राजियां नाल लड़नियां पईयां, हिंदू पहाड़ी राजियां नाल। आ चेता रखियो, हिंदू पहाड़ी राजियां नाल लड़नियां पईयां। उन्हां नाल कदियां लड़ाइयां सी जी? आपां कहने गुरु साहब ते मुगलों के उल्ट सी। ਇਹਦਾ मतलब ਉਹਨਾਂ ਨੂੰ ਤੁਹਾਡੀ ਏਕਤਾ, ਤੁਹਾਡਾ ਪਿਆਰ, ਤੁਹਾਡਾ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣਾ, ਇਹ ਉਹਨਾਂ ਨੂੰ ਤੁਹਾਡਾ ਬਰਦਾਸ਼ਤ ਆ। ਜਦੋਂ ਆਰਐਸ ਦਾ ਮੁਖੀ ਬਿਆਨ ਦਿੰਦਾ ਸਾਨੂੰ ਇਹ ਕੈਲੰਡਰ ਪ੍ਰਵਾਨ ਨਹੀਂ, ਇਹ ਕੌਣ ਨੇ? ਇਹ ਬਾਣੇ ਬਦਲੇ ਨੇ, ਰੂਹਾਂ ਹੋਈ ਨੇ, ਜਿਨ੍ਹਾਂ ਨੂੰ ਤੁਹਾਡਾ ਨਗਾਰਾ ਪਸੰਦ ਨਹੀਂ ਸੀ। 1682 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੱਗਾ। ਜਦੋਂ 1682 ਚ ਨਗਾਰਾ ਸਥਾਪਿਤ ਕੀਤਾ, ਨਗਾਰਾ ਕਾਹਦੇ ਲਈ ਹੁੰਦਾ ਗੁਰਦੁਆਰਿਆਂ 'ਚ? ਨਗਾਰੇ ਦੀਆਂ ਗੁਰਦੁਆਰਾ ਸਾਹਿਬ ਦੀਆਂ 5 ਨਿਸ਼ਾਨੀਆਂ ਨੇ। ਪ੍ਰਕਾਸ਼ ਤਾਂ ਬਹੁਤਿਆਂ ਲੋਕਾਂ ਨੇ ਘਰਾਂ 'ਚ ਵੀ ਕੀਤਾ, ਪਰ ਘਰ 'ਚ ਪ੍ਰਕਾਸ਼ ਕੀਤੇ ਨੂੰ ਆਪਾਂ ਗੁਰਦੁਆਰਾ ਨਹੀਂ ਕਹਿੰਦੇ। ਪ੍ਰਕਾਸ਼ ਤਾਂ ਘਰਾਂ 'ਚ ਵੀ ਕੀਤਾ ਕਈਆਂ ਨੇ, ਪਰ ਕਦੀ ਆਪਾਂ ਕਿਹਾ ਵੀ ਉਹ ਗੁਰਦੁਆਰਾ ਨਾ। ਗੁਰਦੁਆਰੇ ਦੀਆਂ 5 ਨਿਸ਼ਾਨੀਆਂ, ਪਹਿਲਾ ਗੁਰੂ ਗ੍ਰੰਥ ਦਾ ਪ੍ਰਕਾਸ਼, ਦੂਜੀ ਆ ਸੰਗਤ, तीजी जो आप प्रसादा छकांगे पंगत, चौथा नगारा, पंजवां निशान साहब। ये 5 निशानियां चेता रहणगियां जी। ये गुरुद्वारा साहब दियां 5 निशानियां ने। संगत है, पंगत है, नगारा है, निशान साहब है, गुरु ग्रंथ साहब प्रकाश है। नगारा काहदे लई सी? नगारा वजाया जांदा सी जो जंग ते चढ़ना हुंदा सी। गुरुद्वारे च जंग दी ਇਹ ਨਗਾਰੇ ਦੀ ਕੀ ਨਿਸ਼ਾਨੀ ਸੀ? ਕਿਆ ਤਗੜਾ ਹੋ, ਇੱਥੋਂ ਤੈਨੂੰ ਉਹ ਸਿੱਖਿਆ ਮਿਲੇਗੀ ਜਿਹੜੀ ਤੂੰ ਆਪਣੇ ਵਿਕਾਰਾਂ ਨਾਲ ਲੜਨਾ ਹੈ। ਇਹ ਵੀ ਇੱਕ ਜੰਗ ਹੈ। ਵਾਰਾਂ ਜਿਹੜੀਆਂ ਆਪਾਂ ਗੁਰੂ ਗ੍ਰੰਥ ਸਾਹਿਬ 22 ਵਾਰਾਂ ਪੜ੍ਹਦੇ ਹਾਂ, ਕਦੀ ਉਹਨਾਂ ਨੂੰ ਤੁਸੀਂ ਵੇਖੋ, ਕਈ ਇੱਕ ਆਸਾ ਕੀ ਵਾਰ ਇੱਕ ਢਾਡੀ ਵੀਰਾਂ ਨੇ ਜੱਥੇ ਨੇ ਗਾਈ ਹੈ, ਬਹੁਤ ਪਿਆਰੀ ਗਾਈ ਹੈ। ਵਾਰ ਵੀ ਤਾਂ ਪੂਰੀ ਢਾਡੀਆਂ ਦੀ ਤਰੀ ਤੇ ਵਾਰਾਂ ਜਦੋਂ ਢਾਡੀ ਗਾਉਂਦੇ ਸੀ, ਕਮਜ਼ੋਰ ਤੋਂ ਕਮਜ਼ੋਰ ਬੰਦੇ ਅੰਦਰ ਵੀ ਜੋਸ਼ ਆ ਜਾਂਦਾ ਸੀ ਮੈਦਾਨ ਜੰਗ 'ਚ ਲੜਨ ਦਾ। ਇਹ ਜਿਹੜੀਆਂ ਬਾਣੀ ਦੀਆਂ ਵਾਰਾਂ ਨੇ, ਇਹ ਵੀ ਤੇਰੇ ਅੰਦਰ ਤਾਕਤ ਪੈਦਾ ਕਰਦੀਆਂ। ਤੂੰ ਵਿਕਾਰਾਂ ਨਾਲ ਕਿੱਦਾਂ ਲੜਨਾ ਹੈ, ਤੂੰ ਲਾਲਚ ਨਾਲ ਕਿੱਦਾਂ ਲੜਨਾ ਹੈ, ਤੂੰ ਹੰਕਾਰ ਨਾਲ ਕਿੱਦਾਂ ਲੜਨਾ ਹੈ, ਤੂੰ ਮੋਹ ਨਾਲ ਕਿੱਦਾਂ ਲੜਨਾ ਹੈ, ਤੂੰ ਆਪਣੇ ਅੰਦਰ ਦੀ ਬੁਰਾਈ ਨਾਲ ਕਿੱਦਾਂ ਲੜਨਾ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਬਾਣੀ ਉਹਨੂੰ ਸੂਰਮਾ ਮੰਨਦੀ ਹੈ ਜਿਹਨੂੰ ਹਰੀ ਦਾ ਰੰਗ ਲੱਗ ਗਿਆ, ਜਿਹੜਾ ਸੱਚ ਨਾਲ ਜੁੜ ਗਿਆ, ਜਿਹਨੂੰ ਆਪਣੇ ਆਪ ਨਾਲ ਲੜਨਾ ਆ ਗਿਆ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਸਾਡੀ ਜ਼ਿੰਦਗੀ 'ਚ ਪਰਉਪਕਾਰ ਕੀਤਾ, ਸਾਡੇ ਤੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਕਿ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਸਾਡੇ ਤੋਂ ਸਭ ਕੁਝ ਕੁਰਬਾਨ ਕਰ ਦਿੱਤਾ। 4 ਸਾਹਿਬਜ਼ਾਦੇ, ਆਪਣੇ ਪਿਤਾ ਜੀ, ਮਾਤਾ ਜੀ, ਆਪ ਸਭ ਕੁਝ ਸਾਡੇ ਤੋਂ ਕੁਰਬਾਨ ਕਰਕੇ ਸਾਨੂੰ ਕਿੱਡਾ ਵੱਡਾ ਮਹਾਨ ਖਜ਼ਾਨਾ ਬਾਣੀ ਦਾ ਬਖਸ਼ਿਸ਼ ਕੀਤਾ ਹੈ। ਆਓ ਸਾਡੇ ਕੋਲ ਸਭ ਕੁਝ ਹੈ, ਬਾਣੀ ਪੜ੍ਹੋ, ਸਮਝੋ, ਵਿਚਾਰੋ। ਸਮੇਂ ਦੀਆਂ ਜਿਹੜੀਆਂ ਚਾਲਾਂ ਨੇ, ਭਾਵੇਂ ਉਹ ਅਖੌਤੀ ਧਾਰਮਿਕ ਲੋਕਾਂ ਵੱਲੋਂ, ਭਾਵੇਂ ਪੋਲੀਟੀਕਲ ਲੋਕਾਂ ਵੱਲੋਂ ਹੈ, ਉਹਨਾਂ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ। ਸਮੇਂ ਦੇ ਹਾਣੀ ਬਣੋ। ਭੈਣਾਂ ਨੂੰ ਬੇਨਤੀ ਹੈ, ਆਪਣੇ ਦਾਇਰੇ ਨੂੰ ਖੁੱਲਾ ਕਰੋ। ਕੱਲਾ ਘਰ 'ਚ ਪ੍ਰਸ਼ਾਦਾ ਪਕਾਉਣਾ, ਇਹ ਤੋਂ ਉੱਪਰ ਉੱਠ ਕੇ ਕੁਝ ਸਮਾਜ ਸੁਧਾਰ ਵਿੱਚ ਵੀ ਆਪਣਾ ਯੋਗਦਾਨ ਪਾਉਣ ਦਾ ਸਾਨੂੰ ਯਤਨ ਕਰਨਾ ਚਾਹੀਦਾ। ਜਿੱਦਣ ਅਸੀਂ ਮਰਾਂਗੇ, ਰੋਣਾ ਉਹਨਾਂ ਨੇ ਜਿਨ੍ਹਾਂ ਨੂੰ ਸਾਡੇ ਤੋਂ ਸੁੱਖ ਮਿਲਦਾ ਹੈ। ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਂਦੇ ਨੇ, ਉਦੋਂ ਹਰ ਉਸ ਚਿਹਰੇ ਦੇ ਉੱਤੇ ਉਦਾਸੀ ਹੈ, ਜਿਨ੍ਹਾਂ ਨੂੰ ਪਤਾ ਸੀ ਇਹ ਸਾਡੇ ਲਈ ਸਭ ਕੁਝ ਕੀਤਾ ਹੈ। ਤੁਸੀਂ ਕਦੀ ਆਪਣੇ ਗਲੀ ਮੁਹੱਲੇ 'ਚ ਵੇਖਿਓ ਕਿ ਇਹਦਾ ਜਵਾਨ ਪੁੱਤ ਵੀ ਚੜ੍ਹਾਈ ਕਰ ਜਾਏ, ਉਦਾਸੀ ਸਿਰਫ ਘਰ ਵਾਲਿਆਂ ਨੂੰ ਹੁੰਦੀ ਹੈ। ਆਮ ਲੋਕ ਤੇ ਵਿਆਹ ਸ਼ਾਦੀ ਵੇਂਦਿਆਂ ਵੀ 10 ਮਿੰਟ ਉਧਰੋਂ ਹੋ ਆਉਂਦੇ ਆ। ਉਹ ਕਹਿੰਦੇ ਸਾਨੂੰ ਕਿਹੜਾ ਉੱਥੋਂ ਕੁਝ ਮਿਲਦਾ ਸੀ, ਸਾਡਾ ਥੋੜਾ ਆਪਣਾ ਥੋੜਾ ਸੀ। ਜ਼ਿੰਦਗੀ ਏਦਾਂ ਜੀਓ ਅਗਲੇ ਨੂੰ ਲੱਗੇ ਵੀ ਇਹ ਸਾਡਾ ਹੈ, ਸਾਡੇ ਵਾਸਤੇ ਜ਼ਿੰਦਗੀ ਜਿਉਂਦਾ ਹੈ।
समाज विच गुरु साहिब जी ने इदां दी जगह बनाई, इदां दा थां। ये सानू इहो शब्द वरते भी सच्चे मार्ग चलदे आ उस्तत करे जहान। तुसी सच दे रस्ते तुरोगे, दुनिया तुहानू कहे क्या बात है जी, ये बंदा सच दे रस्ते तुर के इन्हें एक दुनिया ते मिसाल कायम की है। आओ गुरु बख्शिश करे संतों सागर पार उतरिए, संत गुरु तो ही पार लंघिया जा सकता है। जे को बचन कमावे संतन का, जे को अपने गुरु संत का बचन कमा लवे सो गुर प्रसादी तरिए। वो गुरु दे प्रसाद सदका, गुरु दी रहमत सदका वो इस भवसागर तो इन्हां बुरियां कमां तो अपने आप को बचा सकता है। भूले मार्ग जिन्हें बताया ऐसा गुर वड भागी पाया। सानू भुलियां जांदियां नूं, कुराए पियां नूं, गलत रस्ते पियां नूं साडे गुरु ने सीधा रस्ता विखाता, सीधे रस्ते पा दिता। आओ अपने हक्कां प्रति सचेत होइए, अपने चुगिरदे ध्यान मारिए, घरां च बाणी दीआं पोथियां रखिए, सहज पाठ करिए, चंगा लिटरेचर रखो अपने घरां, चंगियां किताबां रखो। सिख राज किवें बणिया, सिख राज किवें गया, ज्ञानी सोहण सिंह सीतल उन्होंने लिखियां हुई किताबां अपने घरां विच रखो। चंगे राइटर प्रोफैसर साहब सिंह ने जो गुरबाणी के अर्थ किए दर्पण वो रखो। सोहणियां लाइब्रेरियां बनाओ। ਇਹਦਾ फायदा की होएगा जो असीं मरांगे साडियां जवाकां पुੱਤ ਪੁੱਤਰਿਆਂ ਨੂੰ कम से कम इन्हां दे पता होऊ साडे घर जे सिੱਖੀ ਦਾ लिटरेचर पिया, साडे दादे परदादे पढ़दे हुंदे सी। अज तो सब कुछ ही खत्म करता घरां च। जे घरां चंगे चंगे कपड़े रख सकते हैं, परिवार दे 2 जी 3 गड्डियां रख सकते हैं, घर दे जी 2 ने, साधन 4 खलोते ने, ਇਹਦਾ मतलब यह है असी बहुत कुछ अपने घर खरीदिया रखिया है, पर थोड़ा जिहा ध्यान इधर भी दे लईए। सोहणियां किताबां रखो, सोहना लिटरेचर रखो, अपने बच्चे बच्चियां नाल बैठ के गुरमत गुरबाणी की गल करो। चंगे संस्कार जिहड़ी मैं पहलां गल की घरेलू, अपने बच्चियां विचों परिवार च मोह नूं साड़ के दसो उन्हां नूं मोह अवगण है, प्यार गुण है। ते जिहड़ा अवगण हुंदा ये जंजीरां ने, नानक अवगुण जेतड़े तेते गली जंजीर। जे गुण होवन तां कटियन से भाई से भी। जे अज जकड़े होए आ ते सानू अवगुणा ने जकड़िया है, जे छुटांगे ते गुणा ने छटाउणा है। कबीर नहावन को तीर्थ घने, नहाउण लई दुनिया ते तीर्थां दी कमी नहीं, खास करके भारत देश विच। पूजन को बहु देव, पूजा कर ली देवी देवते थोड़े किते बहुत ने, पर कहो कबीर छूटन नहीं, मन बौरा रे छूटन हर की सेव। आओ गुरु बख्शिश करे समुची प्रबंधक कमेटी, इत्थों के ग्रंथी साहबान, समुचियां संगतां, मेरियां सत्कारयोग भैणां मातावां, बच्चे बच्चियां, जिन्हें भी तुसीं दूरां नेड़ियां तो अज दे इस गुरमत समागम च हाज़री भरी है। मैं अखीर ते फिर दोबारा अपने वालों जो अज मूल नानकशाही कैलेंडर मुताबक धन गुरु गोबिंद सिंह महाराज जी के प्रकाश पुरब मनाउंदियां होइयां ये समागम रखे ने। गुरु कृपा करे इदां हौली हौली दूजियां कमेटियां भी प्रेरणा लैण कि आपां इक लहर खड़ी कर सकीए, दस सकीए कि साडे प्रकाश, साडे पातशाह दा प्रकाश पुरब असीं किसी नूं पुछ के क्यों मनाईए। बई असीं आप डेटा निश्चित करांगे, नाले असीं कोई वखरी लीक नहीं खिंची, असीं ओह काम कीता है जिहड़ा तुसीं 2003 च पहिलां लागू कीता सी। तुसीं मुकरे हो, असीं उसे गल ते पहरा दे रहे हैं। आओ गुरु बख्शिश करे सारियां दा धन्नवाद। भुल्लां मेरियां बचन सतगुर दे जान के हिरदे विच वसाउण दा यतन करना। आदर सत्कार नाल फतेह बुलाओ, गज के आखो जी वाहिगुरू जी का खालसा वाहिगुरू जी की फतेह।